ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸੰਨ 1984 ਉਹ ਦਿਨ ਜੋ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹਾਨਤਾ ਰੱਖਦੇ ਹਨ, ਜਿਨ੍ਹਾਂ ਦਿਨਾਂ ਦੇ ਵਿੱਚ ਸਿੱਖ ਮਾਨਸਿਕਤਾ ਨੂੰ ਵੇਲੇ ਦੇ ਹਾਕਮਾਂ ਵੱਲੋਂ ਕੁਚਲਣ ਦਾ ਯਤਨ ਕੀਤਾ ਗਿਆ। ਇਹ ਸਿੱਖ ਆਵਾਜ਼ ਨੂੰ ਸਦਾ ਲਈ ਬੰਦ ਕਰਨ ਦਾ ਯਤਨ ਕੀਤਾ ਗਿਆ। ਮੀਰੀ ਪੀਰੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਰਤੀ ਫੌਜਾਂ ਵੱਲੋਂ ਟੈਂਕਾਂ ਤੇ ਗੋਲਿਆਂ ਨਾਲ ਹਮਲਾ ਕਰਕੇ ਬੇਅਦਬੀ ਕੀਤੀ ਗਈ। ਸਿੱਖ ਸਿਧਾਂਤਾਂ ਨੂੰ ਚਕਨਾਚੂਰ ਕੀਤਾ ਗਿਆ। ਇਤਿਹਾਸਕ ਲਾਇਬ੍ਰੇਰੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਰਾਖ ਦਾ ਢੇਰ ਬਣਾਇਆ ਗਿਆ। ਔਰ ਇਹਨਾਂ ਦਿਨਾਂ ਵਿੱਚ ਹੀ ਸਿੱਖ ਸਾਹਿਤ ਨੂੰ ਵੇਲੇ ਦੀ ਹਕੂਮਤ ਆਪਣੇ ਕਬਜ਼ੇ 'ਚ ਲੈ ਕੇ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਕਰਨ ਨੂੰ ਤਿਆਰ ਬੈਠੇ ਹਨ, ਜੋ ਅੱਜ ਤੱਕ ਵੀ ਵਾਪਸ ਨਹੀਂ ਦਿੱਤਾ। ਪਰ ਵਾਪਸ ਆਏਗਾ ਤਾਂ ਮਿਲਗੋਬਾ ਹੋ ਕੇ ਆਏਗਾ, ਕਿਉਂਕਿ ਵੇਲੇ ਦੇ ਹਾਕਮਾਂ ਦੀ ਸੋਚ ਬੜੀ ਲੰਬੀ ਹੁੰਦੀ ਹੈ। ਇਹ ਇੱਕ ਸਿਧਾਂਤ ਸੀ, ਕੌਮਾਂ ਨੂੰ ਖਤਮ ਕਰਨ ਦਾ ਇੱਕ ਜੋ ਯਤਨ ਹੁੰਦਾ ਹੈ ਉਹ ਹੈ ਸਿਧਾਂਤਾਂ ਦੇ ਵਿੱਚ ਮਿਲਾਵਟ ਕਰਦੇ ਨੇ। ਇਸ ਢੰਗ ਦੇ ਨਾਲ ਸਿੱਖ ਜਜ਼ਬਾਤਾਂ ਨੂੰ ਕੁਚਲਣ ਦਾ, ਦੱਬਣ ਦਾ ਇੱਕ ਯਤਨ ਜਿਹੜਾ ਕੀਤਾ ਗਿਆ। ਹਾਲਾਂਕਿ ਸਿੱਖ ਆਵਾਜ਼ ਹੋਰ ਬੁਲੰਦ ਹੋਈ। 10 ਸਾਲ ਖੂਨ ਦੀਆਂ ਨਦੀਆਂ ਪੰਜਾਬ ਵਿੱਚ ਉਸ ਤੋਂ ਬਾਅਦ ਵੀ ਵਹਿੰਦੀਆਂ ਰਹੀਆਂ। 11 ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਸ਼ਹੀਦ ਹੋਇਆ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ। ਪਰ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਬਾਰਡਰ ਏਰੀਏ ਦੇ ਵਿੱਚ ਅਗਲੇ 15-20 ਸਾਲਾਂ ਵਿੱਚ ਕੋਈ ਬੱਚੀਆਂ ਦੀਆਂ ਸ਼ਾਦੀਆਂ ਵੀ ਨਾ ਹੋ ਸਕੀਆਂ, ਕਾਰਨ ਨੌਜਵਾਨ ਜਿਹੜੇ ਸੀ ਜਾ ਚੁੱਕੇ ਸਨ। ਇਹ ਦਾਸਤਾਨ ਹੈ ਉਹਨਾਂ 1984 ਦੀ 4 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਦਰਬਾਰ ਸਾਹਿਬ ਉੱਤੇ, ਅਕਾਲ ਤਖ਼ਤ ਸਾਹਿਬ ਉੱਤੇ ਇਹ ਭਾਰਤੀ ਫੌਜਾਂ ਦਾ ਕਹਿਰ ਸੀ ਉਹ ਹੋਇਆ। ਇਹ ਮਿੱਥਿਆ ਅੱਜ ਸਾਡੇ ਨਾਲ ਸਾਂਝੀ ਕਰ ਰਹੇ ਹਨ ਸਰਦਾਰ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ, ਜੋ ਸਿੱਖ ਮਿਸ਼ਨ ਦੇ ਪੁੰਛ ਸਰਕਲ ਦੇ ਨਾਲ ਸੰਬੰਧ ਰੱਖਦੇ ਹਨ। ਸੀਨੀਅਰ ਵੀਰ ਹਨ ਸਾਡੇ, ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਾਸ ਵਿੱਚ ਹਾਜ਼ਰ ਸਮੂਹ ਗੁਰਮੁਖ ਪਿਆਰਿਓ, ਸਾਰੇ ਹੀ ਵਡਭਾਗੀ ਜੀਵ ਹੋ ਜੋ ਕਿ ਸਤਸੰਗਤ ਰੂਪ ਵਿੱਚ ਕਲਾਸ ਵਿੱਚ ਜੁੜ ਕੇ ਗੁਰਮਤਿ ਦੀ ਵਿਚਾਰਧਾਰਾ ਨੂੰ ਸਿੱਖਣ ਅਤੇ ਸਿਖਾਉਣ ਦਾ ਉਪਰਾਲਾ ਕਰ ਰਹੇ ਹੋ। ਜੋ ਵਿਸ਼ਾ ਦਾਸ ਨੂੰ ਵੀਰ ਜੀ ਨੇ ਅੱਜ ਅਲਾਟ ਕੀਤਾ ਹੈ, ਉਹ ਦਿਨ ਹਨ ਜਦੋਂ ਰੱਬੀ ਘਰ, ਜਿਹਦੇ ਅੰਦਰ ਹਰ ਵੇਲੇ ਰੂਹ ਦੀ ਖੁਰਾਕ ਗੁਰਬਾਨੀ, ਸਰੀਰਕ ਭੁੱਖ ਨੂੰ ਮਿਟਾਉਣ ਵਾਸਤੇ ਨਿਆਸਰਿਆਂ, ਗਰੀਬਾਂ, ਜ਼ਰੂਰਤਮੰਦਾਂ ਨੂੰ ਲੰਗਰ ਜੋ ਸੀ ਉਹ ਲੱਭਦਾ ਸੀ। ਆਤਮਿਕ ਅਵਸਥਾ ਨੂੰ ਉੱਚਾ ਚੁੱਕਣ ਵਾਸਤੇ ਰੂਹ ਦੀ ਖੁਰਾਕ ਗੁਰਬਾਣੀ ਦੇ ਪ੍ਰਵਾਹ ਚੱਲਦੇ ਸਨ। ਅੱਜ ਦੇ ਦਿਨ 84 ਦੇ ਅੰਦਰ, 1984 ਦੇ ਵਿੱਚ ਬਾਰੂਦ ਦੀ ਮੁਸ਼ਕ, ਗੋਲੀਆਂ ਦੀ ਗਨਗਨਾਹਟ, ਸਹਿਮੇ ਹੋਏ ਆਕਾਸ਼ ਵਿੱਚ ਦੂਰ ਦੂਰ ਬੈਠੇ ਪੰਛੀ, ਲਾਲ ਸਰੋਵਰ ਲਹੂ ਦੇ ਨਾਲ, ਪਰਿਕਰਮਾ ਦੇ ਵਿੱਚ ਲਹੂ ਤੇ ਮਿੱਝ ਦੀ ਚਿਪਚਿਪਾਹਟ, ਦਣਦਣਾਉਂਦੇ ਫੌਜੀ ਹਰ ਪਾਸੇ ਦਰਬਾਰ ਸਾਹਿਬ ਦੇ ਘੇਰਾ ਪਾਈ ਬੈਠੇ ਹਨ। ਅਤੇ ਗੁਰੂ ਪਿਆਰ ਵਾਲਿਓ, ਉਹ ਅੱਤ ਦਾ ਜ਼ੁਲਮ ਹੈ ਜਿਸ ਜ਼ੁਲਮ ਦੀ ਮਿਸਾਲ
ਸੰਸਾਰ ਦੇ ਇਤਿਹਾਸ ਵਿੱਚ ਨਹੀਂ ਲੱਭਦੇ ਅਤੇ ਜ਼ੁਲਮ ਕਰਨ ਵਾਲੇ ਜੋ ਜ਼ਾਲਮ ਹਨ ਉਹ ਕੋਈ ਬੇਗਾਨੇ ਨਹੀਂ। ਮੇਰੇ ਕਹਿਣ ਤੋਂ ਭਾਵ ਕਿ ਉਹ ਲੋਕੀ ਨੇ ਜਿਨ੍ਹਾਂ ਦੇ ਵਾਸਤੇ ਗੁਰੂ ਘਰ ਨੇ ਸਮੁੱਚਾ ਸਿੱਖ ਧਰਮ ਦਾ ਇਤਿਹਾਸ ਇਹ ਗਵਾਹੀ ਭਰਦਾ ਹੈ ਕਿ ਗੁਰੂ ਘਰ ਨੇ ਜਿਨ੍ਹਾਂ ਦੀ ਆਜ਼ਾਦੀ ਦੇ ਵਾਸਤੇ, ਜਿਨ੍ਹਾਂ ਦੇ ਗਲੋਂ ਗੁਲਾਮੀ ਦਾ ਜੁਲਾ ਲਾਉਣ ਦੇ ਵਾਸਤੇ ਵਿਦੇਸ਼ੀ ਹਕੂਮਤਾਂ ਤੋਂ, ਹਾਕਮਾਂ ਤੋਂ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਸਭ ਕੁਝ ਨਿਛਾਵਰ ਕੀਤਾ। ਗੁਰੂ ਪਾਤਸ਼ਾਹਾਂ ਨੇ ਆਪਣੇ ਸਰੀਰ ਦੇ ਉੱਤੇ ਤਸੀਹੇ ਝੱਲੇ, ਸ਼ਹਾਦਤਾਂ ਪ੍ਰਾਪਤ ਕੀਤੀਆਂ, ਮੈਦਾਨੇ ਜੰਗ ਦੇ ਅੰਦਰ ਜੂਝੇ, ਆਪਣੇ ਪਰਿਵਾਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਉਸ ਤੋਂ ਬਾਅਦ ਅਨੇਕਾਂ ਹੀ ਅਕੀਦਤਮੰਦ ਜੋ ਸਿੰਘ ਸਨ ਉਹਨਾਂ ਨੇ ਸਮੇਂ-ਸਮੇਂ ਸਿਰ ਇਹਨਾਂ ਦੀ ਆਜ਼ਾਦੀ ਵਾਸਤੇ, ਇਸ ਦੇਸ਼ ਦੀ ਆਜ਼ਾਦੀ ਵਾਸਤੇ, ਇੱਥੇ ਦੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣ ਵਾਸਤੇ, ਇਹਨਾਂ ਦੇ ਧਰਮ ਨੂੰ ਜ਼ਿੰਦਾ ਰੱਖਣ ਵਾਸਤੇ ਆਪਣਾ ਸਭ ਕੁਝ ਦਾਅ ਦੇ ਉੱਤੇ ਲਾਇਆ, ਕੁਰਬਾਨੀਆਂ ਕੀਤੀਆਂ। ਫਿਰ ਇੱਥੇ ਤੱਕ ਕਿ ਆਪਣੇ ਘਰ ਘਾਟ ਛੱਡੇ, ਜਾਨਾਂ ਤੋਂ ਤਿਆਰੇ ਜੋ ਧਾਰਮਿਕ ਸਥਾਨ ਸਨ ਉਹ ਛੱਡੇ, ਆਪਣੀਆਂ ਕੀਮਤੀ ਜ਼ਮੀਨਾਂ ਛੱਡੀਆਂ, ਜਾਨਾਂ ਗਵਾਈਆਂ, ਇੱਜ਼ਤਾਂ ਤੇ ਪੱਤ ਜੋ ਸੀ ਉਹ ਲੁੱਟੀ ਗਈ। ਪਰ ਇਸ ਭਾਰਤ ਵਰਸ਼ ਦੇ ਨਾਲ ਆਪਣੀ ਕਿਸਮਤ ਨੂੰ ਬੰਨ੍ਹਿਆ ਸੀ। ਅੱਜ ਉਸ ਭਾਰਤ ਵਰਸ਼ ਦੇ ਹੁਕਮਰਾਨ ਹਕੂਮਤ ਦੇ ਨਸ਼ੇ ਦੇ ਅੰਦਰ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਵਾਸਤੇ ਉਹਨਾਂ ਪੁਰਾਣੇ ਜਰਵਾਣਿਆਂ ਤੋਂ ਵੀ ਕਈ ਕਦਮ ਅੱਗੇ ਲੰਘੇ ਹਨ। ਫਰਕ ਸਿਰਫ ਇਤਨਾ ਸੀ ਕਿ ਉਹਨਾਂ ਜਰਵਾਣਿਆਂ ਦੇ ਵੇਲੇ ਉਹ ਲੋਕੀ ਵਿਦੇਸ਼ੀ ਸਨ, ਉਹਨਾਂ ਨੂੰ ਇਸ ਗੱਲ ਦਾ ਖਤਰਾ ਸੀ ਕਿ ਸਿੱਖ ਕੌਮ ਜੋ ਹੈ ਉਹ ਸਾਡੇ ਰਾਜ ਭਾਗ ਵਾਸਤੇ ਬਹੁਤ ਵੱਡਾ ਖਤਰਾ ਬਣੇਗੀ। ਇਹ ਦਬੇ ਤੇ ਕੁਚਲੇ ਹੋਏ ਲੋਕਾਂ ਦੀ ਬਾਹ ਪਕੜ ਰਹੀ ਹੈ, ਉਹਨਾਂ ਨੂੰ ਉੱਪਰ ਚੁੱਕਣ ਦਾ ਯਤਨ ਕਰ ਰਹੀ ਹੈ। ਧਾਰਮਿਕ ਇਸ ਕਰਕੇ ਈਰਖਾਵਸ ਸੀ ਕਿ ਮੇਰੇ ਧਰਮ ਦੇ ਪਖੰਡ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਉਸ ਸਮੇਂ ਦੇ ਰਾਜਨੀਤਿਕਾਂ ਦੇ ਨਾਲ ਜੁੜ ਰਿਹਾ ਸੀ। ਰਾਜਨੀਤਿਕ ਆਪਣੇ ਰਾਜ ਭਾਗ ਨੂੰ ਖਤਰਾ ਮਹਿਸੂਸ ਕਰਦੇ ਹੋਏ ਉਸ ਵੇਲੇ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਵਾਸਤੇ ਤੁਲੇ ਹੋਏ ਸਨ। ਪਰ ਇਹ ਕੇਵਲ ਇੱਕ ਸਬਕ ਸਿਖਾਉਣ ਵਾਸਤੇ ਕਿ ਹੁਣ ਭਾਰਤ ਆਜ਼ਾਦ ਹੈ। ਇਸ ਭਾਰਤ ਦੇ ਅੰਦਰ ਤੁਸੀਂ ਜੋ ਹੈ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕਦੇ, ਆਜ਼ਾਦ ਫਿਜ਼ਾ ਦੇ ਅੰਦਰ ਤੁਸੀਂ ਸਾਹ ਜੋ ਹੈ ਨਹੀਂ ਲੈ ਸਕਦੇ। ਅਤੇ ਇਸੇ ਨੀਤੀ ਨੂੰ ਧਾਰਨ ਕਰਕੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਿੱਖ ਜੋ ਨੇ ਉਹ ਆਪਣੀ ਆਜ਼ਾਦ ਹਸਤੀ ਦਾ ਸੁਪਨਾ ਜੋ ਲੈਣਾ ਛੱਡ ਦੇਣ, ਆਪਣੇ ਚਿੱਤ ਚੇਤੇ ਦੇ ਅੰਦਰ ਵੀ ਕਦੀ ਇਸ ਗੱਲ ਨੂੰ ਨਾ ਆਉਣ ਦੇਣ ਕਿ ਕਦੀ ਇਹ ਬਾਦਸ਼ਾਹ ਸਨ, ਇਹ ਰਾਜੇ ਸਨ। ਜਿਵੇਂ ਹੁਣੇ ਵੀਰ ਹਰਜੀਤ ਸਿੰਘ ਜੀ ਦੱਸ ਰਹੇ ਸਨ ਕਿ ਇਹ ਕੇਵਲ ਇੱਕ ਹਮਲਾ ਨਹੀਂ ਸੀ, ਇਹ ਕੇਵਲ ਕਿਸੇ ਇੱਕ ਪਵਿੱਤਰ ਸਥਾਨ ਦੇ ਅੰਦਰ ਇੱਕ ਛੋਟੀ ਜਿਹੀ ਫੌਜੀ ਕਾਰਵਾਈ ਨਹੀਂ ਸੀ, ਇਹ ਕੇਵਲ ਉਹਨਾਂ ਦੇ ਨਜ਼ਰੀਏ ਦੇ ਅੰਦਰ ਕਿਸੇ ਇਮਾਰਤ ਨੂੰ ਢਾਉਣ ਦੀ ਗੱਲ ਨਹੀਂ ਸੀ, ਜਾਂ ਕਿਸੇ ਨੂੰ ਜੋ ਸੀ ਕੇਵਲ ਕੁਝ ਸ਼ਰੀਰਾਂ ਨੂੰ ਖਤਮ ਕਰਨ ਦੀ ਇੱਕ ਜੰਗ ਨਹੀਂ ਸੀ। ਸਗੋਂ ਜੇ ਕਦੇ ਇਸ ਨੂੰ ਬ੍ਰਾਡਰ ਕਨਸੈਪਟ ਦੇ ਵਿੱਚ ਦੇਖਿਆ ਜਾਵੇ, ਦੂਰ ਅੰਦੇਸ਼ੀ ਦੇ ਨਾਲ ਦੇਖਿਆ ਜਾਵੇ, ਇਹ ਸਿੱਖਾਂ ਦੀ ਰਾਜਨੀਤਿਕ ਹਸਤੀ ਦੇ ਉੱਤੇ ਬਹੁਤ ਵੱਡਾ ਪ੍ਰਹਾਰ ਸੀ। ਇਹ ਸਿੱਖਾਂ ਦੇ ਸਾਹਿਤਕ ਅਤੇ ਸੱਭਿਆਚਾਰਕ ਤੌਰ ਦੇ ਉੱਤੇ ਇਹਨਾਂ ਦਾ ਸਾਹਿਤ ਤੇ ਸੱਭਿਆਚਾਰ ਜੋ ਸੀ ਉਹਨੂੰ ਮਲੀਆਮੇਟ ਕਰਨ ਦਾ ਯਤਨ ਸੀ। ਇਹਨਾਂ ਨੂੰ ਆਰਥਿਕ ਪੱਖੋਂ ਪਛਾੜਨ ਦਾ ਇੱਕ ਯਤਨ ਸੀ, ਇਹਨਾਂ ਨੂੰ ਡਰਾਉਣ ਦਾ ਇੱਕ ਯਤਨ ਸੀ, ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਕਦੀ ਸਿਰ ਵੀ ਨਾ ਚੁੱਕ ਸਕਣ। ਗੁਰੂ ਪਿਆਰ ਵਾਲਿਓ, ਇਹ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ। ਪਿਛਲੀ ਸਾਲ ਜੋ 2 ਲੈਕਚਰ ਮੈਨੂੰ ਜ਼ਿੰਮੇਵਾਰੀ ਲੱਗੀ ਸੀ ਮੈਂ ਇਸ ਵਿਸ਼ੇ ਦੇ ਉੱਤੇ ਕੀਤੇ ਸਨ, ਉਹਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਕੋਈ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ। ਕਿਸੇ ਵਿਦਵਾਨ ਨੇ ਬੜਾ ਸੁੰਦਰ ਕਰਕੇ ਲਿਖਿਆ ਹੈ, ਬਰਸੋਂ ਕਰਤੇ ਹੈ ਜ਼ਮਾਨਾ ਸਾਜ਼ਿਸ਼, ਹਾਦਸਾ ਇੱਕਦਮ ਨਹੀਂ ਹੋਤਾ। ਸਦੀਆਂ ਲੱਗਦੀਆਂ ਨੇ ਸਾਜ਼ਿਸ਼ਾਂ ਦੇ ਅੰਦਰ ਤੇ ਫਿਰ ਇਹ ਹਾਦਸਾ ਇੱਕਦਮ ਨਹੀਂ ਹੋ ਜਾਂਦਾ। ਗੁਰੂ ਪਿਆਰ ਵਾਲਿਓ, ਜੱਸੂ ਤੇ ਲੱਖੂ ਦੀ ਨਸਲ, ਗੰਗੂ ਦੀ ਨਸਲ, ਸੁੱਚਾਨੰਦ ਦੀ ਨਸਲ, ਉਹਨਾਂ ਦੀ ਸੋਚ, ਵਜ਼ੀਰ ਖਾਨ ਤੇ ਔਰੰਗੇ ਦੀ ਸੋਚ, ਮੀਰ ਮੀਆਂ ਮੰਨੂ ਦੀ ਜੋ ਮੀਰ ਮੰਨੂ ਦੀ ਸੋਚ, ਇਹ ਸੋਚਾਂ ਸਾਰੀਆਂ ਚਿਰਾਂ ਤੋਂ ਸਾਜ਼ਿਸ਼ ਕਰ ਰਹੀਆਂ ਸਨ ਕਿ ਇਸ ਸਿੱਖ ਕੌਮ ਦਾ ਖੁਰਾ ਖੋਜ ਅਸੀਂ ਮਿਟਾਉਣਾ। ਅਤੇ ਜਦੋਂ ਅਸੀਂ ਇਤਿਹਾਸ ਵੱਲ ਝਾਤ ਮਾਰਦੇ ਹਾਂ, 1984 ਦੇ ਅੰਦਰ ਜੋ ਜ਼ੁਲਮ ਹੋਇਆ, ਇਹਦੇ ਵਾਸਤੇ ਵੀ ਇੱਕ ਲੰਬੀ ਜੋ ਸੀ ਵਿਉਂਤਬੰਦੀ ਚਲੀ ਹੈ। ਮੈਂ ਉਸ ਪਾਸੇ ਨਾ ਜਾਵਾਂ ਕਿਉਂਕਿ ਆਪ ਜੀ ਸਾਰੇ ਅੱਜ ਮੀਡੀਆ ਦੇ ਯੁੱਗ ਦੇ ਅੰਦਰ
ਇਸ ਚੀਜ਼ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਹੋ ਅਤੇ ਅੱਜ ਸਾਡੇ ਕੋਲ ਬਹੁਤ ਵੱਡਾ ਇਤਿਹਾਸ ਜੋ ਹੈ ਲਿਖਤੀ ਤੌਰ ਦੇ ਉੱਤੇ ਜਾਂ ਚਸ਼ਮਦੀਦ ਗਵਾਹਾਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਬੋਲਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਉਹ ਲੋਕੀ ਜੋ ਉਸ ਵੇਲੇ ਸਰਕਾਰ ਦਾ ਹਿੱਸਾ ਸਨ, ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਸਾਥੀ ਸਨ ਜਾਂ ਫਿਰ ਸਰਕਾਰੀ ਉੱਚ ਅਹੁਦਿਆਂ ਤੇ ਬੈਠੇ ਹੋਏ ਸਨ, ਜੋ ਇਸ ਆਪਰੇਸ਼ਨ ਦਾ ਆਪ ਵੀ ਹਿੱਸਾ ਰਹੇ ਹਨ, ਉਹਨਾਂ ਨੇ ਵੀ ਸੱਚਾਈ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ, ਲਿਖਤਾਂ ਲਿਖ ਕੇ ਦੱਸਣ ਦਾ ਯਤਨ ਕੀਤਾ ਕਿ ਇਹਦੇ ਪਿੱਛੇ ਕਾਰਨ ਕੀ ਸਨ। ਕਾਰਨ ਕੇਵਲ ਇੱਕ ਸੰਤ ਜਰਨੈਲ ਸਿੰਘ ਜੀ ਨਹੀਂ ਸਨ ਜਾਂ ਉਹਨਾਂ ਦੇ ਕੁਝ ਸਾਥੀ ਨਹੀਂ ਸਨ। ਜੇਕਰ ਇਹ ਕਾਰਨ ਕੇਵਲ ਸੰਤ ਜਰਨੈਲ ਸਿੰਘ ਜੀ ਹੁੰਦੇ ਤਾਂ ਫਿਰ ਜੋ ਪੰਜਾਬ ਦੇ ਬਾਕੀ ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਗਿਆ, ਉੱਥੇ ਜੋ ਨਿਹੱਥੇ ਤੇ ਬੇਦੋਸ਼ ਸਿੰਘਾਂ ਨੂੰ ਮਾਰਿਆ ਗਿਆ, ਉਹ ਇਹ ਕਾਰਨ ਨਹੀਂ ਸੀ। ਕਾਰਨ ਕੁਝ ਹੋਰ ਸਨ। ਗੁਰੂ ਪਿਆਰ ਵਾਲਿਓ, ਮੈਂ ਜ਼ਿਆਦਾ ਲੰਬੀ ਵਿਸਥਾਰ ਵਿੱਚ ਨਾ ਜਾਵਾਂ, ਕੇਵਲ ਇੰਨੀ ਕੋ ਪੰਛੀ ਝਾਤ ਇਤਿਹਾਸ ਦੇ ਉੱਤੇ ਮਾਰੀਏ ਕਿ ਜਦੋਂ ਭਾਰਤ ਵਰਸ਼ ਆਜ਼ਾਦ ਹੁੰਦਾ ਹੈ, ਭਾਰਤ ਵਰਸ਼ ਦੀ ਆਜ਼ਾਦੀ ਤੋਂ ਬਾਅਦ ਕੇਵਲ 47 ਦਿਨ ਦੇ ਬਾਅਦ 37 ਜਾਂ 47 ਦਿਨ ਦੇ ਬਾਅਦ ਪਹਿਲੀ ਮੁਲਾਕਾਤ ਮਾਸਟਰ ਤਾਰਾ ਸਿੰਘ ਦੀ ਨਹਿਰੂ ਦੇ ਨਾਲ ਹੁੰਦੀ ਹੈ। ਉਹ ਨਹਿਰੂ ਜਿਸ ਨੇ ਬੜੇ ਬੜੇ ਵਾਅਦੇ ਕੀਤੇ ਅਤੇ ਖਾਸ ਕਰਕੇ ਭਾਰਤ ਵਰਸ਼ ਦੇ ਜਿੰਨੇ ਉਸ ਵੇਲੇ ਦੇ ਰਹਿਬਰ ਤੇ ਆਗੂ ਸਨ, ਜੋ ਅੰਗਰੇਜ਼ਾਂ ਦੇ ਨਾਲ ਆਜ਼ਾਦੀ ਦੀ ਲੜਾਈ ਦੇ ਉਸ ਘੋਲ ਦੇ ਅੰਦਰ ਜਿਨ੍ਹਾਂ ਨੂੰ ਪ੍ਰਮੁੱਖ ਆਗੂਆਂ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ, ਉਹਨਾਂ ਨੇ ਸਿੱਖ ਕੌਮ ਦੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਅਤੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਸਨ ਕਿ ਮੁਗਲਾਂ ਦੇ ਰਾਜ ਦੀ ਜੜ ਨੂੰ ਪੁੱਟਣ ਵਾਲੇ ਕੇਵਲ ਤੇ ਕੇਵਲ ਗੁਰੂ ਕੇ ਸਿੰਘ ਹਨ। ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਸਨ ਕਿ ਸਭ ਤੋਂ ਆਖਰ ਦੇ ਵਿੱਚ ਪੰਜਾਬ ਦੇ ਉੱਤੇ ਅੰਗਰੇਜ਼ ਕਾਬਜ਼ ਹੋਇਆ। ਪੂਰਾ ਭਾਰਤ ਵਰਸ਼ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਪਹਿਲਾਂ ਤੋਂ ਸੀ। ਸਭ ਤੋਂ ਆਖਰ ਦੇ ਵਿੱਚ ਜੋ ਸੀ ਅੰਗਰੇਜ਼, ਉਹ ਪੰਜਾਬ ਦੇ ਉੱਤੇ ਕਾਬਜ਼ ਹੁੰਦਾ ਜਦੋਂ ਖਾਲਸਾ ਦਰਬਾਰ ਨੂੰ ਉਹਨਾਂ ਨੇ ਆਪਣਾ ਕਬਜ਼ਾ ਕੀਤਾ, ਆਪਣੇ ਅਧੀਨ ਕੀਤਾ, ਡੋਗਰਿਆਂ ਦੀ ਮਿਹਰਬਾਨੀ ਤੇ ਸਾਜ਼ਿਸ਼ ਦੇ ਨਾਲ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਸਨ ਕਿ ਭਾਰਤ ਵਰਸ਼ ਦੀ ਆਜ਼ਾਦੀ ਕੇਵਲ ਤੇ ਕੇਵਲ ਸਿੱਖ ਜੋ ਨੇ ਜੁਝਾਰੂ, ਜੋ ਸਿੱਖ ਕੌਮ ਹੈ, ਜਿਨ੍ਹਾਂ ਦੇ ਕੋਲ ਸ਼ਾਂਤੀ ਤੇ ਤਾਕਤ ਦਾ ਸਿਧਾਂਤ ਹੈ, ਇਹੋ ਸਾਨੂੰ ਦਵਾ ਸਕਦੇ ਨੇ। ਇਸ ਕਰਕੇ ਉਹ ਸਿੱਖਾਂ ਦੇ ਭਾਵੇਂ ਗੁਰੂ ਘਰਾਂ ਦੀ ਆਜ਼ਾਦੀ ਦੀ ਮੁਹਿੰਮ ਸੀ ਜਾਂ ਕੋਈ ਵੀ ਸਮਾਂ ਸੀ, ਹਰ ਹਾਦਸੇ ਤੋਂ ਬਾਅਦ ਉਹ ਸਿੱਖਾਂ ਨੂੰ ਇੱਕੋ ਗੱਲ ਕਿਹਾ ਕਰਦੇ ਸਨ ਕਿ ਤੁਸੀਂ ਭਾਰਤ ਵਰਸ਼ ਦੀ ਆਜ਼ਾਦੀ ਕਰਾਉਣੀ ਹੈ। ਜੇਕਰ ਅਸੀਂ ਗੁਰਦੁਆਰਿਆਂ ਦੀ ਆਜ਼ਾਦੀ ਹੋਈ, ਗੁਰਦੁਆਰਿਆਂ ਦੀਆਂ ਚਾਬੀਆਂ ਸਿੱਖਾਂ ਦੇ ਹੱਥ ਆਈਆਂ, ਤਾਂ ਉਹਨਾਂ ਦੇ ਦਾਅਵੇ ਸਨ ਕਿ ਤੁਸੀਂ ਗੁਰਦੁਆਰੇ ਆਜ਼ਾਦ ਕਰਾ ਲੈਣੇ, ਹੁਣ ਤੁਸੀਂ ਭਾਰਤ ਵਰਸ਼ ਵੀ ਆਜ਼ਾਦ ਕਰਾਓਗੇ। ਅਤੇ ਇੱਥੇ ਤੱਕ ਸੀ ਕਿ ਪੰਡਿਤ ਮਦਨ ਮੋਹਨ ਮਾਲਵੀਆ ਵਰਗੇ ਇਹ ਗੱਲ ਕਹਿੰਦੇ ਸਨ ਕਿ ਜੇਕਰ ਭਾਰਤ ਵਰਸ਼ ਆਜ਼ਾਦ ਕਰਾਉਣਾ ਹੈ, ਫਿਰ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਹੱਲ ਹੈ ਕਿ ਹਰ ਹਿੰਦੂ ਘਰ ਦੇ ਵਿੱਚੋਂ ਇੱਕ ਇੱਕ ਬੱਚੇ ਨੂੰ ਸਿੱਖ ਬਣਾਇਆ ਜਾਵੇ, ਤਾਂ ਹੀ ਜਾ ਕੇ ਭਾਰਤ ਵਰਸ਼ ਆਜ਼ਾਦ ਹੋ ਸਕਦਾ। ਇਸ ਗੱਲ ਨੂੰ ਉਹ ਭਲੀ ਭਾਂਤ ਸਮਝਦੇ ਸਨ। ਸਿੱਖਾਂ ਦੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਗਏ। ਉੱਤਰੀ ਭਾਰਤ ਦੇ ਅੰਦਰ ਤੁਹਾਨੂੰ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਸਮਾਂ ਆਇਆ, ਭਾਰਤ ਵਰਸ਼ ਆਜ਼ਾਦ ਹੋ ਗਿਆ। ਜਦੋਂ ਭਾਰਤ ਵਰਸ਼ ਆਜ਼ਾਦ ਹੁੰਦਾ ਹੈ, ਕੇਵਲ 37 ਜਾਂ 47 ਦਿਨਾਂ ਦੀ ਗੱਲ ਹੈ, ਤਾਰਾ ਸਿੰਘ ਜੀ ਜਿਨ੍ਹਾਂ ਨੇ ਭਾਰਤ ਵਰਸ਼ ਦੇ ਨਾਲ ਸਿੱਖ ਕੌਮ ਦੀ ਕਿਸਮਤ ਨੂੰ ਬੱਧਾ, ਉਹ ਜਦੋਂ ਨਹਿਰੂ ਨੂੰ ਮਿਲਦੇ ਨੇ, ਨਹਿਰੂ ਨੂੰ ਚੇਤੇ ਕਰਵਾਇਆ ਗਿਆ ਕਿ ਤੁਸੀਂ ਜੋ ਸਾਡੇ ਨਾਲ ਵਾਅਦੇ ਕੀਤੇ ਨੇ, ਉਸ ਦੇ ਵਾਸਤੇ ਰੋਡ ਮੈਪ ਤਿਆਰ ਕੀਤਾ ਜਾਵੇ। ਅੱਗੋਂ ਨਹਿਰੂ ਦਾ ਜਵਾਬ ਸੀ ਕਿ ਮਾਸਟਰ ਜੀ, ਸਮਾਂ ਬਦਲ ਚੁੱਕਿਆ ਹੈ, ਬਦਲੇ ਹੋਏ ਹਾਲਾਤਾਂ ਦੇ ਅੰਦਰ ਤੁਹਾਨੂੰ ਜੀਣਾ ਸਿੱਖਣਾ ਪਵੇਗਾ। ਕੌਮ ਦੀਆਂ ਗੱਲਾਂ ਛੱਡੋ, ਜੇ ਕਦੇ ਕੁਝ ਆਪਣੇ ਵਾਸਤੇ ਮੰਗਦੇ ਹੋ, ਜ਼ਰੂਰ ਤੁਹਾਨੂੰ ਲੱਭੇਗਾ। ਹਾਲਾਤ ਇੱਥੋਂ ਤੱਕ ਸਨ, ਸਰਕੂਲਰ ਲਾਗੂ ਕਰ ਦਿੱਤੇ ਗਏ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦੇ ਉੱਤੇ ਕਰੜੀ ਨਜ਼ਰ ਰੱਖੀ ਜਾਵੇ। ਕਿਹੜੀ ਕੌਮ? ਜਿਸ ਕੌਮ ਨੇ ਕੇਵਲ ਕੁਝ ਦਿਨ ਪਹਿਲਾਂ ਤੱਕ ਆਪਣੇ ਘਰ ਘਾਟ ਜੋ ਸਨ ਉਹ ਛੱਡੇ, ਉਜਾੜਾ ਹੋਇਆ ਜਾਇਦਾਦਾਂ ਦਾ, ਕੀਮਤੀ ਜਾਨਾਂ ਗਈਆਂ, ਇੱਜ਼ਤਾਂ ਲੁੱਟੀਆਂ ਗਈਆਂ, ਅਤੇ ਉਹ ਕੌਮ ਜਿਸ ਨੇ ਆਜ਼ਾਦੀ ਦੇ ਅੰਦਰ 93% ਕੁਰਬਾਨੀਆਂ ਕੀਤੀਆਂ ਸਨ, ਜਿਨ੍ਹਾਂ ਦੀ ਆਪਣੀ ਗਿਣਤੀ ਕੇਵਲ 2% ਸੀ। 93% ਭਾਰਤ ਦੀ ਆਜ਼ਾਦੀ ਦੇ ਅੰਦਰ ਕੁਰਬਾਨੀਆਂ ਕਰਨ ਵਾਲੀ ਜੋ ਕੌਮ ਸੀ, ਜਿਸ ਨੂੰ ਇਹ ਗੱਲ ਕਹੀ ਗਈ ਸੀ ਕਿ नुसरत रकाब तुम उठाओ जिधर कदम, तुमको मिलेगा फतेह का तमगा अकालियो, स्वराज का जो राज होगा अपने देश में तो होगा तुम्हारे हाथ में झंडा अकालियो। ਉਹਨਾਂ ਨੂੰ ਅੱਜ ਜਰਾਇਮ ਪੇਸ਼ਾ ਕੌਮ ਦਾ ਜੋ ਸੀ ਖਿਤਾਬ ਦੇ ਦਿੱਤਾ ਗਿਆ। ਪਹਿਲੀ ਗ੍ਰਿਫਤਾਰੀ ਕੇਵਲ 1 ਸਾਲ ਦੇ ਅੰਦਰ ਹੀ ਮਾਸਟਰ ਤਾਰਾ ਸਿੰਘ ਜੀ ਦੀ ਹਰਿਆਣਾ ਦੇ ਰੇਲਵੇ ਸਟੇਸ਼ਨ ਤੋਂ ਕਰ ਲਈ ਗਈ।
ਹੁਣ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋ ਗਿਆ। ਇਹ ਪਤਾ ਚੱਲ ਗਿਆ ਕਿ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ ਗਏ ਹਾਂ ਅਤੇ ਉਸ ਵੇਲੇ ਜੋ ਜਿਨ੍ਹਾਂ ਦੇ ਅਲਫਾਜ਼ ਜਾਂ ਡਾਕਟਰ ਅੰਬੇਦਕਰ ਦੀ ਗੱਲ ਜੋ ਡਾਕਟਰ ਅੰਬੇਦਕਰ ਨੇ ਕਹੀ ਸੀ ਜਾਂ ਜੋ ਜਿਨ੍ਹਾਂ ਨੇ ਕਹੀ ਸੀ, ਯੂ ਹੈਵ ਸੀਨ ਦਾ ਹਿੰਦੂਜ਼ ਐਜ਼ ਯੂਰ ਕੋ-ਸਲੇਵਸ, ਕਿ ਸਿੱਖੋ ਗਲਤੀ ਨਾ ਕਰੋ, ਤੁਸੀਂ ਇਹਨਾਂ ਨੂੰ ਆਪਣੇ ਨਾਲ ਗੁਲਾਮ ਦੇਖਿਆ ਹੈ, ਤੁਸੀਂ ਇਹਨਾਂ ਨੂੰ ਜਦੋਂ ਆਜ਼ਾਦ ਵੇਖੋਗੇ ਇਹਨਾਂ ਦਾ ਰੂਪ ਕੁਝ ਹੋਰ ਹੀ ਹੋਵੇਗਾ। ਪਰ ਉਸ ਵੇਲੇ ਕਿਸੇ ਵੀ ਕਾਰਨਵਸ਼ ਹੋਈਆਂ ਗਲਤੀਆਂ ਜੋ ਸਨ ਉਸ ਦਾ ਅਹਿਸਾਸ ਸਿੱਖ ਕੌਮ ਨੂੰ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਪਹਿਲਾ ਜੋ ਹਮਲਾ ਸੀ ਦਰਬਾਰ ਸਾਹਿਬ ਦੇ ਉੱਤੇ ਆਜ਼ਾਦੀ ਦੇ ਕੇਵਲ 3 ਸਾਲ ਦੇ ਬਾਅਦ ਜੁਲਾਈ 1950 ਦੇ ਵਿੱਚ ਕਰ ਦਿੱਤਾ ਗਿਆ। ਗੁਰੂ ਪਿਆਰ ਵਾਲਿਓ, ਉਸ ਵੇਲੇ ਜੋ ਪੰਜਾਬ ਪੁਲਿਸ ਨਾਲ ਜੋ ਨੀਮ ਫੌਜੀ ਦਸਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਕੁਝ ਸਿੰਘ ਵੀ ਸ਼ਹੀਦ ਹੋਏ। ਉੱਥੇ ਦੇ ਜੋ ਸਾਡੇ ਪਤਵੰਤੇ ਸੱਜਣ ਸਨ, ਹੈਡ ਗ੍ਰੰਥੀ ਦਰਬਾਰ ਸਾਹਿਬ, ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜੋ ਦਰਬਾਰ ਸਾਹਿਬ ਦੇ ਕੋਲ ਆਪਣੇ ਰਵਾਇਤੀ ਲਾਇਸੈਂਸੀ ਹਥਿਆਰ ਸਨ ਉਹ ਵੀ ਲੈ ਲਏ। ਸਮਾਂ ਚੱਲਦਾ ਗਿਆ। ਮੈਂ ਬੇਨਤੀ ਕਰਦਿਆਂ ਪੰਜਾਬੀ ਸੂਬੇ ਦੀ ਜਦੋਂ ਜਦ ਸ਼ੁਰੂ ਹੋ ਗਈ, ਉਸ ਸੂਬੇ ਦੇ ਅੰਦਰ ਸਿੰਘਾਂ ਨੇ ਕੇਵਲ ਇੱਕ ਮੰਗ ਸੀ ਕਿ ਜੋ ਸਾਡੀ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਬਣਾਇਆ ਜਾਵੇ। ਪੂਰੇ ਭਾਰਤ ਵਰਸ਼ ਵਿੱਚ ਬਣ ਗਏ ਸਨ, ਲੇਕਿਨ ਉਸ ਨੂੰ ਮੰਨਿਆ ਨਹੀਂ ਗਿਆ। ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਦੇ ਉੱਤੇ ਜੋ ਸੀ ਬੈਨ ਲਾ ਦਿੱਤਾ ਗਿਆ ਤੇ ਲਗਭਗ 43 ਸਿੰਘ ਜੋ ਸਨ ਉਸ ਜਦੋਜਹਿਦ ਦੇ ਅੰਦਰ ਸ਼ਹੀਦ ਕਰ ਦਿੱਤੇ ਗਏ। 36 ਸਿੰਘ ਪੰਜਾਬ ਦੇ ਸਨ, 7 ਸਿੰਘ ਜੋ ਸਨ ਉਹ ਪੰਜਾਬ ਤੋਂ ਬਾਹਰ ਸਨ। 60,000 ਦੇ ਲਗਭਗ ਜੋ ਸਨ ਗ੍ਰਿਫਤਾਰੀਆਂ ਹੋਈਆਂ। ਗੁਰੂ ਪਿਆਰ ਵਾਲਿਓ, ਇੱਕ ਸੂਬੇ ਦਾ ਨਾਂ ਰਖਾਉਣ ਵਾਸਤੇ ਇਤਨੀ ਵੱਡੀ ਕੁਰਬਾਨੀ ਜੋ ਸੀ ਇਸ ਆਜ਼ਾਦ ਭਾਰਤ ਦੇ ਅੰਦਰ ਜੋ ਸੀ ਸਿੱਖਾਂ ਨੂੰ ਕਰਨੀ ਪਈ। ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਐਮਰਜੈਂਸੀ ਲੱਗ ਗਈ, ਐਮਰਜੈਂਸੀ ਦੇ ਅੰਦਰ ਜਿੰਨੇ ਆਪੋਜੀਸ਼ਨ ਦੇ ਆਗੂ ਸਨ, ਲੀਡਰ ਸਨ, ਉਹ ਸਾਰੇ ਇੰਦਰਾ ਗਾਂਧੀ ਨੇ ਪਕੜ ਕੇ ਬੰਦ ਕਰ ਲਏ। ਕਿਸੇ ਸਿੱਖ ਆਗੂ ਨਾਲ ਛੇੜਿਆ ਤੱਕ ਨਹੀਂ ਗਿਆ। ਪਰ ਮਨੁੱਖਤਾ ਦੇ ਭਲੇ ਦੇ ਵਾਸਤੇ ਜੋ ਸਿੱਖ ਆਗੂ ਸਨ ਉਹਨਾਂ ਨੇ ਇਸ ਗੱਲ ਨੂੰ ਆਪਣਾ ਫਰਜ਼ ਮਹਿਸੂਸ ਕਰਦੇ ਹੋਏ ਐਮਰਜੈਂਸੀ ਦੇ ਵਿਰੁੱਧ ਬਿਗਲ ਜੋ ਸੀ ਉਹ ਵਜਾ ਦਿੱਤਾ। ਇਹ ਗੱਲ ਵੀ ਜੋ ਸੀ ਉਸ ਸਮੇਂ ਦੇ ਹਾਕਮ ਜੋ ਸੀ ਉਹਦੇ ਤੋਂ ਬਰਦਾਸ਼ਤ ਨਹੀਂ ਹੋਇਆ। ਉਹਦੀ ਆਪਣੀ ਸਾਖ ਜੋ ਸੀ ਕਮਜ਼ੋਰ ਪੈ ਚੁੱਕੀ ਸੀ ਅਤੇ 1977 ਦੇ ਅੰਦਰ ਉਹ ਜੋ ਸੀ ਚੁਣਾਵ ਵੀ ਹਾਰ ਚੁੱਕੀ ਸੀ। ਹੁਣ ਉਹਦੇ ਕੋਲ ਪੱਤਾ ਕੋਈ ਨਹੀਂ ਸੀ ਕਿ ਜਿਸ ਪੱਤੇ ਨੂੰ ਖੇਡ ਕੇ ਉਹ ਆਪਣੇ ਨਾਲ ਰਵਾਇਤੀ ਤੌਰ ਦੇ ਉੱਤੇ ਮੈਜੋਰਟੀ ਜੋ ਉਹਦਾ ਵੋਟ ਸੀ ਉਹਨਾਂ ਨੂੰ ਇਕੱਠਿਆਂ ਕਰ ਲਵੇ। ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਉਸਨੇ ਜੋ ਮਾਈਨੋਰਿਟੀ ਕਮਿਊਨਿਟੀ ਸਨ ਉਹਨਾਂ ਦੇ ਅੰਦਰ ਪਾਟੋ ਧਾਰ, ਉਹਨਾਂ ਦੇ ਅੰਦਰ ਵੰਡ ਪਾਉਣੀ ਸ਼ੁਰੂ ਕੀਤੀ ਅਤੇ ਉਹਨਾਂ ਦੇ ਉੱਤੇ ਇਹੋ ਜਿਹੇ ਜੋ ਸਨ ਇਲਜ਼ਾਮ ਲਾਉਣੇ ਸ਼ੁਰੂ ਕੀਤੇ, ਇਹੋ ਜਿਹੀਆਂ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹਨਾਂ ਨੂੰ ਸਾਬਤ ਕੀਤਾ ਜਾ ਸਕੇ ਕਿ ਇਹ ਦੇਸ਼ ਧਰੋਹੀ ਨੇ। ਅਤੇ ਉਹਦੇ ਵਿੱਚ ਸਿੱਖਾਂ ਦੇ ਅੰਦਰ ਵੀ ਫਿਰਕੇ ਜੋ ਸਨ ਖੜੇ ਕਰਨੇ ਸ਼ੁਰੂ ਕੀਤੇ ਅਤੇ ਇੱਕ ਫਿਰਕੇ ਜਿਹੜਾ ਵੀ ਛੋਟਾ ਫਿਰਕਾ ਖੜਾ ਕੀਤਾ ਜਾਂਦਾ ਸੀ ਉਸ ਨੂੰ ਸ਼ਹਿ ਦੇ ਕੇ ਮਜ਼ਬੂਤ ਕਰਨ ਦਾ ਯਤਨ ਕੀਤਾ ਜਾਂਦਾ ਕਿ ਇੱਕ ਵੱਡੀ ਧਿਰ ਜੋ ਹੈ ਉਹ ਸਿੱਖਾਂ ਦੇ ਵਿੱਚ ਬਣ ਜਾਵੇ। ਤੇ ਜਿਹਦਾ ਸਿੱਟਾ ਇਹ ਨਿਕਲਿਆ ਸੀ ਕਿ 13 ਅਪ੍ਰੈਲ 1978 ਨੂੰ ਜੋ ਨਿਰੰਕਾਰੀ ਸਨ, ਜਿਨ੍ਹਾਂ ਨੂੰ ਪੂਰਨ ਤੌਰ ਦੇ ਉੱਤੇ ਸਰਕਾਰੀ ਸ਼ਹਿ ਸੀ, ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਨੇ ਜਦੋਂ ਇੱਕ ਸਮਾਗਮ ਕਰਨਾ ਚਾਹਿਆ, ਉਹਨਾਂ ਗੁਰੂ ਨਿੰਦਕਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ, ਜਿਹਦੇ ਵਿੱਚ ਦਮਦਮੀ ਟਕਸਾਲ ਦੇ ਸਿੰਘ ਸਨ, ਜਿਹਦੇ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ। ਸ਼ਾਂਤਮਈ ਸਿੰਘਾਂ ਦੇ ਉੱਤੇ ਗੋਲੀ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਤੇ ਉਹਦੇ ਉੱਤੇ ਬਦਕਿਸਮਤੀ ਇਹ ਸੀ ਕਿ ਕਾਤਲਾਂ ਨੂੰ ਆਪਣੀ ਸਰਕਾਰ ਹੁੰਦਿਆਂ ਜਹਾਜ਼ ਦੇ ਰਾਹੀਂ ਸਿੱਖਾਂ ਦੀ ਸਰਕਾਰ, ਸਿੱਖਾਂ ਦੀ ਜੋ ਧਾਰਮਿਕ ਜਥੇਬੰਦੀ ਕਹਾਉਣ ਵਾਲੀ ਅਕਾਲੀ ਦਲ ਉਹਨਾਂ ਦੀ ਸਰਕਾਰ ਹੁੰਦਿਆਂ ਉਹਨਾਂ ਕਾਤਲਾਂ ਨੂੰ ਜੋ ਸੀ ਜਹਾਜ਼ ਦੇ ਰਾਹੀਂ ਉਸ ਪੰਜਾਬ ਚੋਂ ਬਾਹਰ ਕੱਢ ਕੇ ਦਿੱਲੀ ਪਹੁੰਚਾ ਦਿੱਤਾ ਗਿਆ। ਗੁਰੂ ਪਿਆਰ ਵਾਲਿਓ, ਕੁਦਰਤੀ ਤੌਰ ਦੇ ਉੱਤੇ ਰੋਸ ਵਿੱਚ ਵਾਧਾ ਸੀ। ਸਿੰਘਾਂ ਨੇ ਚੂੰਕਾਰ ਅਜ਼ ਹਮਾ ਹੀਲਤੇ ਦਰਗੁਜਸ਼ ਹਲਾਲ ਅਸਤ ਬੁਰਦਰ ਬਾ ਸ਼ਮਸ਼ੀਰ ਦਸ, ਇਸ ਸਿਧਾਂਤ ਨੂੰ ਸਾਹਮਣੇ ਰੱਖ ਕੇ ਕੋਈ ਥਾਂ ਦੇ ਉੱਤੇ ਜਿਹੜੇ ਲੋਕੀ ਇਸ ਕਾਰੇ ਦੇ ਵਾਸਤੇ ਜ਼ਿੰਮੇਵਾਰ ਸਨ ਉਹਨਾਂ ਨੂੰ ਸੋਧਣਾ ਸ਼ੁਰੂ ਕੀਤਾ ਤੇ ਇਸ ਚੀਜ਼ ਨੂੰ ਇੱਕਦਮ ਦੇਸ਼ ਦੇ ਵਿਰੁੱਧ ਇਹਨਾਂ ਨੂੰ ਆਤੰਕਵਾਦੀ ਦਾ ਲੈਬਲ ਜੋ ਲਾਣਾ ਸ਼ੁਰੂ ਕਰ ਦਿੱਤਾ। ਝੂਠੇ ਪੁਲਿਸ ਮੁਕਾਬਲਿਆਂ 'ਚ ਸਿੰਘਾਂ ਨੂੰ ਜੋ ਸੀ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਸਿੱਟੇ ਦੇ ਵਜੋਂ ਜੋ ਸਨ ਉਹ ਦਿੱਲੀ ਦੇ ਅੰਦਰ ਸਿੰਘਾਂ ਦੀ ਸ਼ਹਾਦਤ, ਕਿਤੇ ਕਾਨਪੁਰ ਦੇ ਅੰਦਰ ਸਿੰਘਾਂ ਦੀ ਸ਼ਹਾਦਤ, ਇਸੇ ਤਰੀਕੇ ਦੇ ਨਾਲ ਥਾਂ ਦੇ ਉੱਤੇ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ, ਲਗਭਗ 24 ਜੋ ਸਿੰਘ ਸਨ ਉਦੋਂ ਸ਼ਹੀਦ ਕਰ ਦਿੱਤੇ ਗਏ। ਫਿਰ 12 ਅਗਸਤ 1983 ਤੱਕ 12 ਸਿੰਘ ਜੋ ਸਨ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ। 39 ਸਿੰਘ ਜੋ ਸਨ ਜੇਲ੍ਹਾਂ 'ਚ ਸ਼ਹੀਦ ਕਰ ਦਿੱਤੇ, ਕਿਉਂਕਿ ਉਸ ਵੇਲੇ ਅਕਾਲੀ ਦਲ ਜੋ ਸੀ ਸੰਤ ਜਰਨੈਲ ਸਿੰਘ ਜੀ ਦੇ ਨਾਲ ਮਿਲ ਕੇ ਜੋ ਸੀ ਉਹ ਇੱਕ ਮੋਰਚਾ ਲਾ ਚੁੱਕਿਆ ਸੀ, ਜਿਸ ਨੂੰ ਅਸੀਂ ਧਰਮ ਯੁੱਧ ਮੋਰਚਾ ਕਹਿੰਦੇ। ਮੋਰਚਾ ਪੂਰਨ ਤੌਰ ਦੇ ਉੱਤੇ ਸ਼ਾਂਤਮਈ ਸੀ। ਜੇਲ੍ਹਾਂ ਦੇ ਅੰਦਰ ਸਿੰਘ ਜਾ ਰਹੇ ਸਨ, ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਸਨ, ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਜਾ ਰਿਹਾ। ਪਰ ਸਰਕਾਰ ਜੋ ਸੀ ਅੰਦਰ ਖਾਤੇ ਏਜੰਸੀਜ਼ ਨੂੰ ਇਸਤੇਮਾਲ ਕਰਕੇ
ਇਹਨਾਂ ਨੂੰ ਦੇਸ਼ ਧਰੋਹੀ ਸਾਬਤ ਕਰਨ ਦੇ ਉੱਤੇ ਤੁਲੀ ਸੀ ਅਤੇ ਦਿਨ ਰਾਤ ਜੋ ਸਰਕਾਰੀ ਮੀਡੀਆ ਸੀ ਉਸ ਦੀ ਇੱਕੋ ਇੱਕ ਰੱਟ ਸੀ ਕਿ ਸਿੱਖ ਜੋ ਨੇ ਉਹ ਦੇਸ਼ ਵਾਸਤੇ ਸਭ ਤੋਂ ਵੱਡਾ ਖਤਰਾ ਨੇ। ਅਤੇ ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਹੋਰ ਜੋ ਸਾਡੀਆਂ ਗਰਮ ਖਿਆਲੀ ਜਥੇਬੰਦੀਆਂ ਸਨ ਉਹਨਾਂ ਨੂੰ ਰੱਜ ਕੇ ਬਦਨਾਮ ਕਰਨ ਦਾ ਜੋ ਸੀ ਉਹ ਯਤਨ ਕੀਤਾ ਜਾ ਰਿਹਾ ਸੀ। ਕੋਈ ਵੀ ਨੌਜਵਾਨ ਪਕੜ ਲਿਆ ਜਾਂਦਾ, ਝੂਠੇ ਪੁਲਿਸ ਮੁਕਾਬਲਿਆਂ ਸ਼ਹੀਦ ਕਰ ਦਿੱਤਾ ਜਾਂਦਾ, ਇਨਸਾਫ ਦੀ ਮੰਗ ਹੁੰਦੀ, ਇਨਸਾਫ ਮੰਗਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਾਂ ਮਾਰ ਦਿੱਤਾ ਜਾਂਦਾ। ਤੇ ਸਿੱਟੇ ਵਜੋਂ ਕਿਤੇ ਕਿਤੇ ਜੋ ਸੀ ਕੋਈ ਨਾ ਕੋਈ ਸਿੰਘ ਜੋ ਸੀ ਆਪਣੇ ਰੋਸ ਦੇ ਅੰਦਰ ਕਿਸੇ ਆਪਣੇ ਸਾਥੀ ਸਿੰਘ ਦਾ ਬਦਲਾ ਲੈ ਲੈਂਦਾ। ਪਰ ਬਹੁਤੀ ਗੇਮ ਜੋ ਸੀ, ਖੇਡਾਂ ਜੋ ਸਨ ਉਹ ਏਜੰਸੀਜ਼ ਖੇਡ ਰਹੀਆਂ ਸਨ, ਜੋ ਅੱਜ ਸਾਡੇ ਕੋਲ ਉਸ ਸਮੇਂ ਦੀ ਵੱਡੀ ਵੱਡੀ ਪੋਸਟਸ ਦੇ ਉੱਤੇ ਬੈਠੇ ਹੋਏ ਜੋ ਇੰਟੈਲੀਜੈਂਸ ਦੇ ਵੱਡੇ ਆਫੀਸਰ ਸਨ ਉਹਨਾਂ ਵੱਲੋਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲੱਭਦਾ ਹੈ। ਗੁਰੂ ਪਿਆਰ ਵਾਲਿਓ, ਇਸੇ ਤਰੀਕੇ ਦੇ ਨਾਲ 31 ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ। 34 ਸਿੰਘ ਜੋ ਸਨ ਉਹ ਰੇਲ ਹਾਦਸੇ ਦੇ ਵਿੱਚ ਸ਼ਹੀਦ ਹੋ ਗਏ 11 ਸਤੰਬਰ 1982 ਨੂੰ। 4 ਸਿੰਘ ਜੋ ਸਨ ਉਹ ਦਿੱਲੀ ਪਾਰਲੀਮੈਂਟ ਦੇ ਸਾਹਮਣੇ ਗੋਲੀ ਚਲਾ ਕੇ ਜੋ ਸਨ ਉਹ ਸਿੰਘ ਸ਼ਹੀਦ ਕਰ ਦਿੱਤੇ ਗਏ। ਤੇ ਫਿਰ 24 ਸਿੰਘ ਜੋ ਰਸਤਾ ਰੋਕੋ ਅੰਦੋਲਨ ਦੇ ਵਿੱਚ 1983 ਦੇ ਅੰਦਰ ਜੋ ਸੀ ਜਿਹੜੇ ਰਸਤਾ ਰੋਕੋ ਅੰਦੋਲਨ ਦੇ ਅੰਦਰ ਸ਼ਹੀਦ ਕਰ ਦਿੱਤੇ ਗਏ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਦੇਖਦੇ ਹਾਂ ਕਿ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਜੋ ਸਾਡੇ ਕੋਲ ਅੰਕੜੇ ਮਿਲਦੇ ਨੇ ਕਿ ਉਸ ਵੇਲੇ ਤੱਕ ਕਿੰਨੇ ਕੋ ਲੋਕੀ ਜੋ ਸਨ ਉਹ ਮਾਰੇ ਗਏ ਸਨ ਤੇ ਲਗਭਗ 100 ਕੁਝ ਲੋਕਾਂ ਦੇ ਬਾਰੇ ਦੇ ਵਿੱਚ ਜੋ ਆਰ.ਕੇ. ਧਵਨ ਹੈ ਉਹ ਲਿਖਦਾ ਹੈ ਕਿ 165 ਜੋ ਹਿੰਦੂ ਤੇ ਨਿਰੰਕਾਰੀ ਲੋਕੀ ਪੰਜਾਬ ਦੀ ਇਸ ਮੂਵਮੈਂਟ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਮਾਰੇ ਗਏ ਸਨ, ਸਾਕਾ ਨੀਲਾ ਤਾਰਾ ਤੋਂ ਪਹਿਲਾਂ, ਅਤੇ 33 ਸਿੱਖ ਜੋ ਮੂਵਮੈਂਟ ਦੇ ਅਗੇਂਸਟ ਵਿੱਚ ਬੋਲਣ ਵਾਲੇ ਸਨ ਜਾਂ ਸਰਕਾਰੀ ਸਨ ਉਹ ਮਾਰੇ ਗਏ ਸਨ। ਇਸ ਸਮੇਂ ਦੇ ਅੰਦਰ ਜਦੋਂ ਅਸੀਂ ਇਹਨਾਂ ਹਾਲਾਤਾਂ ਨੂੰ ਦੇਖਦੇ ਹਾਂ ਇਹ ਕੋਈ ਵੱਡੀ ਗੱਲ ਨਹੀਂ ਸੀ, ਕਿਤੇ ਛਿੜਪੁੜ ਘਟਨਾਵਾਂ ਇਸ ਤੋਂ ਵੱਧ ਕੇ ਕਤਲ ਜੋ ਨੇ ਯੂਪੀ ਤੇ ਬਿਹਾਰ ਅੰਦਰ ਹੋ ਰਹੇ ਸਨ, ਇਸ ਤੋਂ ਵੱਧ ਕਤਲ ਜੋ ਨੇ ਹੋਰ ਰਿਆਸਤਾਂ ਦੇ ਅੰਦਰ ਹੋ ਰਹੇ ਸਨ। ਲੇਕਿਨ ਇਸ ਨੂੰ ਇੱਕ ਬਹਾਨਾ ਬਣਾਇਆ ਜਾ ਰਿਹਾ ਸੀ ਜਿਹਦੇ ਕਾਰਨ ਜੋ ਸੀ ਇੱਕ ਤਰੀਕਾਕਾਰ ਸੀ ਕਿ ਸਿੱਖਾਂ ਨੂੰ ਕੁਚਲਿਆ ਜਾਵੇ। ਸ਼ਾਂਤਮਈ ਤੌਰ ਦੇ ਉੱਤੇ ਸਿੱਖਾਂ ਦਾ ਜੋ ਮੋਰਚਾ ਉਹ ਚੱਲ ਰਿਹਾ ਸੀ। ਅੰਦਰ ਖਾਤੇ ਇੰਦਰਾ ਗਾਂਧੀ ਆਪਣੇ ਰਵਾਇਤੀ ਵੋਟ ਬੈਂਕ ਨੂੰ ਇਕੱਠਾ ਕਰਨ ਵਾਸਤੇ, ਐਮਰਜੈਂਸੀ ਦਾ ਬਦਲਾ ਲੈਣ ਵਾਸਤੇ, ਸਿੱਖਾਂ ਨੂੰ ਸਾਹਿਤਕ, ਸੱਭਿਆਚਾਰਕ, ਰਾਜਨੀਤਿਕ, ਆਰਥਿਕ ਪੱਖੋਂ ਲੁੱਟਣ ਅਤੇ ਸਰੀਰਕ ਤੌਰ ਦੇ ਉੱਤੇ ਡਰਾਉਣ ਤੇ ਮਾਰਨ ਦੇ ਵਾਸਤੇ ਉਹ ਜੋ ਆਪਣੀਆਂ ਮਨਸੂਬੇ ਜੋ ਹੈ ਉਹਨਾਂ ਨੂੰ ਕਰ ਰਹੀ ਸੀ। ਦੂਜੇ ਪਾਸੇ ਸਿੱਖ ਬੁੱਧੀਜੀਵੀ ਜੋ ਸਨ ਉਹ ਆਪਣੇ ਤੌਰ ਦੇ ਉੱਤੇ ਕੰਮ ਕਰ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਆਲਮੀ ਸਤਹ ਦੇ ਉੱਤੇ, ਇੰਟਰਨੈਸ਼ਨਲ ਸਤਹ ਦੇ ਉੱਤੇ ਆਪਣੀਆਂ ਮੰਗਾਂ ਨੂੰ ਪੁਜਾਉਣ ਵਾਸਤੇ ਜੋ ਆਨੰਦਪੁਰ ਦੇ ਮਤੇ ਦੇ ਰੂਪ ਵਿੱਚ ਸਨ, ਜਿਹਦੇ ਆਧਾਰ ਦੇ ਉੱਤੇ ਇਹ ਮੋਰਚਾ ਚੱਲ ਰਿਹਾ ਸੀ, ਜਿਹਦੇ ਅੰਦਰ ਕੇਵਲ 3 ਕੋ ਮੰਗਾਂ ਸਿੱਖਾਂ ਦੇ ਨਾਲ ਸੰਬੰਧਿਤ ਸਨ ਕਿ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਇੱਥੋਂ ਜੋ ਹੈ ਟਰਾਂਸਮਿਸ਼ਨ ਜੋ ਹੈ ਉਹ ਰਿਲੇ ਕੀਤਾ ਜਾਵੇ, ਤੇ ਜੋ ਹੈ ਨਸ਼ੇ ਦੀਆਂ ਦੁਕਾਨਾਂ ਜਾਂ ਹੋਰ ਜੋ ਦੁਕਾਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਇੱਕ ਗੱਡੀ ਦੀ ਸ਼ਾਇਦ ਮੰਗ ਸੀ। ਬਾਕੀ ਜਿੰਨੀਆਂ ਮੰਗਾਂ ਸਨ ਉਹ ਪੰਜਾਬ ਨਾਲ ਸੰਬੰਧਿਤ ਸਨ। ਕਿਰਸਾਨੀ ਦੀ ਮੰਗ ਸੀ, ਪਾਣੀਆਂ ਦੀ ਮੰਗ ਸੀ, ਜਾਂ ਫਿਰ ਹੋਰ ਜਿੰਨੀਆਂ ਵੀ ਮੰਗਾਂ ਸਨ, ਬੇਰੋਜ਼ਗਾਰੀ ਦੇ ਹੱਕ ਦੇ ਵਿੱਚ ਗੱਲ ਸੀ ਭਈ ਬੇਰੋਜ਼ਗਾਰ ਲੋਕੀ ਜੋ ਨੇ ਉਹਨਾਂ ਨੂੰ ਸੰਭਾਲਿਆ ਜਾਵੇ। ਇਹ ਸਾਰੀਆਂ ਮੰਗਾਂ ਪੰਜਾਬ ਦੀਆਂ ਸਨ, ਇਹ ਕੇਵਲ ਸਿੱਖਾਂ ਦੀਆਂ ਨਹੀਂ ਸਨ, ਇਹਦੇ ਵਿੱਚ ਦੂਜੀਆਂ ਲੋਕਾਂ ਦੀਆਂ ਵੀ ਮੰਗਾਂ ਸਨ। ਲੇਕਿਨ ਸਰਕਾਰ ਜੋ ਸੀ ਇਸ ਨੂੰ ਵੱਖਵਾਦ ਦਾ ਇੱਕ ਕਿਸਮ ਦਾ ਲੈਬਲ ਲਾ ਕੇ ਸਿੱਖਾਂ ਨੂੰ ਆਲਮੀ ਸਤਹ ਦੇ ਉੱਤੇ ਬਦਨਾਮ ਕਰ ਰਹੀ ਸੀ। ਦੂਜੇ ਪਾਸੇ ਸਿੱਖ ਬੁੱਧੀਜੀਵੀ ਆਪਣੀਆਂ ਇਹਨਾਂ ਮੰਗਾਂ ਨੂੰ, ਆਪਣੇ ਨਾਲ ਹੁੰਦੀ ਬੇਇਨਸਾਫੀ ਨੂੰ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਉਣ ਦੇ ਵਾਸਤੇ ਏਸ਼ੀਅਨ ਜੋ ਗੇਮਸ ਸਨ 1982 ਵਿੱਚ, ਉਹਦੇ ਵਿੱਚ ਵੀ ਇਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਪਰ ਜੋ ਰੋਸ ਮੁਜ਼ਾਹਰਿਆਂ ਵਾਸਤੇ ਗਏ ਉਹਨਾਂ ਨੂੰ ਰੱਜ ਕੇ ਦਿੱਲੀ ਦੇ ਅੰਦਰ ਹਰਿਆਣੇ ਦੀ ਧਰਤੀ ਦੇ ਉੱਤੇ ਜ਼ਲੀਲ ਕੀਤਾ ਗਿਆ। ਥਾਂ ਥਾਂ ਦੇ ਉੱਤੇ ਸਿੱਖਾਂ ਦੇ ਨਾਲ ਜੋ ਸਨ ਵਿਤਕਰੇ ਸਨ, ਥਾਂ ਥਾਂ ਦੇ ਉੱਤੇ ਸਿੱਖਾਂ ਦੇ ਨਾਲ ਜੋ ਸਨ ਧੋਖੇ ਸਨ। ਸੋ ਗੁਰੂ ਪਿਆਰ ਵਾਲਿਓ, ਸਮਾਂ ਲੰਘਦਾ ਗਿਆ। ਆਖਰ ਜੋ ਸੀ ਇੱਕ ਪਲਾਨ ਬਣਾ ਕੇ ਜਿਹਦੀ ਕਾਰਵਾਈ ਆਪਣੇ ਤੌਰ ਦੇ ਉੱਤੇ ਜੋ ਲਿਖਤਾਂ ਅੱਜ ਮੌਜੂਦ ਨੇ ਕਿ ਇੰਦਰਾ ਗਾਂਧੀ ਪਹਿਲਾਂ ਹੀ ਕਰ ਚੁੱਕੀ ਸੀ। ਇਹ ਕੋਈ ਇੱਕਦਮ ਜਿਵੇਂ ਆਪਰੇਸ਼ਨ ਕਰਨ ਵਾਲੇ ਆਰਮੀ ਦੇ ਅਫੀਸਰ ਨੇ ਉਹ ਕਹਿੰਦੇ ਨੇ ਸਾਨੂੰ ਇੱਕਦਮ ਕਰਨਾ ਪਿਆ, ਉਹ ਇੱਕਦਮ ਦਾ ਕੋਈ ਇਹੋ ਜਿਹਾ ਕਾਰਵਾਈ ਨਹੀਂ ਸੀ, ਬਲਕਿ 1983 ਦੇ ਅੰਦਰ, 1984 ਦੀ ਫੈਬਰਵਰੀ ਦੇ ਅੰਦਰ ਇਹਦੇ ਵਾਸਤੇ ਖਾਸ ਤੌਰ ਦੇ ਉੱਤੇ ਮਸ਼ਕਾਂ ਕੀਤੀਆਂ ਗਈਆਂ ਸਨ। 1984 ਦੇ ਅੰਦਰ ਜੋ ਫੈਬਰਵਰੀ ਮਹੀਨੇ ਦੇ ਅੰਦਰ ਇੱਕ ਜੋ ਆਪਰੇਸ਼ਨ ਜੋ ਸੀ ਉਸ ਨੂੰ ਮਨਜ਼ੂਰੀ ਇੰਦਰਾ ਗਾਂਧੀ ਨੇ ਪਹਿਲਾਂ ਹੀ ਦਿੱਤੀ ਸੀ, ਜਿਸ ਨੂੰ ਇਹ ਆਪਰੇਸ਼ਨ ਇਸ ਤਰ੍ਹਾਂ ਦਾ ਸੀ ਜਿਹਨੂੰ ਇਜ਼ਰਾਈਲ ਦੇ ਜੋ ਕਮਾਂਡੋ ਸਨ ਉਹਨਾਂ ਦੀ ਦੇਖ ਰੇਖ ਦੇ ਵਿੱਚ ਤਿਆਰ ਕਰਵਾਇਆ ਗਿਆ। ਮੋਸਾਦ ਜੋ ਉਹਨਾਂ ਦਾ ਏਜੰਸੀ ਹੈ ਕਮਾਂਡੋਜ਼ ਦੀ, ਕਿ ਕੁਝ ਕਮਾਂਡੋ ਜੋ ਸਨ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਜੋ ਗੁਰੂ ਨਾਨਕ ਨਿਵਾਸ ਦੀ ਛੱਤਾਂ ਦੇ ਉੱਤੇ ਉਤਾਰਨਾ ਹੈ ਜਾਂ ਸਰਾਂ ਵਾਲੇ ਪਾਸਿਓਂ ਅੰਦਰ ਵੜਨਾ ਹੈ ਅਤੇ ਸੰਤ ਜਰਨੈਲ ਸਿੰਘ ਜੀ ਨੂੰ ਜ਼ਿੰਦਾ ਪਕੜ ਲੈਣਾ ਹੈ। ਇਹ ਜੋ ਸਾਰੀ ਕਾਰਵਾਈ ਮੈਂ ਪਿੱਛੇ ਵੀ ਪਿਛਲੇ ਜੋ ਲੈਕਚਰ ਨੇ ਉਹਨਾਂ ਦੇ ਵਿੱਚ
ਪੂਰਨ ਤੌਰ ਦੇ ਉੱਤੇ ਕਿਹੜੇ ਆਫੀਸਰ ਇਨਵੋਲਵ ਸਨ, ਕਿੱਥੇ ਉਹਨਾਂ ਦੀ ਮੀਟਿੰਗਸ ਹੁੰਦੀਆਂ ਨੇ, ਉਹ ਸਾਰੀ ਗੱਲ ਮੈਂ ਕਰ ਚੁੱਕਿਆ। ਲੇਕਿਨ ਮੇਰੇ ਕਹਿਣ ਤੋਂ ਭਾਵ ਕਿ ਇਸ ਆਪਰੇਸ਼ਨ ਨੂੰ ਜਦੋਂ ਮਨਜ਼ੂਰੀ ਦਿੱਤੀ ਗਈ ਤਾਂ ਇੰਦਰਾ ਗਾਂਧੀ ਨੇ ਇਹ ਗੱਲ ਨੂੰ ਪੁੱਛਿਆ ਜਦੋਂ ਇਸ ਆਪਰੇਸ਼ਨ ਨੇ ਹੋਣਾ ਸੀ ਕਿ ਭਈ ਇਹਦੇ ਵਿੱਚ ਸਾਡਾ ਨੁਕਸਾਨ ਕਿੰਨਾ ਹੋ ਸਕਦਾ ਹੈ। ਉਹਨਾਂ ਨੇ ਕਿਹਾ 20 ਤੋਂ 25, 30 ਤੋਂ 40 ਕਮਾਂਡੋਜ਼ ਮਾਰੇ ਜਾ ਸਕਦੇ ਨੇ, ਹੈਲੀਕਾਪਟਰ ਦਾ ਨੁਕਸਾਨ ਹੋ ਸਕਦਾ ਹੈ, ਕੁਝ ਯਾਤਰੀ ਵੀ ਮਾਰੇ ਜਾ ਸਕਦੇ ਨੇ। ਤੇ ਉਸਨੇ ਕਿਹਾ ਨਹੀਂ, ਇਹ ਆਪਰੇਸ਼ਨ ਨਹੀਂ ਕਰਨਾ। ਇਹਦੇ ਪਿੱਛੇ ਭਾਵਨਾ ਜ਼ਿਆਦਾ ਯਾਤਰੀਆਂ ਨੂੰ ਮਾਰਨ ਦੀ ਸੀ, ਜ਼ਿਆਦਾ ਸੰਗਤਾਂ ਨੂੰ ਮਾਰਨ ਦੀ ਸੀ, ਜਾਂ ਕੀ ਹੋਰ ਭਾਵਨਾ ਸੀ, ਇਹ ਗੱਲ ਸਪਸ਼ਟ ਨਹੀਂ। ਪਰ ਇਸ ਆਪਰੇਸ਼ਨ ਨੂੰ ਉਹਨੇ ਸਾਫ਼ ਤੌਰ ਦੇ ਉੱਤੇ ਨਾ ਕਰ ਦਿੱਤਾ। ਹੁਣ ਪੰਜਾਬ ਦੇ ਜੋ ਹਾਲਾਤ ਸਨ ਉਹ ਕੋਈ ਇਤਨੇ ਅਣਸੁਖਾਵੇਂ ਨਹੀਂ ਸਨ। ਗੱਲ ਵੱਖਰੀ ਸੀ, ਛਿਟਪੁਟ ਘਟਨਾਵਾਂ ਹੋ ਰਹੀਆਂ ਸਨ, ਪਰ ਇਹ ਜੋ ਸਰਕਾਰ ਸੀ ਇਹ ਆਪਣੇ ਤੌਰ ਦੇ ਉੱਤੇ ਵਜਿਦ ਸੀ ਕਿ ਮੋਰਚੇ ਨੂੰ ਹਰ ਹਾਲਤ ਵਿੱਚ ਫੇਲ ਕਰਨਾ ਹੈ। ਇੱਕ ਪਾਸੇ ਗੱਲਬਾਤ ਕੀਤੀ ਜਾ ਰਹੀ ਹੈ, ਦੂਜੇ ਪਾਸੇ ਪੂਰਨ ਤੌਰ ਦੇ ਉੱਤੇ ਤਿਆਰੀ ਕੀਤੀ ਜਾ ਰਹੀ ਹੈ। ਕਿਤੇ ਸਰਸਾਵਾਂ ਦੇ ਅੰਦਰ, ਸਹਾਰਨਪੁਰ ਦੇ ਇਲਾਕੇ, ਕਿਤੇ ਦੂਨ ਦੀਆਂ ਪਹਾੜੀਆਂ ਦੇ ਅੰਦਰ ਦਰਬਾਰ ਸਾਹਿਬ ਦਾ ਜੋ ਮਾਡਲ ਤਿਆਰ ਕਰਕੇ ਉਹਦੇ ਉੱਤੇ ਜੋ ਐਕਸਰਸਾਈਜ਼ ਕੀਤੀਆਂ ਜਾ ਰਹੀਆਂ ਨੇ, ਅਤੇ ਫਿਰ ਫੌਜੀ ਜਰਨੈਲਾਂ ਨੂੰ ਬੁਲਾ ਕੇ ਜੋ ਹੈ ਆਪਰੇਸ਼ਨ ਵਾਸਤੇ ਕਿਹਾ ਜਾ ਰਿਹਾ ਹੈ, ਜਿਹਦੇ ਅੰਦਰ ਜਨਵਰੀ ਮਹੀਨੇ ਦੇ ਅੰਦਰ ਉਸ ਵੇਲੇ ਪਹਿਲਾਂ ਜਨਰਲ ਗੋਵਰਧਨ ਸਿੰਘ ਜੰਵਾਲ ਦੀ ਜ਼ਿੰਮੇਵਾਰੀ ਲਾਈ ਗਈ ਕਿ ਤੁਸੀਂ ਇਹ ਆਪਰੇਸ਼ਨ ਕਰਨਾ ਹੈ ਦਰਬਾਰ ਸਾਹਿਬ ਦੇ ਉੱਤੇ। ਗੋਵਰਧਨ ਸਿੰਘ ਜੰਵਾਲ ਜੋ ਸਾਡੀ ਰਿਆਸਤ ਦੇ ਇੱਥੇ ਦੇ ਜੰਮਪਲ ਸਨ, ਜੰਮੂ ਕਸ਼ਮੀਰ ਦੇ, ਅਤੇ ਜੰਮੂ ਕਸ਼ਮੀਰ ਦੇ ਅੰਦਰ ਉਹ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਵੀ ਰਹੇ ਨੇ। ਉਹਨਾਂ ਨੇ ਰਿਟਾਇਰ ਹੋਣ ਤੋਂ ਬਾਅਦ ਹਿੰਦ ਸਮਾਚਾਰ ਦੇ ਅੰਦਰ ਲੀਡਿੰਗ ਨਿਊਜ਼ ਸੀ ਉਹਨਾਂ ਦੀ ਕਿ ਆਪਰੇਸ਼ਨ ਬਲੂ ਸਟਾਰ ਭਾਰਤ ਵਰਸ਼ ਸਰਕਾਰ ਦਾ ਇੱਕ ਬਹੁਤ ਵੱਡਾ ਗਲਤੀ ਭਰਿਆ ਕਦਮ ਸੀ। ਇਹ ਬਹੁਤ ਵੱਡੀ ਗਲਤੀ ਸੀ ਭਾਰਤ ਵਰਸ਼ ਦੀ, ਅਤੇ ਗੋਵਰਧਨ ਸਿੰਘ ਜੰਵਾਲ ਨੂੰ ਪਹਿਲਾਂ ਇਹ ਜ਼ਿੰਮੇਵਾਰੀ ਦਿੱਤੀ ਗਈ। ਉਹ ਬਿਲਕੁਲ ਇਨਕਾਰ ਹੋ ਗਏ ਕਿ ਮੈਂ ਸਿੱਖ ਫੌਜੀਆਂ ਦੇ ਨਾਲ ਰਿਹਾ ਹਾਂ, ਸਿੱਖ ਫੌਜੀਆਂ ਦੇ ਨਾਲ ਕੰਮ ਕੀਤਾ ਹੈ, ਇਹਨਾਂ ਤੋਂ ਵੱਧ ਕੇ ਦੇਸ਼ ਦਾ ਵਫਾਦਾਰ ਕੋਈ ਨਹੀਂ ਹੋ ਸਕਦਾ। ਇਹਦੇ ਨਾਲ ਭਾਰਤ ਵਰਸ਼ ਦੇ ਅੰਦਰ ਉਥਲ-ਪੁਥਲ ਹੋ ਜਾਵੇਗੀ, ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਹੋਵੇਗਾ, ਅਤੇ ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਬਹੁਤ ਵੱਡਾ ਘਾਤਕ ਸਾਬਤ ਹੋਵੇਗਾ। ਪਰ ਉਸ ਗੱਲ ਨੂੰ ਇੰਦਰਾ ਗਾਂਧੀ ਨੇ ਨਹੀਂ ਮੰਨਿਆ। ਇਸ ਨੇ ਕਿਹਾ ਮੈਂ ਆਪਣੇ ਤੌਰ ਦੇ ਉੱਤੇ ਆਪਰੇਸ਼ਨ ਕਰਾਂਗਾ, ਮੇਰੇ ਆਪਣੇ ਤਰੀਕੇਕਾਰ ਹੋਣਗੇ, ਮੈਂ ਇੱਕ ਵੀ ਗੋਲੀ ਦਰਬਾਰ ਸਾਹਿਬ ਦੇ ਉੱਤੇ ਨਹੀਂ ਚਲਾਵਾਂਗਾ, ਮੈਂ ਤੁਹਾਨੂੰ ਕੰਪਲੈਕਸ ਖਾਲੀ ਕਰਕੇ ਦੇ ਦਿਆਂਗਾ। ਪਰ ਇਸ ਗੱਲ ਨੂੰ ਇੰਦਰਾ ਗਾਂਧੀ ਨੇ ਨਜ਼ਰਅੰਦਾਜ਼ ਕੀਤਾ, ਨਹੀਂ ਮੰਨਿਆ। ਉਸ ਤੋਂ ਬਾਅਦ ਜਨਰਲ ਸਿਨਹਾ ਜਿਹੜੇ ਜੰਮੂ ਕਸ਼ਮੀਰ ਦੇ ਗਵਰਨਰ ਰਹੇ ਨੇ, ਉਹਨਾਂ ਨੂੰ ਇਸ ਡਿਊਟੀ ਦੇ ਲਈ ਚੁਣਿਆ ਗਿਆ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਨਕਾਰ ਕੀਤਾ। ਉਹਨਾਂ ਨੇ ਜੋ ਆਪਣਾ ਫਾਰਮੂਲਾ ਦੱਸਿਆ, ਉਹਨਾਂ ਨੇ ਕਿਹਾ ਕਿ ਮੈਂ ਦਰਬਾਰ ਸਾਹਿਬ ਨੂੰ ਪੂਰਨ ਤੌਰ ਦੇ ਉੱਤੇ ਘੇਰਾ ਪਾ ਕੇ ਸਾਰੇ ਦਰਬਾਰ ਸਾਹਿਬ ਨੂੰ, ਸ਼ਹਿਰ ਨੂੰ ਬੰਦ ਕਰਾਂਗਾ, ਮੈਂ ਆਸਤਾ ਕਰਕੇ ਬਾਹਰ ਅਖੰਡ ਪਾਠ ਰੱਖ ਲਾਂਗਾ, ਮੈਂ ਸਿੱਖ ਫੌਜੀਆਂ ਦਾ ਵਫਦ ਅੰਦਰ ਭੇਜਾਂਗਾ, ਉਹ ਅੰਦਰ ਬੈਠੇ ਸਿੰਘਾਂ ਦੇ ਨਾਲ ਗੱਲਬਾਤ ਕਰਨਗੇ, ਮੈਂ ਉਹਨਾਂ ਦੇ ਕੋਲ ਕੰਪਲੈਕਸ ਖਾਲੀ ਕਰਵਾ ਲਾਂਗਾ। ਨਹੀਂ ਹੋਵੇਗੀ ਮੈਂ ਬਿਜਲੀ ਕੱਟ ਦਿਆਂਗਾ, ਨਹੀਂ ਹੋਵੇਗੀ ਮੈਂ ਪਾਣੀ ਕੱਟ ਦਿਆਂਗਾ, ਮੈਂ ਰਾਸ਼ਨ ਦੀ ਸਪਲਾਈ ਕੱਟ ਦਿਆਂਗਾ, ਤੇ ਜਿੰਨੀ ਦੇਰ ਤੱਕ ਕੰਪਲੈਕਸ ਅੰਦਰ ਤੋਂ ਮਜਬੂਰ ਹੋ ਕੇ ਉਹ ਕੰਪਲੈਕਸ ਖਾਲੀ ਨਹੀਂ ਕਰਦੇ, ਮੈਂ ਫਾਇਰ ਨਹੀਂ ਕਰਾਂਗਾ, ਅਤੇ ਉਹਨਾਂ ਨੂੰ ਬਾਈ ਡਾਇਲਾਗਸ ਜਾਂ ਜਿਹੜੇ ਦੂਜੇ ਤਰੀਕੇ ਨੇ ਉਹਨਾਂ ਦੇ ਨਾਲ ਮਨਾ ਲਾਂਗਾ। ਇੰਦਰਾ ਗਾਂਧੀ ਨੇ ਇਸ ਤਜਵੀਜ਼ ਨੂੰ ਵੀ ਰੱਦ ਕਰ ਦਿੱਤਾ। ਆਖਰ ਉਸਨੇ ਇਹ ਜੋ ਜੂਨ ਦੇ ਮਹੀਨੇ ਦੇ ਅੰਦਰ ਕਹਿਰ ਵਰਤਾਇਆ, ਇਹ ਜੋ ਜ਼ੁਲਮ ਕੀਤਾ, ਮਹੀਨਾ 20 ਜੂਨ ਦਾ ਚੁਣਿਆ ਗਿਆ। ਜੂਨ ਦਾ ਮਹੀਨਾ ਅੱਤ ਦੀ ਗਰਮੀ ਹੁੰਦੀ ਹੈ, ਅੱਤ ਦੀ ਗਰਮੀ। ਇੱਕ ਵਾਰ ਫੇਰ ਪੂਰੇ ਦਰਬਾਰ ਸਾਹਿਬ ਦੀ ਪਰਿਕਰਮਾ ਨੂੰ ਇੱਕ ਤੱਤੀ ਤਵੀ ਨਹੀਂ, ਪੂਰੀ ਦਰਬਾਰ ਸਾਹਿਬ ਦੀ ਪਰਿਕਰਮਾ ਨੂੰ ਤੱਤੀ ਤਵੀ ਬਣਾ ਦਿੱਤਾ, ਪੰਜਾਬ ਦੀ ਹਰ ਸੜਕ ਨੂੰ ਤੱਤੀ ਤਵੀ ਬਣਾ ਦਿੱਤਾ। ਤੇ ਗੁਰੂ ਪਿਆਰੇ ਵਾਲਿਓ, ਇਹ ਜੋ ਸੀ ਕਾਰਵਾਈ ਉਹਨਾਂ ਨੇ ਸ਼ੁਰੂ ਕੀਤੀ। ਇਹਦੇ ਵਾਸਤੇ ਜੋ ਸਾਡੇ ਕੋਲ ਹਵਾਲੇ ਨੇ, ਉਹਨਾਂ ਦੇ ਮੁਤਾਬਕ 2 ਜੂਨ ਨੂੰ, 1 ਜੂਨ ਨੂੰ ਹੀ ਮੂਵਮੈਂਟ ਜੋ ਸੀ ਪੂਰੇ ਪੰਜਾਬ ਦੇ ਅੰਦਰ ਆਰਮੀ ਦੀ ਹੋ ਗਈ। ਆਪਣੇ ਤੌਰ ਦੇ ਉੱਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਜੋ ਸੀ ਉਹ ਆਪਣੇ ਤੌਰ ਦੇ ਉੱਤੇ ਪਰੇਸ਼ਾਨ ਹੋ ਗਈ। ਭਾਈ ਫੌਜ ਨੂੰ ਅਸੀਂ ਕਾਲ ਕੋਈ ਨਹੀਂ ਦਿੱਤੀ, ਫੌਜ ਨੂੰ ਬੁਲਾਇਆ ਅਸੀਂ ਕੋਈ ਨਹੀਂ, ਇਹ ਫੌਜ ਆ ਕਿੱਥੋਂ ਰਹੀ ਹੈ। ਕੁਲਦੀਪ ਸਿੰਘ ਬਰਾੜ ਆਪ ਇਸ ਗੱਲ ਨੂੰ ਲਿਖਦਾ ਹੈ ਕਿ ਮੈਂ ਆਪਣੀ ਛਾਉਣੀ ਦੇ ਵਿੱਚੋਂ ਕਿਸੇ ਵਿਦੇਸ਼ੀ ਦੌਰੇ ਦੇ ਉੱਤੇ ਜਾ ਰਿਹਾ ਸਾਂ, ਸ਼ਾਮ ਦੀਆਂ ਮੇਰੀਆਂ ਟਿਕਟਾਂ ਸਨ, ਮੈਨੂੰ ਇੱਕ ਦਿਨ ਦਾ ਮੈਸੇਜ ਮਿਲਿਆ ਕਿ ਤੁਸੀਂ ਇੱਕਦਮ ਚੰਡੀ ਮੰਦਿਰ ਪਹੁੰਚੋ। ਕਹਿੰਦਾ ਮੈਂ ਸੜਕ ਦੇ ਰਾਹੀਂ ਦਿੱਲੀ ਜੋ ਸੀ ਬਸ ਸੜਕ ਦੇ ਰਾਹੀਂ ਆ ਕੇ ਪਹੁੰਚਿਆ, ਅਤੇ ਉੱਥੋਂ ਬਾਈ 에ਅਰ ਮੈਂ ਚੰਡੀਗੜ੍ਹ ਪਹੁੰਚਿਆ। ਮੈਨੂੰ ਉਸੇ ਵੇਲੇ ਉੱਥੋਂ ਭੇਜ ਦਿੱਤਾ ਗਿਆ ਕਿ ਦਰਬਾਰ ਸਾਹਿਬ ਦੇ ਉੱਤੇ ਫੌਜੀ ਕਾਰਵਾਈ ਕਰਨੀ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਮੇਰੀ ਤਿਆਰੀ ਕੋਈ ਨਹੀਂ, ਮੈਨੂੰ ਪਤਾ ਕੋਈ ਨਹੀਂ। ਕਹਿੰਦੇ ਸਿਰਫ ਇੱਕੋ ਗੱਲ ਸੀ ਕਿ ਤੇਰਾ ਹੁਕਮ ਹੈ, ਤੋਂ ਉੱਤੇ ਪਹੁੰਚ। ਰਣਜੀਤ ਸਿੰਘ ਦਿਆਲ ਗਵਰਨਰ ਦੇ ਨਾਲ ਜੋ ਹੈ ਉਸ ਨੂੰ ਐਡਵਾਈਜ਼ਰ ਲਗਾ ਦਿੱਤਾ ਗਿਆ ਹੈ, ਤੁਸੀਂ ਜਾ ਕੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰ ਲਓ। 2 ਤਰੀਕ ਸ਼ਾਮ ਨੂੰ ਦੇਖੋ ਕਿਤਨਾ ਅਸੀਂ ਕਹਿ ਸਕਦੇ ਡੈਮੋਕ੍ਰੈਟਿਕ ਸੈਟਅਪ ਦੇ ਅੰਦਰ ਕਿੰਨਾ ਵੱਡਾ ਜ਼ੁਲਮ ਸੀ ਕਿ 2 ਜੂਨ ਸ਼ਾਮ ਨੂੰ ਪੰਜਾਬ ਦੇ ਗਵਰਨਰ, ਚੀਫ ਸੈਕਟਰੀ ਪੰਜਾਬ, ਉਹਨਾਂ ਦੇ ਨਾਲ ਹੋਮ ਸੈਕਟਰੀ, ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਡੇ ਅਫੀਸਰ, ਸਿਵਲ ਅਫੀਸਰ, ਸਾਰੇ ਜੋ ਨੇ ਉਹ ਇਕੱਠੇ ਬੈਠਦੇ ਨੇ, ਆਪਸ ਵਿੱਚ ਸਲਾਹ ਮਸ਼ਵਰਾ ਹੁੰਦਾ ਹੈ ਕਿ ਫੌਜ ਆ ਗਈ ਹੈ। ਆਈ ਕਿਉਂ? ਕਿਤੇ ਫੌਜੀ ਆਪਰੇਸ਼ਨ ਦੀ ਤਿਆਰੀ ਤਾਂ ਨਹੀਂ। ਉਹਨਾਂ ਸਾਰਿਆਂ ਨੇ ਇੱਕੋ ਸੁਰ ਦੇ ਵਿੱਚ ਕਹਿ ਦਿੱਤਾ ਕਿ ਕਿਸੇ ਹਾਲਾਤ ਦੇ ਅੰਦਰ ਵੀ ਦਰਬਾਰ ਸਾਹਿਬ ਦੇ ਅੰਦਰ ਫੌਜ ਨਹੀਂ ਜਾਣੀ ਚਾਹੀਦੀ,
ਤੇ ਉਹਨਾਂ ਨੇ ਆਪਣੀ ਜੋ ਗੱਲ ਸੀ ਉਹ ਦਿੱਲੀ ਪ੍ਰਾਈਮ ਮਿਨਿਸਟਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਅੱਗੋਂ ਜੋ ਟੈਲੀਫੋਨ ਸੀ ਪੀਸੀ ਅਲੈਗਜ਼ੈਂਡਰ ਨੇ ਚੁੱਕਿਆ। ਜਦੋਂ ਉਸ ਨੂੰ ਦੱਸਿਆ ਗਿਆ ਕਿ ਭਾਈ ਅਸੀਂ ਸਾਰੇ ਇੱਥੇ ਆਫੀਸਰ, ਸੀਨੀਅਰ ਆਫੀਸਰਸ ਗਵਰਨਰ ਹਾਊਸ ਦੇ ਵਿੱਚ ਬੈਠੇ ਹਾਂ, ਸਾਡੀ ਇਹ ਜੋ ਸਲਾਹ ਮਸ਼ਵਰਾ ਹੋਇਆ ਕਿ ਭਾਈ ਕਿਤੇ ਫੌਜ ਬਹੁਤ ਆ ਗਈ ਆ, ਅਸੀਂ ਮੰਗਾਈ ਕੋਈ ਨਹੀਂ, ਸਾਡੀ ਤਰਫੋਂ ਕਿਸੇ ਕਿਸਮ ਦੇ ਹਾਲਾਤ ਸਾਰੇ ਨਾਰਮਲ ਨੇ, ਕੰਟਰੋਲ 'ਚ ਨੇ। ਤੇ ਉਸ ਨੇ ਅੱਗੋਂ ਕਿਹਾ ਕਿ ਤੁਸੀਂ ਅਗਲੇ ਹੁਕਮ ਦਾ ਇੰਤਜ਼ਾਰ ਕਰੋ, ਜੋ ਫੌਜ ਉੱਥੇ ਆਈ ਹੈ ਉਹਨਾਂ ਦਾ ਸਹਿਯੋਗ ਦੇਵੋ। ਤੇ ਉਹਨਾਂ ਨੇ ਕਿਹਾ ਕਿਤੇ ਫੌਜੀ ਆਪਰੇਸ਼ਨ ਤਾਂ ਨਹੀਂ। ਕਹਿਣ ਲੱਗੇ ਪ੍ਰਾਈਮ ਮਿਨਿਸਟਰ ਇਸ ਗੱਲ ਦਾ ਜੋ ਹੈ ਫੈਸਲਾ ਕਰ ਚੁੱਕੀ ਹੈ, ਹਰ ਹਾਲਤ ਵਿੱਚ ਫੌਜੀ ਆਪਰੇਸ਼ਨ ਹੋਵੇਗਾ। ਫਿਰ ਇੰਦਰਾ ਗਾਂਧੀ ਜਦੋਂ ਰਾਸ਼ਟਰ ਨੂੰ ਸੰਬੋਧਨ ਕਰਦੀ ਹੈ, ਇਸ ਤਰ੍ਹਾਂ ਸੰਬੋਧਨ ਕਰ ਰਹੀ ਸੀ ਜਿਵੇਂ ਕਿ ਕੋਈ ਇੱਕ ਮੁਲਕ ਦੀ ਫੌਜ ਤਿਆਰ ਕੀਤੀ ਜਾ ਰਹੀ ਹੈ ਦੂਜੇ ਮੁਲਕ ਦੇ ਉੱਤੇ ਹਮਲੇ ਦੇ ਵਾਸਤੇ। ਆਪਣਿਆਂ ਲੋਕਾਂ ਦੇ ਉੱਤੇ ਅਤੇ ਸਰਵਉੱਚ ਧਾਰਮਿਕ ਅਸਥਾਨ ਦੇ ਉੱਤੇ, ਉਸ ਮੀਰੀ ਪੀਰੀ ਦੇ ਤਖਤ ਦੇ ਉੱਤੇ ਹਮਲੇ ਦੀ ਕਾਰਵਾਈ ਸੀ, ਜਿੱਥੋਂ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਚੱਲੇ ਸਨ, ਜਿੱਥੋਂ ਸੇਧ ਲੈ ਕੇ ਮੁਗਲ ਸਲਤਨਤ ਦੀਆਂ ਜੜ੍ਹਾਂ ਪੱਟੀਆਂ ਗਈਆਂ, ਅੰਗਰੇਜ਼ ਰਾਜ ਜੋ ਸੀ ਉਸ ਦੇ ਗੁਲਾਮੀ ਦਾ ਜੁਲਾ ਕੱਢਿਆ ਗਿਆ। ਅੱਜ ਉਸ ਕੌਮ ਨੂੰ ਕੁਚਲਣ ਦੀਆਂ ਤਿਆਰੀਆਂ ਨੇ। ਤੇ ਗੁਰੂ ਪਿਆਰ ਵਾਲਿਓ, ਫਿਰ 3 ਤਾਰੀਖ ਸਵੇਰੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ। ਹਾਲਾਤ ਪੰਜਾਬ ਦੇ ਨਾਰਮਲ ਸਨ। 1 ਤਾਰੀਖ ਨੂੰ ਗੋਲੀ ਚਲਾ ਕੇ ਕੁਝ ਕੋ ਸਿੰਘ, ਜਿਹਦੇ ਵਿੱਚ ਬੱਬਰ ਖਾਲਸਾ ਦੇ ਭਾਈ ਮਹਿੰਗਾ ਸਿੰਘ ਅਤੇ ਦਮਦਮੀ ਟਕਸਾਲ ਦੇ ਭਾਈ ਬਾਜ ਸਿੰਘ, ਭਾਈ ਰਾਮ ਸਿੰਘ ਜੀ ਜੋ ਸਨ, ਭਾਈ ਬਾਜ ਸਿੰਘ ਤਬਲਚੀ ਸਨ, ਤੇ ਉਹਨਾਂ ਦੇ ਨਾਲ ਦੇਗੀ ਸਿੰਘ ਕਿਹਾ ਜਾਂਦਾ ਸੀ ਭਾਈ ਰਾਮ ਸਿੰਘ ਜੀ ਨੂੰ। ਇਹ ਕੋਈ ਸਿੰਘ ਜੋ ਸਨ ਸ਼ਹੀਦ ਹੋ ਗਏ, ਜਿਨ੍ਹਾਂ ਦੀ ਗਿਣਤੀ ਵੱਖ-ਵੱਖ ਰਿਸੋਰਸਿਸ ਤੋਂ ਕੋਈ 8 ਦੱਸ ਰਿਹਾ, ਕੋਈ 20 ਦੱਸ ਰਿਹਾ ਹੈ। 20 ਦੇ ਵਿੱਚ ਜੋ ਗਿਣਤੀ ਕੀਤੀ ਜਾਂਦੀ ਹੈ ਉਹ ਬਾਹਰ ਗਲੀਆਂ ਦੇ ਅੰਦਰ ਪੈਰੀਫੇਰੀ 'ਚ ਵੀ ਜੋ ਸਿੰਘ ਮਾਰੇ ਗਏ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ। 1 ਤਾਰੀਖ ਨੂੰ ਬਗੈਰ ਕਿਸੇ ਇਸ਼ਤਿਆਲ ਤੋਂ ਪੂਰਾ ਦਿਨ ਸੀਆਰਪੀ, ਬੀਐਸਐਫ ਜਾਂ ਆਰਮੀ ਜੋ ਸੀ ਉਸ ਨੇ ਗੋਲੀ ਚਲਾਈ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। 2 ਤਾਰੀਖ ਨੂੰ ਨਾਰਮਲ ਹਾਲਾਤਾਂ ਦੇ ਅੰਦਰ ਦਰਬਾਰ ਸਾਹਿਬ ਦੀ ਕਾਰਵਾਈ ਚੱਲਦੀ ਹੈ। ਅੱਜ ਵੀਡੀਓਜ਼ ਦੇਖੀਆਂ ਜਾ ਰਹੀਆਂ ਨੇ ਕਿ ਗੋਲੀਆਂ ਦੀ ਆਵਾਜ਼ ਆ ਰਹੀ ਹੈ ਤੇ ਸੇਵਾ ਕਰਨ ਵਾਲੇ ਝਾੜੂ ਲਗਾ ਰਹੇ ਨੇ, ਫਿਰ ਅੰਦਰੋਂ ਪਰਿਕਰਮਾ ਦੀ ਸੇਵਾ ਕਰਨ ਵਾਲੇ ਪਰਿਕਰਮਾ ਦੀ ਸੇਵਾ ਕਰ ਰਹੇ ਨੇ। ਉਹ ਨਿਡਰ ਹੋ ਕੇ ਆਪਣੀ ਸੇਵਾ 'ਚ ਲੱਗੇ ਨੇ, ਲੇਕਿਨ ਬਾਹਰੋਂ ਦੀ ਘੇਰਾਬੰਦੀ ਅਤੇ ਉਹ ਜੋ ਸਿੱਖਾਂ ਦੇ ਉੱਤੇ ਜ਼ੁਲਮ ਹੈ, ਉਹ ਤਸ਼ੱਦਦ ਹੈ, ਉਹ ਜਾਰੀ ਹੈ। 3 ਤਰੀਕ ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ। ਹੁਣ ਜੋ ਯਾਤਰੀ 1 ਤਰੀਕ ਅਤੇ 2 ਤਾਰੀਖ ਨੂੰ ਆ ਗਏ, ਜੋ ਕੰਪਲੈਕਸ ਦੇ ਅੰਦਰ ਨਹੀਂ ਜਾ ਸਕੇ, ਬਾਹਰ ਦੀਆਂ ਸਰਾਵਾਂ ਜੋ ਪੈਰੀਫੇਰੀ ਦੀਆਂ ਸਨ, ਹੋਟਲਸ ਦੇ ਅੰਦਰ ਠਹਿਰੇ ਸਨ ਜਾਂ ਕਿਤੇ ਹੋਰ ਨੇੜੇ ਤੇੜੇ ਲਾਗੇ ਦੇ ਗੁਰਦੁਆਰੇ ਸਾਹਿਬਾਨਾਂ 'ਚ ਠਹਿਰੇ ਸਨ, ਤੇ 3 ਤਰੀਕ ਨੂੰ ਸਵੇਰੇ ਅਚਾਨਕ ਕਰਫਿਊ ਖੋਲ ਦਿੱਤਾ ਜਾਂਦਾ। ਜਦੋਂ ਖੋਲ ਦਿੱਤਾ ਗਿਆ, ਕਰਫਿਊ ਖੋਲਣ ਤੋਂ ਬਾਅਦ ਕੁਦਰਤੀ ਤੌਰ ਦੇ ਉੱਤੇ ਜੋ ਸੰਗਤਾਂ ਬਾਹਰੋਂ ਆਈਆਂ ਸਨ, ਨੇੜੇ ਤੇੜੇ ਸਨ, ਉਹ ਸਾਰੇ ਦੀਆਂ ਸਾਰੀਆਂ ਸੰਗਤਾਂ ਅਤੇ ਸ਼ਹਿਰ ਦੀਆਂ ਸੰਗਤਾਂ ਜੋ ਸਨ, ਉਹ ਜਿਹੜੀ ਨਿਤਾ ਪ੍ਰਤੀ ਗੁਰੂ ਘਰ ਦੀ ਹਾਜ਼ਰੀ ਭਰਨ ਵਾਲੇ ਜਾਂ ਗੁਰੂ ਪਾਤਸ਼ਾਹ ਦਾ ਜੀ, ਉਹ ਸਾਰੇ ਦਰਬਾਰ ਸਾਹਿਬ ਦੇ ਅੰਦਰ ਆ ਗਏ। ਉਹਨਾਂ ਨੂੰ ਅੰਦਰ ਆਉਣ ਤੋਂ ਬਾਅਦ ਫੇਰ ਕਰਫਿਊ ਲਗਾ ਦਿੱਤਾ ਗਿਆ। ਇਹ ਇੱਕ ਸਾਜ਼ਿਸ਼ ਸੀ ਕਿ ਵੱਧ ਤੋਂ ਵੱਧ ਜੋ ਸੰਗਤ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਇਕੱਠੀ ਹੋ ਜਾਵੇ। ਤੇ ਗੁਰੂ ਪਿਆਰ ਵਾਲਿਓ, ਫੇਰ ਕਰਫਿਊ ਲਗਾ ਕੇ ਫੇਰ ਜੋ ਸੀ ਉਸੇ ਤਰ੍ਹਾਂ ਗੋਲੀ ਚੱਲ ਰਹੀ ਹੈ ਤੇ ਬਾਰ-ਬਾਰ ਜੋ ਕਿਤੇ ਕੋਈ ਸਿੰਘ ਸ਼ਹੀਦ ਹੋ ਰਿਹਾ ਹੈ, ਕਿਤੇ ਕੋਈ ਸਿੰਘ ਸ਼ਹੀਦ ਹੋ ਰਿਹਾ ਹੈ। ਅੰਦਰ ਜੋ ਜੂਝਣ ਵਾਲੇ ਸਿੰਘ ਨੇ, ਉਹਨਾਂ ਨੂੰ ਅੰਦਰ ਬੈਠੇ ਹੋਏ ਜੋ ਜਰਨੈਲ ਨੇ, ਸੁਬੇਗ ਸਿੰਘ ਜੀ ਜਾਂ ਹੋਰ ਜੋ ਸਿੰਘ ਨੇ, ਉਹ ਪੂਰਨ ਤੌਰ ਦੇ ਉੱਤੇ ਉਹਨਾਂ ਦੀ ਅਗਵਾਈ ਕਰ ਰਹੇ ਨੇ। ਤੇ ਫਿਰ 4 ਤਰੀਕ ਨੂੰ ਸਵੇਰੇ ਜਦੋਂ ਅੰਮ੍ਰਿਤ ਵੇਲੇ ਹੁਕਮਨਾਮਾ ਹੁੰਦਾ ਹੈ, ਪਾਲਕੀ ਦੇ ਨਾਲ ਜਨਰਲ ਸੁਬੇਗ ਸਿੰਘ ਜੀ ਆਉਂਦੇ ਨੇ। ਜਦੋਂ ਹੁਕਮਨਾਮਾ ਹੋਇਆ, ਉਸੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਦੇ ਜੋ ਗੋਲੇ ਸਨ ਉਹ ਵਰਾਉਣੇ ਸ਼ੁਰੂ ਕਰ ਦਿੱਤੇ। ਤੇ ਗੁਰੂ ਪਿਆਰ ਵਾਲਿਓ, ਇੱਕ ਅਸਾਵੀਂ ਜੰਗ ਜੋ ਸੀ ਉਹ ਸ਼ੁਰੂ ਹੋ ਗਈ। ਅਸਾਵੀਂ ਜੰਗ ਕਿਉਂ ਹੈ, ਕਿਉਂ ਕਰਕੇ ਅਸੀਂ ਇਸ ਜੰਗ ਨੂੰ ਅਸਾਵੀਂ ਜੰਗ ਕਹਿੰਦੇ ਹਾਂ, ਉਹਦੇ ਪਿੱਛੇ ਕੁਝ ਕਾਰਨ ਨੇ। ਗੁਰੂ ਪਿਆਰ ਵਾਲਿਓ, ਕਾਰਨ ਕੀ ਨੇ? ਜੇਕਰ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ ਇੱਕ ਪਾਸੇ ਭੁੱਖੇ ਭਾਣੇ ਸਿੰਘ ਨੇ, ਜਿਨ੍ਹਾਂ ਨੂੰ 4-5 ਦਿਨ ਤੋਂ ਘੇਰਾ ਹੈ, ਕੋਈ ਉਹਨਾਂ ਦੇ ਕੋਲ ਪਾਣੀ ਦੀ ਸਪਲਾਈ ਕੱਟੀ ਹੋਈ ਹੈ, ਅੱਤ ਦੀ ਗਰਮੀ ਹੈ, ਤੇ ਉਹਨਾਂ ਦੇ ਕੋਲ ਲੰਗਰ ਛਕਣ ਨੂੰ ਉਹਨਾਂ ਦੇ ਮੋਰਚਿਆਂ ਦੇ ਉੱਤੇ ਨਹੀਂ ਪਹੁੰਚ ਰਿਹਾ। ਉਹ ਜੋ ਨੇ ਭੁੱਖੇ ਭਾਣੇ, ਪੈਰਾਂ ਚੋਂ ਲੱਤਾਂ ਤੋਂ ਨੰਗੇ ਨੇ, ਗਲ ਦੇ ਵਿੱਚ ਉਹਨਾਂ ਦੇ ਜੋ ਨੇ ਉਹ ਚੋਲੇ ਪਏ ਹੋਏ ਨੇ, ਤੇ ਫਿਰ ਰਵਾਇਤੀ ਹਥਿਆਰ ਨੇ ਉਹਨਾਂ ਦੇ ਕੋਲ। ਤੇ ਦੂਜੇ ਪਾਸੇ ਦੁਨੀਆ ਦੀ ਚੌਥੀ ਵੱਡੀ ਤਾਕਤ ਤੇ ਉਹਦੇ ਨਾਲ ਰਸ਼ੀਆ, ਜਿਹਦਾ ਕਾਰਨ ਇਹ ਸੀ ਕਿ ਸੰਤ ਜਰਨੈਲ ਸਿੰਘ ਜੀ ਦੀ ਚੜ੍ਹਤ ਤੋਂ ਪਹਿਲਾਂ ਪੰਜਾਬ ਦੇ ਅੰਦਰ ਜੋ ਕਮਿਊਨਿਸਟ ਲੋਕੀ ਸਨ, ਉਹਨਾਂ ਨੇ ਜ਼ੋਰ ਪਕੜਿਆ ਹੋਇਆ ਸੀ। ਕਾਮਰੇਡ ਬਿਰਤੀ ਵਧੀ ਹੋਈ ਸੀ। ਸਾਡੇ ਸਿੱਖ ਨੌਜਵਾਨ ਧੜਾਧੜ ਕਾਮਰੇਡ ਬਣ ਰਹੇ ਸਨ। ਰੋਮਾਂ ਦੀ ਬੇਅਦਬੀ ਹੋ ਰਹੀ ਸੀ ਅਤੇ ਉਹ ਲੋਕੀ ਜੋ ਸਨ ਉਹ ਸਿੱਖੀ ਤੋਂ ਦੂਰ ਜਾ ਰਹੇ ਸਨ। ਸੰਤਾਂ ਦੇ ਆਉਣ ਦੇ ਨਾਲ ਜੋ ਧਰਮ ਪ੍ਰਚਾਰ ਦੀ ਇੱਕ ਲਹਿਰ ਚੱਲੀ, ਸਿੱਖ ਨੌਜਵਾਨ ਮੁੜ ਕੇ ਆਪਣੀ ਸਿੱਖੀ ਮੁਖਧਾਰਾ ਵੱਲ ਆ ਰਿਹਾ ਸੀ। ਆਪਣੇ ਤੌਰ ਦੇ ਉੱਤੇ ਰਸ਼ੀਆ ਪਰੇਸ਼ਾਨ ਸੀ ਕਿ ਭਾਈ ਸਾਡੀ ਜੋ
ਇਹ ਮਾਰਕਸਵਾਦ ਦੀ ਥਿਊਰੀ ਹੈ, ਜੋ ਕਮਿਊਨਿਸਟਿਜ਼ਮ ਜੋ ਸਾਡਾ ਵੱਧ ਰਿਹਾ ਹੈ, ਇਸ ਨੂੰ ਫੇਰ ਜੋ ਠੱਲ ਜੋ ਹੈ ਕੇਵਲ ਤੇ ਕੇਵਲ ਇਹ ਸਿੱਖ ਪ੍ਰਚਾਰ ਪਾ ਰਿਹਾ। ਹੁਣ ਇਸ ਨੂੰ ਇਸ ਕਰਕੇ ਵੀ ਤੇ ਦੂਜੀ ਥਿਊਰੀ ਜੋ ਸਾਹਮਣੇ ਆਉਂਦੀ ਹੈ, ਇੱਕ ਤਾਂ ਥਿਊਰੀ ਇਹ ਆ ਗਈ ਕਿ ਉਹ ਆਪਣੇ ਤੌਰ ਦੇ ਉੱਤੇ ਪਰੇਸ਼ਾਨ ਸੀ ਕਿ ਸਾਡਾ ਜੋ ਫਿਲਾਸਫੀ ਹੈ, ਸਾਡਾ ਜੋ ਫਲਸਫਾ ਹੈ, ਉਹਦੇ ਰਸਤੇ ਦੇ ਵਿੱਚ ਰੁਕਾਵਟ ਸਿੱਖ ਧਰਮ ਦੇ ਪ੍ਰਚਾਰਕ ਲੋਕੀ ਨੇ, ਸਿੱਖ ਧਰਮ ਹੀ ਹੈ ਜਿਹੜਾ ਨੌਜਵਾਨਾਂ ਨੂੰ ਮੁੜ ਕੇ ਸਿੱਖੀ ਲਾਈਨ ਵਾਲੇ ਪਾਸੇ, ਸਿੱਖੀ ਮੁਕਤਧਾਰਾ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਤੇ ਦੂਜੀ ਗੱਲ, ਉਸ ਦੀ ਭਾਰਤ ਵਰਸ਼ ਦੇ ਨਾਲ ਜੋ ਦੋਸਤੀ ਸੀ, ਉਸ ਦੋਸਤੀ ਨੂੰ ਵੀ ਉਹ ਨਿਭਾ ਰਿਹਾ ਸੀ, ਜਿਹਦੇ ਕਾਰਨ ਇਸ ਆਪਰੇਸ਼ਨ ਦੇ ਅੰਦਰ ਪੂਰਨ ਤੌਰ ਦੇ ਉੱਤੇ ਉਹ ਸਹਿਯੋਗੀ ਵੀ ਸੀ ਤੇ ਸਲਾਹਕਾਰ ਵੀ ਸੀ। ਉਹਦੇ ਨਾਲ ਬ੍ਰਿਟੇਨ ਜੋ ਸੀ, ਬਰਤਾਨੀਆ, ਦੂਜੀ ਵੱਡੀ ਤਾਕਤ, ਇਸ ਭਾਰਤ ਵਰਸ਼ ਦੇ ਨਾਲ ਉਹ ਵੀ ਮਿਲੀ ਹੋਈ ਸੀ, ਜਿਹਦੇ ਵਾਸਤੇ ਦੋ ਥਿਊਰੀ ਸਾਹਮਣੇ ਆਉਂਦੀਆਂ ਨੇ। ਇੱਕ ਥਿਊਰੀ ਇਹ ਦੱਸੀ ਜਾ ਰਹੀ ਹੈ ਕਿ ਉਹ ਆਪਣੇ ਨਾਲ ਹੋਇਆ ਜੋ, ਕਿਉਂਕਿ ਉਹਨਾਂ ਦਾ ਰਾਜ ਭਾਗ ਤੋਂ ਸਿੱਖਾਂ ਦੇ ਕਾਰਨ ਹੀ ਗਿਆ ਸੀ, ਸ਼ਾਇਦ ਉਹ ਉਹਨਾਂ ਦੇ ਅੰਦਰ ਇਸ ਗੱਲ ਦਾ ਦੁੱਖ ਸੀ। ਲੇਕਿਨ ਕੁਲਦੀਪ ਨਈਅਰ ਦੇ ਮੁਤਾਬਕ ਕਹਿੰਦਾ, ਜਦੋਂ ਮੈਂ ਇੰਦਰਾ ਗਾਂਧੀ ਨੂੰ ਪੁੱਛਿਆ ਕਿ ਭਾਈ ਤੈਨੂੰ ਬਰਤਾਨੀਆ ਦੀ ਜੋ ਮਹਾਰਾਣੀ ਹੈ ਉਹਦੇ ਕੋਲੋਂ ਸਪੋਰਟ ਕਿਵੇਂ ਮਿਲ ਗਈ, ਉਹ ਕਹਿਣ ਲੱਗੀ ਉਹ ਮੇਰੀ ਸਹੇਲੀ ਸੀ, ਉਹਦੇ ਨਾਲ ਮੇਰੀ ਰੋਜ਼ਾਨਾ ਗੱਲਬਾਤ ਹੁੰਦੀ ਸੀ ਤੇ ਉਹਨੇ ਬਰਤਾਨੀਆ ਦੇ ਕੋਲੋਂ ਵੀ ਜੋ ਟ੍ਰੇਨਿੰਗ ਦੇ ਅੰਦਰ ਜਾਂ ਦਿਸ਼ਾ ਨਿਰਦੇਸ਼ ਜੋ ਸਨ ਉਹ ਬਰਤਾਨੀਆ ਹਕੂਮਤ ਦੇ ਕੋਲੋਂ ਵੀ ਲਏ, ਜੋ ਜਗ ਜ਼ਾਹਿਰ ਹੋ ਚੁੱਕੇ ਨੇ। ਉਹ ਫਿਰ ਤੀਜੀ ਜੋ ਵੱਡੀ ਤਾਕਤ ਇਹਨਾਂ ਦੇ ਨਾਲ ਮਿਲ ਗਈ, ਉਹ ਇਸਰਾਇਲ ਸੀ, ਜਿਨ੍ਹਾਂ ਦੇ ਕਮਾਂਡਰਸ ਜੋ ਸਨ, ਉਹਨਾਂ ਨੇ ਇਹਨਾਂ ਦੇ ਕਮਾਂਡਰਸ ਨੂੰ ਟ੍ਰੇਨ ਕੀਤਾ, ਇਹਨਾਂ ਨੂੰ ਉਹ ਜ਼ਹਿਰੀਲੀ ਗੈਸ ਕਿਵੇਂ ਚਲਾਉਣੀ ਹੈ, ਕਿਹੜੇ ਕਿਹੜੇ ਹਥਿਆਰ ਚਲਾਉਣੇ ਨੇ, ਕਿਸ ਤਰੀਕੇ ਦੇ ਨਾਲ ਆਪਰੇਸ਼ਨ ਕਰਨਾ ਹੈ, ਉਹ ਸਾਰੀ ਟ੍ਰੇਨਿੰਗ ਦਿੱਤੀ। ਤੇ ਉਹ ਸਾਰਾ ਜੋ ਕੰਮ ਸੀ, ਇਹ ਵੱਡੀਆਂ ਤਿੰਨ ਤਾਕਤਾਂ ਭਾਰਤ ਵਰਸ਼ ਦੇ ਨਾਲ ਮਿਲੀਆਂ। ਤੇ ਦੂਜੇ ਪਾਸੇ ਗੁਰੂ ਪਿਆਰ ਵਾਲਿਓ, ਉਹ ਭੁੱਖੇ ਭਾਣੇ, ਜਿਨ੍ਹਾਂ ਦੇ ਕੋਲ ਪਤਾ ਨਹੀਂ ਕਿੰਨੇ 4 ਦਿਨ ਤੋਂ 6 ਦਿਨ ਤੋਂ ਪਾਣੀ ਨਹੀਂ ਛਕਿਆ, ਲੰਗਰ ਨਹੀਂ ਛਕਿਆ, ਕੱਪੜੇ ਜੋ ਨੇ ਉਹ ਸ਼ਾਇਦ ਬਦਲੀ ਨਹੀਂ ਹੋ ਸਕੇ, ਉਨੀਂਦਰੇ ਹੋਏ ਨੇ, ਨੀਂਦ ਪੂਰੀ ਨਹੀਂ ਕਰ ਸਕੇ, ਲੇਕਿਨ ਅੱਖਾਂ ਦੇ ਵਿੱਚ ਭਾਂਬੜ ਭਖ ਰਹੇ ਸਨ ਆਪਣੇ ਗੁਰੂ ਦੀ ਅਜ਼ਮਤ ਵਾਸਤੇ, ਆਪਣੇ ਗੁਰੂ ਘਰ ਦੀ ਰਖਵਾਲੀ ਵਾਸਤੇ। ਤੇ ਫਿਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਚੰਗੇ ਹਥਿਆਰ ਇਹਨਾਂ ਫੌਜਾਂ ਦੇ ਕੋਲ ਸਨ, ਟੈਂਕ ਸਨ, ਤੋਪਾਂ ਸਨ, ਬਖਤਰਬੰਦ ਗੱਡੀਆਂ ਸਨ, ਇਹਨਾਂ ਦੇ ਕੋਲ ਦੂਜੇ ਦੇਸ਼ਾਂ ਦੇ ਬਣਾਏ ਹੋਏ ਵਧੀਆ ਹਥਿਆਰ ਸਨ, ਫਿਰ ਚੰਗੀ ਟ੍ਰੇਨਿੰਗ ਇਹਨਾਂ ਲੋਕਾਂ ਦੇ ਕੋਲ ਸੀ, ਫਿਰ ਉਹਦੇ ਨਾਲ ਇਹਨਾਂ ਦੇ ਕੋਲ ਕਮਾਂਡੋ ਸਨ, 에ਅਰ ਫੋਰਸ, ਇਹਨਾਂ ਦੀ ਨੇਵਲ ਫੋਰਸ, ਇਹਨਾਂ ਦੀ ਜੋ ਆਰਟਿਲਰੀ ਹੈ, ਜ਼ਮੀਨੀ ਫੋਰਸ, ਇਹ ਸਾਰੀਆਂ ਦੀਆਂ ਸਾਰੀਆਂ ਉੱਤੇ ਇਸਤੇਮਾਲ ਹੋ ਰਹੀਆਂ ਨੇ। ਤੇ ਦਰਬਾਰ ਸਾਹਿਬ ਦਾ ਇਲਾਕਾ ਕਿੰਨਾ ਕੁਛ, ਤੇ ਅੰਦਰ ਜੋ ਉਹ ਜੁਝਾਰੂ ਬੈਠੇ ਹੋਏ ਨੇ, ਉਹਨਾਂ ਨੂੰ ਕੋਈ ਚੰਗੀ ਤਰਬੀਅਤ ਦੇਣ ਵਾਲਾ ਨਹੀਂ, ਇਹ ਸਾਰੇ ਚੰਗੀ ਤਰਬੀਅਤ ਲੈ ਕੇ ਆਏ ਨੇ। ਫਿਰ ਅਗਲੀ ਗੱਲ ਇਹ ਸੀ ਕਿ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਕਿ ਉਹ ਜੋ ਅੰਦਰ ਬੈਠੇ ਨੇ, ਜਿਹੜੇ ਮੋਰਚੇ ਦੇ ਉੱਤੇ ਨੇ, ਉਹਨਾਂ ਦੇ ਕੋਲ ਸਪਲਾਈ ਲਾਈਨ ਕੋਈ ਨਹੀਂ, ਇਹਨਾਂ ਦੇ ਕੋਲ ਪੂਰਨ ਤੌਰ ਦੇ ਉੱਤੇ ਸਪਲਾਈ ਲਾਈਨ ਹੈ, ਜਿੱਥੇ ਇਹਨਾਂ ਦਾ ਗੋਲਾ ਬਾਰੂਦ, ਜਿਸ ਕਿਸਮ ਦੇ ਹਥਿਆਰ ਦੀ ਲੋੜ ਹੈ, ਉਹ ਇਹਨਾਂ ਨੂੰ ਫਟਾਫਟ ਪਿੱਛੋਂ ਸਪਲਾਈ ਲਾਈਨ ਲੱਭ ਰਹੀ ਹੈ, ਉੱਥੇ ਉਹਨਾਂ ਦੇ ਕੋਲ ਸਪਲਾਈ ਲਾਈਨ ਕੋਈ ਨਹੀਂ। ਅਸੀਂ ਜਸਵੰਤ ਸਿੰਘ ਜੀ ਦੀਵਾਨ ਮੰਜੀ ਹਾਲ ਤੋਂ ਕਥਾ ਕਰ ਰਹੇ ਸੀ ਕਿ ਮੈਂ ਮੱਥਾ ਟੇਕਣ ਆਇਆ ਸੀ ਤੇ ਮੇਰੇ ਇੱਕ ਚਾਚਾ ਜੀ ਸੀ, ਕਹਿਣ ਲੱਗੇ ਭਾਈ ਇਹ 300 ਰੌਂਦ ਉੱਥੇ ਪਕੜਾ ਕੇ ਆ। ਭਾਵ ਜੋ ਸੰਗਤ ਵੀ ਆਈ ਸੀ ਉਹ ਵੀ ਥੋੜਾ ਬਹੁਤਾ ਚਲਾਣਾ ਤੇ ਨਹੀਂ ਸੀ ਜਾਣਦੀ, ਕੋਈ ਥੋੜੀ ਬਹੁਤੀ ਉਹਨਾਂ ਮੋਰਚਿਆਂ ਦੇ ਉੱਤੇ ਜੋ ਸੀ ਸੇਵਾ ਕਰ ਰਹੀ ਸੀ, ਕੋਈ ਚੀਜ਼ ਪਕੜਾ ਕੇ ਆ ਗਈ। ਬਾਕੀ ਆਰਮੀ ਦੇ ਕੋਲ ਪੂਰਨ ਤੌਰ ਦੇ ਉੱਤੇ ਤਿਆਰੀ ਸੀ ਅਤੇ ਪੂਰਨ ਤੌਰ ਦੇ ਉੱਤੇ ਇਹਨਾਂ ਦੀ ਸਪਲਾਈ ਲਾਈਨ ਹਰ ਤਰੀਕੇ ਦੀ ਇਹਨਾਂ ਦੇ ਪਿੱਛੇ ਕੰਮ ਕਰ ਰਹੀ ਸੀ। ਜੇ ਕਦੇ ਸਿੰਘ ਕੋਈ ਜ਼ਖਮੀ ਹੋ ਜਾਂਦਾ, ਖੂਨ ਬਹਿ ਗਿਆ, ਉੱਥੇ ਹੀ ਸ਼ਹੀਦ ਹੋ ਗਿਆ, ਲੇਕਿਨ ਇਹਨਾਂ ਦੇ ਜ਼ਖਮੀਆਂ ਨੂੰ ਚੁੱਕਣ ਦਾ, ਉਹਨਾਂ ਦਾ ਦਵਾਈ ਦਾਰੂ ਕਰਨ ਦਾ ਪੂਰਨ ਤੌਰ ਦੇ ਉੱਤੇ ਜੋ ਸੀ ਪ੍ਰਬੰਧ ਸੀ। ਤੇ ਗੁਰੂ ਪਿਆਰ ਵਾਲਿਓ, ਫਿਰ ਇਹਨਾਂ ਦੇ ਜਰਨੈਲ ਦੂਰ ਬੈਠੇ ਹੋਏ ਡਰ ਰਹੇ ਸਨ, ਕੰਬ ਰਹੇ ਸਨ, ਆਪਣੇ ਫੌਜੀਆਂ ਨੂੰ ਭੇਜ ਰਹੇ ਸਨ। ਤੁਸੀਂ ਜੋ ਵੀਡੀਓਜ਼ ਉਸ ਵੇਲੇ ਦੀਆਂ ਦੇਖੀਆਂ ਨੇ, ਇੱਕ ਬ੍ਰਿਗੇਡ ਕਮਾਂਡਰ ਸਾਡੀਆਂ ਉਹਨਾਂ ਮੋਰਚਾਬੰਦੀਆਂ ਵਾਲੇ ਪਾਸੇ ਇਸ਼ਾਰੇ ਕਰਕੇ ਦੱਸ ਰਿਹਾ ਹੈ ਭਾਈ ਕਿਵੇਂ ਉੱਥੋਂ ਫਾਇਰ ਆਇਆ, ਸਾਨੂੰ ਸਮਝ ਨਹੀਂ ਆ ਰਹੀ। ਇਸਰਾਰ ਖਾਨ ਜੋ ਰਿਪੋਰਟਿੰਗ ਕਰ ਰਿਹਾ, ਜਿਹਦੀ ਸਭ ਤੋਂ ਪਹਿਲਾਂ ਰੈਜੀਮੈਂਟ ਅੰਦਰ ਗਈ, ਕਿੰਨਾ ਡਰਿਆ ਹੋਇਆ ਰਿਪੋਰਟਿੰਗ ਕਰ ਰਿਹਾ ਹੈ ਤੇ ਕਹਿੰਦਾ ਸਾਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਇਹ ਫਾਇਰ ਆ ਕਿੱਥੇ ਰਹੇ ਨੇ, ਸਾਨੂੰ ਆਪਣੇ ਸਿਰਫ ਫੌਜੀ ਢਹਿੰਦੇ ਹੀ ਦਿਸਦੇ ਸਨ। ਕਿਤਨੇ ਕਮਾਲ ਦੀ ਮੋਰਚਾਬੰਦੀ ਸੀ। ਅੱਜ ਜੋ ਚਸ਼ਮਦੀਦ ਗਵਾਹ ਨੇ ਉਹ ਇਹ ਦੱਸਦੇ ਨੇ ਕਿ ਅੰਦਰ ਦੇ ਉਸ ਜਰਨੈਲ ਨੇ ਕਮਾਲ ਦੀ ਮੋਰਚਾਬੰਦੀ ਸੀ, ਜਿਸ ਦੇ ਵਾਸਤੇ ਇਹ ਗੱਲ ਕਹੀ ਗਈ। ਕੁਲਦੀਪ ਨਈਅਰ ਕਹਿੰਦਾ ਹੈ ਕਿ ਅਸੀਂ ਤਾਂ ਸੋਚਦੇ ਸੀ ਅਸੀਂ 2-3 ਘੰਟੇ ਦੇ ਅੰਦਰ ਕੰਪਲੈਕਸ ਨੂੰ ਖਾਲੀ ਕਰਵਾ ਲਾਂਗੇ, ਲੇਕਿਨ ਇੱਕ ਡਰ ਸਤਾ ਰਿਹਾ ਸੀ ਕਿ ਅੰਦਰ ਜਨਰਲ ਸੁਬੇਗ ਸਿੰਘ ਬੈਠਾ ਹੈ। ਅਤੇ ਉਹ ਗੱਲ ਸੱਚ ਸਾਬਤ ਹੋ ਗਈ ਜਦੋਂ ਅਸੀਂ ਅੱਜ ਪੜ੍ਹ ਰਹੇ ਹਾਂ, ਦੇਖ ਰਹੇ ਹਾਂ ਕਿ 3 ਤਾਰੀਖ ਨੂੰ ਪੂਰਨ ਤੌਰ ਦੇ ਉੱਤੇ ਜੋ ਮੋਰਚਾਬੰਦੀ ਸੀ ਉਹ ਜਨਰਲ ਸੁਬੇਗ ਸਿੰਘ ਜੀ ਨੇ ਬਦਲੀ ਕਰ ਦਿੱਤੀ। ਜੋ ਇਹਨਾਂ ਦੇ ਕੋਲ ਏਜੰਸੀ ਦੀ ਰਿਪੋਰਟ ਸਨ, ਜੋ ਇਹਨਾਂ ਨੂੰ ਦੱਸਿਆ ਗਿਆ ਸੀ, ਇਹ ਉਹਦੇ ਕੋਲ ਬਿਲਕੁਲ ਬੇਖਬਰ ਹੋ ਗਏ। ਤੇ ਉਹ ਕਹਿੰਦਾ ਹੈ ਕਿ ਅਸੀਂ ਕਦੀ ਵੀ ਆਰਮੀ ਟ੍ਰੇਨਿੰਗ ਦੇ ਅੰਦਰ ਜਾਂ ਜੰਗਾਂ ਦੇ ਅੰਦਰ ਇਹੋ ਜਿਹੇ ਤਰੀਕੇ ਦੀ ਗੋਲੀਬਾਰੀ ਨਹੀਂ ਦੇਖੀ
ਕਿ ਗੋਲੀ ਜਿਹੜੀ ਵੀ ਲੱਗ ਰਹੀ ਸੀ ਉਹ ਗੋਡੇ ਤੋਂ ਥੱਲੇ ਲੱਗ ਰਹੀ ਸੀ, ਗਿੱਟਿਆਂ ਦੇ ਵਿੱਚ ਲੱਗ ਰਹੀ ਸੀ, ਗੋਡੇ ਤੋਂ ਥੱਲੇ ਲੱਗ ਰਹੀ ਸੀ। ਬੰਦਾ ਧਰਤੀ ਤੇ ਟੈਂਦਾ ਸੀ, ਉਹਨੂੰ ਲੱਗਦੀ ਸੀ ਕਿ ਜ਼ਮੀਨ ਦੇ ਅੰਦਰੋਂ ਪਤਾ ਲੱਗ ਰਿਹਾ ਸੀ ਕਿ ਜ਼ਮੀਨ ਦੇ ਅੰਦਰੋਂ ਗੋਲੀਆਂ ਆ ਰਹੀਆਂ ਨੇ, ਸਮਝ ਨਹੀਂ ਸੀ ਆ ਰਹੀ ਆ ਕਿੱਥੋਂ ਰਹੀਆਂ ਨੇ। ਅਤੇ 2 ਵਾਰ ਇਹਨਾਂ ਨੂੰ ਉਹ ਬਿਗਲ ਵਜਾਉਣਾ ਪਿਆ ਜਿਹੜਾ 1965 ਦੀ ਜੰਗ ਵਿੱਚ ਵੀ ਲਿਜਾਇਆ ਜਾਂਦਾ ਹੈ, ਜਿਹਦੇ ਨਾਲ ਆਰਮੀ ਨੂੰ ਰੋਕ ਲਿਆ ਜਾਂਦਾ ਵੀ ਜਿਹੜਾ ਜਿੱਥੇ ਖੜੇ ਹੋ ਉੱਥੇ ਰੁਕ ਜਾਓ, ਸਾਡਾ ਚਾਰਾ ਕੋਈ ਨਹੀਂ ਚੱਲ ਰਿਹਾ। ਇਹ ਉਹਨਾਂ ਸੂਰਬੀਰ ਯੋਧਿਆਂ ਦੀ ਮੈਂ ਬਹਾਦਰੀ ਦੀ ਗੱਲ ਕਰ ਰਿਹਾ ਜਿਹੜੇ ਗੁਰੂ ਪਿਆਰ ਵਾਲੇ ਅੰਦਰ ਬੈਠੇ ਸਨ। ਤੇ ਫਿਰ ਜੋ ਚਸ਼ਮਦੀਦ ਗਵਾਹ ਨੇ ਉਹ ਕਹਿੰਦੇ ਨੇ ਇੱਕ ਪਾਸੇ ਇਹਨਾਂ ਦੇ ਜਰਨੈਲ ਬਾਹਰ ਬੈਠੇ ਥਰ-ਥਰ ਕੰਬ ਰਹੇ ਸਨ, ਜੰਗ ਖਤਮ ਹੋਣ ਤੋਂ ਬਾਅਦ ਪਰਿਕਰਮਾ ਵਿੱਚ ਖੜੇ ਇੰਟਰਵਿਊ ਦਿੰਦੇ ਹੋਏ ਥਰ-ਥਰ ਕੰਬ ਰਹੇ ਸਨ, ਜ਼ਬਾਨ ਜੋ ਸੀ ਸਾਫ਼ ਇਹਨਾਂ ਦਾ ਸਾਥ ਨਹੀਂ ਦੇ ਰਹੀ। ਤੇ ਦੂਜੇ ਪਾਸੇ ਭਾਈ ਅਮਰੀਕ ਸਿੰਘ ਜੀ ਰਾਤ 9 ਵਜੇ ਮੋਰਚਿਆਂ ਦੇ ਉੱਤੇ ਆਪ ਜਾ ਕੇ ਸਿੰਘਾਂ ਨੂੰ ਜੋ ਸੀ ਉਸ਼ਾਬਾਸ਼ੀ ਦੇ ਰਹੇ ਸਨ। ਜਨਰਲ ਸੁਬੇਗ ਸਿੰਘ ਜੀ ਆਪ ਮੋਰਚਿਆਂ ਦੇ ਉੱਤੇ ਜਾ ਰਹੇ ਸਨ ਤੇ ਸਿੰਘਾਂ ਨੂੰ ਜੋ ਸੀ ਉਹ ਦਲੇਰੀ ਦੇ ਰਹੇ ਸਨ। ਤੇ ਕਿਸੇ ਵਿਦਵਾਨ ਨੇ ਬੜਾ ਸੁੰਦਰ ਕਰਕੇ ਲਿਖਿਆ ਹੈ ਕਿ ਉਸ ਵੇਲੇ ਇਹ ਇੱਕ ਸੁਨੇਹਾ ਜੋ ਸੀ ਸਰਕਾਰ ਭਾਰਤ ਵਰਸ਼ ਨੂੰ ਦਿੱਤਾ ਜਾ ਰਿਹਾ ਸੀ ਕਿ ਇਹ ਸਰਫਰੋਸ਼ਾਂ ਦਾ ਕਾਫਲਾ ਏ, ਤੂੰ ਨਹੀਂ ਜਾਣਦਾ ਐ ਹਿੰਦੁਸਤਾਨ ਵਾਲੇ, ਇਹਦੇ ਧੂੜ ਤੇ ਇੱਕ ਇੱਕ ਜਰਿਆਂ ਨੂੰ, ਇਹਦੀ ਧੂੜ ਤੇ ਇੱਕ ਇੱਕ ਜਰਿਆਂ ਉੱਤੇ, ਇਹਦੀ ਧੂੜ ਤੇ ਇੱਕ ਇੱਕ ਜਰਿਆਂ ਨੂੰ ਪਲਕਾਂ ਉੱਤੇ ਬਿਠਾਉਣਗੇ ਆਉਣ ਵਾਲੇ। ਗੱਲ ਇਹਨਾਂ ਦੀ ਹੋਵੇਗੀ ਮਹਿਫਲਾਂ ਵਿੱਚ, ਸਾਕੀ ਬਣਨਗੇ ਇਹਨਾਂ ਨੂੰ ਮਿਟਾਉਣ ਵਾਲੇ। ਇਹਨਾਂ ਖੋਪਰ ਦੇ ਕਾਸੇ ਵਿੱਚ ਬੰਦ ਕਰਕੇ ਰੱਖੇ ਹੋਏ ਨੇ ਜਜ਼ਬੇ ਤੂਫਾਨ ਵਾਲੇ। ਇਹ ਖੰਡੇ ਦੀ ਧਾਰ ਚੋਂ ਜਨਮੇ ਆਏ, ਹੱਥ ਦੇਖੇ ਨੇ ਕਈਆਂ ਕਿਰਪਾਨ ਵਾਲੇ। ਵੀਰ ਪਿਤਾ ਦਸ਼ਮੇਸ਼ ਦੇ ਆਖਦੇ ਡੰਕੇ ਵਜਣਗੇ ਪੰਥ ਦੀ ਸ਼ਾਨ ਵਾਲੇ। ਕਹਿੰਦੇ ਨੇ ਇਹ ਸੰਬੋਧਨ ਕੀਤਾ ਜਾ ਰਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਿ ਭਾਈ ਤੁਸੀਂ ਧੋਖੇ ਦੇ ਅੰਦਰ ਹੋ, ਤੁਹਾਨੂੰ ਗਲਤ ਭੁਲੇਖਾ ਹੈ ਕਿ ਇਹ ਮੁੱਠੀ ਭਰ ਸਿੰਘ ਨੇ, ਬਲਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਦੁਲੇ ਸ਼ੇਰ ਨੇ ਜਿਹੜੇ ਇਹਨਾਂ ਨੂੰ ਤੋਂ ਤੁਸੀਂ ਮਿਟਾਉਣ ਦੀ ਗੱਲ ਕਰ ਰਹੇ ਹੋ, ਮਿਟ ਨਹੀਂ ਸਕਦੇ। ਦੂਜੇ ਪਾਸੇ ਬਾਹਰ ਬੈਠਾ ਹੋਇਆ ਉਹ ਜਰਨੈਲ ਫੌਜ ਦਾ ਉਹ ਆਪਣੇ ਫੌਜੀਆਂ ਨੂੰ ਸੰਬੋਧਨ ਕਰ ਰਿਹਾ ਸੀ ਕਿ ਤੁਸੀਂ ਇਹ ਨਾ ਸਮਝੋ ਅਸੀਂ ਕਿਸੇ ਪਵਿੱਤਰ ਸਥਾਨ ਦੇ ਉੱਤੇ ਹਮਲਾ ਕਰ ਰਹੇ ਹਾਂ, ਇਹਦੇ ਅੰਦਰ ਦੇਸ਼ ਦੇ ਦੁਸ਼ਮਣ ਬੈਠੇ ਨੇ, ਇਹਨਾਂ ਨੇ ਕੱਲ ਵੱਖਰੇ ਦੇਸ਼ ਦਾ ਜੋ ਹੈ ਐਲਾਨ ਕਰ ਦੇਣਾ ਹੈ। ਇਹ ਬਾਗੀ ਨੇ, ਇਹ ਜੋ ਗਦਾਰ ਨੇ, ਇਹ ਦੇਸ਼ ਧਰੋਹੀ ਨੇ। ਤੇ ਗੁਰੂ ਪਿਆਰ ਵਾਲਿਓ ਜਿਹੜੇ ਜਿਨ੍ਹਾਂ ਦੀ ਅਣਖ ਗੈਰਤ ਖੂਨ ਦੇ ਅੰਦਰ ਹੁੰਦੀ ਹੈ ਉਹ ਤਾਂ ਜਵਾਬ ਦੇ ਰਹੇ ਸਨ ਕਿ ਤੂੰ ਸਾਨੂੰ ਬਾਗੀ ਕਹਿ ਰਿਹਾ, ਅਸੀਂ ਮੰਨਦੇ ਹਾਂ। ਗੁਰੂ ਦਸ਼ਮੇਸ਼ ਬਾਗੀ, ਨਲੂਆ ਵੀਰ ਬਾਗੀ, ਸਾਡਾ ਬਾਗੀ ਹੈ ਪੰਥ ਪਰਿਵਾਰ ਸਿੰਘੋ, ਸਾਡਾ ਖੂਨ ਬਾਗੀ, ਸਾਡੀ ਜਾਤ ਬਾਗੀ, ਸਾਡੀ ਬਾਗੀਆਂ ਨਾਲ ਵਿਹਾਰ ਸਿੰਘੋ, ਬਾਗੀ ਨਾਮ ਸਾਡਾ ਜੰਮੇ ਬਾਗੀਆਂ ਦੇ, ਸਾਡਾ ਬਾਗੀਆਂ ਨਾਲ ਪਿਆਰ ਸਿੰਘੋ। ਉਦਮ ਸਿੰਘ ਬਾਗੀ, ਭਗਤ ਸਿੰਘ ਬਾਗੀ, ਸਾਡਾ ਬਾਗੀ ਸੀ ਸਰਾਭਾ ਸਰਦਾਰ ਸਿੰਘੋ, ਅਸੀਂ ਰਾਜੇ ਜਾਂ ਬਾਗੀ ਸਿੰਘੋ, ਕੰਬੇਗੀ ਸਾਡੇ ਤੋਂ ਸਰਕਾਰ ਸਿੰਘੋ। ਉਹ ਕਹਿ ਰਹੇ ਸਨ ਅਸੀਂ ਸੱਚਮੁੱਚ ਵਿੱਚ ਬਾਗੀ ਹਾਂ। ਤੂੰ ਇਹ ਗੱਲ ਨਾ ਸਮਝ ਕਿ ਤੂੰ ਸਾਨੂੰ ਬਾਗੀ ਕਹਿ ਰਿਹਾ ਹੈ, ਅਸੀਂ ਬਾਗੀ ਹਾਂ, ਹਕੀਕਤ ਦੇ ਵਿੱਚ ਬਾਗੀ ਹਾਂ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਦੇ ਉੱਤੇ ਤੁਸੀਂ ਆ ਰਹੇ ਹੋ ਉਹਦੇ ਵਾਸਤੇ ਉਹਨਾਂ ਦਾ ਖਿਆਲ ਸੀ ਜੜੋਂ ਮੇਂ ਇਸਕੇ ਸ਼ਹੀदों का खून है, अहले जमाना चले जरा होश से, ਕਿ ਜਿਸ ਧਰਤੀ ਦੇ ਉੱਤੇ ਤੁਸੀਂ ਪੈਰ ਰੱਖ ਰਹੇ ਹੋ ਇਹਦੇ ਜ਼ਰੇ ਜ਼ਰੇ ਵੀ ਸਾਡੇ ਸ਼ਹੀਦਾਂ ਦਾ ਖੂਨ ਹੈ। ਕਿਤੇ ਭੁੱਲ ਕੇ ਵੀ ਇਸ ਪਾਸੇ ਆਓਗੇ ਤੇ ਤੁਹਾਨੂੰ ਮੂੰਹ ਦੀ ਜੋ ਹੈ ਉਹ ਖਾਣੀ ਪਵੇਗੀ। ਗੁਰੂ ਪਿਆਰ ਵਾਲਿਓ ਉਹ ਅਸਾਮੀ ਜੰਗ ਸ਼ੁਰੂ ਹੋਈ, ਅੱਤ ਦਾ ਜ਼ੁਲਮ ਹੋਇਆ ਜੋ ਆਪ ਜੀ ਅੱਜ ਸਾਰੇ ਸਰਵਣ ਕਰ ਰਹੇ ਹੋ ਕਿ ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਜੋ ਸਨ ਮਾਰੀਆਂ ਗਈਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਪਰਿਕਰਮਾ ਦੇ ਅੰਦਰ ਸੰਗਤਾਂ ਨੂੰ ਮਾਰ ਦਿੱਤਾ ਗਿਆ, ਜੋ ਸਰਾਵਾਂ ਦੇ ਅੰਦਰ ਸੰਗਤਾਂ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜ਼ੁਲਮ ਜੋ ਸੀ ਅੱਤ ਦਾ ਕੀਤਾ, ਜੋ ਲੜਨ ਵਾਲੇ ਸਨ ਉਹ ਤਾਂ ਗਿਣਤੀ ਦੇ ਸਨ, ਉਹ ਤਾਂ ਘੱਟ ਸਨ, ਲੇਕਿਨ ਦੂਜੇ ਪਾਸੇ ਜੋ ਜ਼ੁਲਮ ਸੀ ਉਹ ਇਹ ਸੀ ਕਿ ਜੋ ਵੀ ਦਰਬਾਰ ਸਾਹਿਬ ਦੇ ਉਸ ਕੰਪਲੈਕਸ ਦੇ ਅੰਦਰ ਮਿਲਿਆ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਗਿਆ। ਇੱਕ ਵਿਦੇਸ਼ੀ ਪੱਤਰਕਾਰ ਕਹਿੰਦੀ ਹੈ ਕਿ ਜਦੋਂ ਮੈਂ ਚਸ਼ਮਦੀਦ ਗਵਾਹਾਂ ਤੋਂ ਇਹਨਾਂ ਦੇ ਬਾਰੇ ਚ ਪਤਾ ਕੀਤਾ ਜਾਂ ਕੁਝ ਹਾਲਾਤ ਮੈਂ ਦੇਖੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਫੌਜ ਪਾਗਲ ਹੋ ਚੁੱਕੀ ਸੀ, ਉਹਨਾਂ ਨੂੰ ਜੋ ਦਿਸਿਆ ਉਹਨਾਂ ਨੇ ਮਾਰ ਦਿੱਤਾ। ਅੱਤ ਦਾ ਜ਼ੁਲਮ ਸੀ। ਟੈਂਕੀ ਪਾਣੀ ਵਾਲੀ ਤੋੜਨ ਤੋਂ ਬਾਅਦ ਕੰਪਲੈਕਸ ਦੇ ਅੰਦਰ ਪਾਣੀ ਜਿਹਦੇ ਅੰਦਰ ਗੰਦਗੀ ਵੀ ਮਿਲੀ ਹੋਈ ਸੀ, ਖੂਨ ਵੀ ਮਿਲਿਆ ਸੀ, ਪਿਆਸੇ ਸਿੰਘਾਂ ਨੇ ਜੇਕਰ ਉੱਥੋਂ ਪਾਣੀ ਪੀਣ ਦਾ ਯਤਨ ਕੀਤਾ ਗੋਲੀ ਮਾਰ ਦਿੱਤੀ ਗਈ। ਮਾਤਾ ਦੀਆਂ ਛਾਤੀਆਂ ਤੋਂ ਬੱਚੇ ਚੁੱਕ ਕੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਗਈ, ਧਰਤੀ ਤੋਂ ਬੱਚਿਆਂ ਨੂੰ ਚੁੱਕ ਕੇ ਜ਼ਮੀਨ ਦੇ ਨਾਲ ਪਟਕ ਕੇ ਗੋਲੀ ਮਾਰ ਦਿੱਤੀ ਗਈ ਜਾਂ ਜ਼ਮੀਨ ਦੇ ਕੰਧਾਂ ਦੇ ਨਾਲ ਪਟਕ ਕੇ ਮਾਰ ਦਿੱਤਾ ਗਿਆ। ਇੱਕ ਇੱਕ ਕਮਰੇ ਦੇ ਅੰਦਰ ਜਿੱਥੇ 18 ਤੋਂ 20 ਬੰਦੇ ਬੈਠ ਸਕਦੇ ਸਨ, ਕੁਸੇੜ ਕੇ ਬੰਦ ਕਰਕੇ ਬਾਹਰੋਂ ਦੀ ਕੁੰਡਾ ਮਾਰ ਦਿੱਤਾ ਗਿਆ। ਅੱਧੇ ਤੋਂ ਜ਼ਿਆਦਾ ਚਸ਼ਮਦੀਦ ਗਵਾਹ ਕਹਿੰਦੇ ਨੇ ਅੱਧੇ ਤੋਂ ਜ਼ਿਆਦਾ ਜੋ ਸਨ ਉਹ ਸਵਾਹ ਕੋਟ ਹੋ ਕੇ ਮਰ ਗਏ। ਕਈ ਪਾਣੀ ਤੋਂ ਦੇ ਬਿਨਾ ਤੜਪ ਕੇ ਜੋ ਸਨ ਉੱਥੇ ਸ਼ਹੀਦ ਹੋ ਗਏ। ਤੇ ਜੋ ਉਹ ਸਮੇਂ ਦੇ ਜ਼ਾਲਮ ਸਨ ਉਹ ਸਿਰਫ ਇੱਕੋ ਫਤੂਰ ਲੈ ਕੇ ਚੱਲ ਰਹੇ ਸਨ ਕਿ ਅਸੀਂ ਜੰਗ ਜਿੱਤਣੀ। ਗੁਰੂ ਪਿਆਰ ਵਾਲਿਓ ਅੰਦਰ ਬੈਠੇ ਹੋਏ
ਉਹ ਜੋ ਸੂਰਬੀਰ ਯੋਧੇ ਸਨ, ਉਹ ਜੂਝ ਕੇ ਜੋ ਸਨ ਸ਼ਹੀਦ ਹੋ ਰਹੇ ਸਨ ਅਤੇ ਉਹਨਾਂ ਦੇ ਸਾਹਮਣੇ ਇੱਕ ਪਾਸੇ ਤਨਖਾਹ ਲੈਣ ਵਾਲੇ ਮਜਬੂਰੀ ਵਸ ਜੋ ਸਨ ਉਹ ਲੜ ਰਹੇ ਸਨ, ਜਿਨ੍ਹਾਂ ਨੂੰ ਮਜਬੂਰੀ ਵਸ ਲੜਨਾ ਸੀ ਅਤੇ ਗੋਲੀਆਂ ਦਾ ਸ਼ਿਕਾਰ ਹੋ ਰਹੇ ਸਨ। ਮਜਬੂਰੀ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਨੇ ਨੂੰ ਤਨਖਾਹ ਲੱਭਦੀ ਸੀ, ਉਹ ਖੁਸ਼ ਹੋ ਕੇ ਨਹੀਂ ਸਨ ਲੜ ਰਹੇ। ਤੇ ਦੂਜੇ ਪਾਸੇ ਜਾਂ ਉਹਨਾਂ ਦੇ ਅੰਦਰ ਫਤੂਰ ਹੋ ਸਕਦਾ ਸੀ, ਜਨੂਨ, ਕੁਝ ਲੋਕਾਂ ਦੇ ਅੰਦਰ ਧਰਮ ਦਾ ਜਨੂਨ ਹੋ ਸਕਦਾ ਸੀ, ਲੇਕਿਨ ਦੂਜੇ ਪਾਸੇ ਉਹ ਲੜਨ ਵਾਲੇ ਸਨ ਜਿਹੜੇ ਆਪਣੇ ਗੁਰੂ ਪ੍ਰਤੀ ਪਿਆਰ ਰੱਖ ਕੇ ਲੜਨ ਵਾਲੇ ਸਨ, ਜਿਹੜੇ ਆਪਣੇ ਗੁਰੂ ਦੀ ਅਜ਼ਮਤ ਦੇ ਵਾਸਤੇ ਬੈਠੇ ਹੋਏ ਸਨ ਅਤੇ ਜਿਨ੍ਹਾਂ ਨੇ ਸਾਕਾ ਚਮਕੌਰ ਜੋ ਸੀ ਉਸ ਨੂੰ ਦੁਬਾਰਾ ਜਿਹੜਾ ਸੀ ਉਹ ਦੁਹਰਾਉਣਾ ਸੀ। ਸੰਤ ਬਾਬਾ ਜਰਨੈਲ ਸਿੰਘ ਅਤੇ ਹੋਰ ਜੋ ਅੰਦਰ ਬੈਠੇ ਹੋਏ ਜਰਨੈਲ ਸਨ, ਉਹਨਾਂ ਨੇ ਉਸ ਜ਼ੁਲਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿੰਘਾਂ ਨੂੰ ਇੱਕ ਗੱਲ ਸੰਬੋਧਨ ਹੋ ਕੇ ਕਿਹਾ ਸੀ ਕਿ ਕੰਨੀ ਨਾ ਕਤਰਾਵੋ ਸਿੰਘੋ, ਹੁਣ ਖੋਲ ਸਮੇਂ ਦੇ ਕੰਨ ਦਿਓ, ਹਿੰਮਤ ਦਾ ਮਾਰੋ ਬਣ ਕੋਈ, ਜ਼ਾਲਮ ਦਾ ਬਿਸਤਰ ਬਣ ਦਿਓ, ਜੇ ਸਿੱਖੋ ਤੇਗ ਬਹਾਦਰ ਦੇ ਤੇ ਦਸਮ ਪਿਤਾ ਨੂੰ ਮੰਨਦੇ ਹੋ, ਆਰੇ ਨਾ ਸੀਸ ਫਿਰਾਵੋ, ਹੁਣ ਆਰੇ ਦੇ ਦੰਦੇ ਭੰਨ ਦਿਓ, ਹੋਰ ਹੁਣ ਬਿਪਤਾ ਨਹੀਂ ਸਹਿਣੀ, ਅਸੀਂ ਪਹਿਲਾਂ ਬੜੀ ਸਹਾਰੀ ਹੈ, ਖੰਡੇ ਬਾਟੇ ਅੰਮ੍ਰਿਤ ਦੀ ਸਿੰਘੋ ਤਸੀਰ ਨਿਆਰੀ ਹੈ। ਕਿ ਸਿੰਘੋ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਇਸ ਕਰਕੇ ਹੁਣ ਇਹ ਜ਼ੁਲਮ ਕਿੰਨਾ ਕੁ ਸਹਾਵਾਂਗੇ। ਤੇ ਗੁਰੂ ਪਿਆਰ ਵਾਲੇ ਦੂਜੇ ਪਾਸੇ ਇੱਕ ਜੂਝਣ ਵਾਲੇ ਸਨ, ਦੂਜੇ ਪਾਸੇ ਉਹ ਸੂਰਮੇ ਸਨ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਰੋਜ਼ ਦੀ ਮਰਿਆਦਾ ਨਿਭਾਉਂਦੇ ਹੋਏ ਕੀਰਤਨ ਕਰ ਰਹੇ ਸਨ। 72 ਘੰਟੇ ਉਹ ਕੀਰਤਨ ਨਿਰੰਤਰ ਜਾਰੀ ਰੱਖਿਆ, ਸਿੰਘ ਕੀਰਤਨ ਕਰਦੇ ਸ਼ਹੀਦ ਹੋ ਗਏ। ਉੱਥੇ ਕੀਰਤਨ ਕਰਦੇ ਸ਼ਹੀਦ ਹੋ ਗਏ, ਸਿੰਘ ਉੱਠਿਆ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀ ਵੱਜੀ, ਜਿਹਦੇ ਕੱਲ ਅਸੀਂ ਦਰਸ਼ਨ ਕਰ ਰਹੇ ਸੀ, ਉਹ ਪੰਨੇ ਜੋ ਉਹਨਾਂ ਦੇ ਵਿੱਚੋਂ ਚੀਰ ਕੇ ਲੰਘੀ ਹੈ, ਉਹ ਗੋਲੀ ਜੋ ਹੈ ਸੰਭਾਲ ਕੇ ਰੱਖੀ ਗਈ। ਇੱਕ ਸੁਨੇਹਾ ਜ਼ਾਲਮ ਨੂੰ ਕਿ ਜ਼ਾਲਮ ਤੇਰੀ ਗੋਲੀ ਤੱਕ ਨੂੰ ਵੀ ਸੰਭਾਲ ਲਿਆ ਜਾਂਦਾ ਹੈ। ਅਸੀਂ ਆਪਣੇ ਜ਼ਖਮ ਜੋ ਨੇ ਸਦੀਵੀ ਤੌਰ ਦੇ ਉੱਤੇ ਲਿਖਦੇ ਹਾਂ, ਕਿਤੇ ਇਹ ਨਾ ਸੋਚੀ ਕਿ ਤੂੰ ਸਾਨੂੰ ਨਸਤੋ ਨਬੂਦ ਕਰ ਲੇਗਾ, ਕਿਤੇ ਡਰਾ ਲਵੇਂਗਾ, ਕਿਤੇ ਸਾਡੀ ਮਾਨਸਿਕਤਾ ਜੋ ਹੈ ਉਸ ਨੂੰ ਗੁਲਾਮ ਕਰ ਲੇਗਾ। ਇਹ ਕਦੀ ਨਹੀਂ ਹੋ ਸਕਦਾ। ਗੁਰੂ ਪਿਆਰ ਵਾਲਿਓ, ਅੱਤ ਦਾ ਜ਼ੁਲਮ ਉਸ ਕੰਪਲੈਕਸ ਦੇ ਉੱਤੇ ਹੋਇਆ ਅਤੇ ਜੋ ਚਸ਼ਮਦੀਦ ਗਵਾਹ ਨੇ, ਮੈਂ ਪਿਛਲੇ ਜੋ ਲੈਕਚਰ ਕੀਤੇ ਨੇ ਉਹਨਾਂ ਦੇ ਅੰਦਰ ਕਾਫੀ ਹਵਾਲੇ ਦਿੱਤੇ ਨੇ ਕਿ ਭਾਈ ਕਿਸ ਤਰੀਕੇ ਦੇ ਨਾਲ ਕਿਸ ਲੋਕਾਂ ਨੇ ਕੀ ਜੋ ਨੇ ਉਹ ਬਿਆਨ ਦਿੱਤੇ ਨੇ। ਜਦੋਂ ਦਰਬਾਰ ਸਾਹਿਬ ਨੂੰ ਖੋਲ੍ਹਿਆ ਗਿਆ, ਜੋ ਪੰਜਾਬ ਪੁਲਿਸ ਦੇ ਆਲਾ ਅਫੀਸਰ ਅੰਦਰ ਗਏ ਨੇ, ਦੱਸਦੇ ਨੇ ਕਿ ਪ੍ਰਕਰਮਾਂ ਦੇ ਅੰਦਰ ਲਾਸ਼ਾਂ ਨੂੰ ਕੁੱਤੇ ਖਾ ਰਹੇ ਸਨ। ਉਹ ਕੁੱਤੇ ਆਏ ਕਿੱਥੋਂ, ਦਰਬਾਰ ਸਾਹਿਬ ਦੇ ਅੰਦਰ ਪਹੁੰਚੇ ਕਿਵੇਂ ਨੇ, ਇਹ ਸੋਚਣ ਦਾ ਵਿਸ਼ਾ ਹੈ। ਲਾਸ਼ਾਂ ਜੋ ਸਨ ਉਹਨਾਂ ਦੇ ਸੰਸਕਾਰ ਦੇ ਵਾਸਤੇ ਮਿਊਨਿਸਪੈਲਿਟੀ ਦੇ ਜੋ ਕਰਮਚਾਰੀ ਸਨ, ਉਹਨਾਂ ਨੂੰ ਲਾਸ਼ਾਂ ਦੇ ਕੋਲੋਂ ਜੋ ਵੀ ਲੱਭੇਗਾ, ਜੋ ਵੀ ਕਿਸੇ ਲਾਸ਼ ਤੋਂ ਲੱਭੇਗਾ, ਉਹ ਸਾਰਾ ਉਹਨਾਂ ਦਾ ਹੋਵੇਗਾ। ਨਾਲ ਪੈਸੇ ਦੇ ਕੇ, ਸ਼ਰਾਬ ਦੀਆਂ ਬੋਤਲਾਂ ਦੇ ਕੇ ਸੰਸਕਾਰ ਕਰਵਾਇਆ ਗਿਆ। ਹੁਣ ਇੱਥੋਂ ਇਹ ਗੱਲ ਸਾਫ਼ ਸਾਬਤ ਹੁੰਦੀ ਹੈ ਕਿ ਜਿਹੜਾ ਖਾੜਕੂ ਸਿੰਘ ਸੀ, ਜਿਹੜਾ ਜੂਝਣ ਵਾਲਾ ਸੀ, ਉਹਦੇ ਕੋਲ ਕੀ ਸੀ। ਉਹ ਕਹਿੰਦੇ ਨੇ ਸਾਨੂੰ ਲਾਲਚ ਦਿੱਤੀ ਗਈ, ਤੁਹਾਨੂੰ ਸੋਨਾ ਲੱਭਦਾ, ਤੁਹਾਨੂੰ ਚਾਂਦੀ ਲੱਭਦਾ, ਤੁਹਾਨੂੰ ਨਗਦੀ ਲੱਭਦਾ, ਜੋ ਲੱਭਦਾ ਕਿ ਕੋਈ ਕਿਸੇ ਦਾ ਬੈਗ ਲੱਭਦਾ। ਭਾਵ ਜਿੰਨੇ ਯਾਤਰੂ ਮਾਰੇ ਗਏ ਸਨ, ਉਹਨਾਂ ਸਾਰਿਆਂ ਦਾ ਵੀ ਸੰਸਕਾਰ ਜੋ ਸੀ ਉਹ ਮਿਊਨਿਸਪੈਲਿਟੀ ਦੇ ਟਰੱਕਾਂ ਦੇ ਵਿੱਚ ਗੰਦਗੀ ਲੱਗੀ ਹੋਈ ਉਸੇ ਵਿੱਚ ਢੋ ਕੇ ਸੰਸਕਾਰ ਕਰ ਦਿੱਤਾ ਗਿਆ। ਜ਼ੁਲਮ ਕਿੰਨਾ ਸੀ ਕਿ ਅੰਗਰੇਜ਼ਾਂ ਦੇ ਵੇਲੇ ਜਲਿਆਂਵਾਲੇ ਬਾਗ ਦੇ ਅੰਦਰ ਕਿੰਨੇ ਸ਼ਹੀਦ ਹੋਏ ਨੇ, ਉਹਨਾਂ ਸਾਰਿਆਂ ਦੀ ਫਹਿਰਿਸਤ ਲਿਸਟ ਦੇ ਦਿੱਤੀ ਗਈ। ਮੁਗਲ ਸਲਤਨਤ ਨੇ ਜੋ ਸਿੰਘਾਂ ਨੂੰ ਸ਼ਹੀਦ ਕੀਤਾ, ਸਾਰਿਆਂ ਦਾ ਪਤਾ ਸੀ। ਸ਼ਰੀਰ ਦੇ ਦਿੱਤੇ ਜਾਂਦੇ ਸਨ, ਭਾਵੇਂ ਬੰਦ ਵੀ ਕਟਿਆ ਜਾਂਦਾ ਸੀ, ਲੇਕਿਨ ਉਹ ਸਰਕਾਰਾਂ ਮੰਨਦੀਆਂ ਸਨ ਕਿ ਅਸੀਂ ਮਾਰੇ ਨੇ। ਪਰ ਇਸ ਸਰਕਾਰ ਨੇ ਜੋ ਆਪਣੀ ਡੈਮੋਕ੍ਰੈਟਿਕ ਸੈਟਅਪ ਤੋਂ ਆਉਂਦੀ ਸੀ, ਜਿਨ੍ਹਾਂ ਦੀ ਆਜ਼ਾਦੀ ਵਾਸਤੇ ਸਭ ਕੁਝ ਕੀਤਾ, ਅੱਜ ਦਿਨ ਤੱਕ ਪਤਾ ਨਹੀਂ ਚੱਲ ਸਕਿਆ ਕਿ ਦਰਬਾਰ ਸਾਹਿਬ ਦੇ ਉਸ ਕੰਪਲੈਕਸ ਦੇ ਅੰਦਰ ਕਿੰਨੇ ਕੋ ਸਿੰਘਾਂ ਨੂੰ, ਯਾਤਰੂਆਂ ਨੂੰ ਇਹਨਾਂ ਨੇ ਜੋ ਸੀ ਸ਼ਹੀਦ ਕੀਤਾ। ਗੁਰੂ ਪਿਆਰ ਵਾਲਿਓ, ਫਿਰ ਜਦੋਂ ਅਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫੁੱਲਦੇ ਹਾਂ, ਕਿਤਨਾ ਅੱਤ ਦਾ ਜ਼ੁਲਮ ਸੀ, ਕਿਤਨਾ ਜੋ ਜ਼ੁਲਮ ਸੀ ਉਹ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਵਿੱਚੋਂ ਦੀਆਂ ਗੋਲੀਆਂ ਲੰਘੀਆਂ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਟੇਰੀ ਕਰ ਦਿੱਤਾ ਗਿਆ। ਪਰ ਇੱਕ ਗੱਲ ਜ਼ਰੂਰ ਸੀ ਕਿ ਫੌਜੀ ਉਹਨਾਂ ਦਾ ਕਰਨਲ ਜੋ ਬਿਆਨ ਦੇ ਰਿਹਾ ਹੈ ਕਿ ਜਿਹੜੀ ਲਾਲ ਇਮਾਰਤ ਹੈ ਉਹਦੇ ਸਾਹਮਣੇ ਦਾ ਸਾਰਾ ਜੋ ਗਰਾਊਂਡ ਸੀ, ਉਸ ਭਾਰਤ ਦੀ ਫੌਜਾਂ ਦਾ ਕਿਲਿੰਗ ਗਰਾਊਂਡ ਬਣਿਆ ਹੋਇਆ ਸੀ, ਕਿ ਉੱਥੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ। ਸੋ ਗੁਰੂ ਪਿਆਰ ਵਾਲਿਓ, ਉਸ ਵੇਲੇ ਜੋ ਇਤਨਾ ਵੱਡਾ ਜ਼ੁਲਮ ਕੀਤਾ ਗਿਆ, ਇਹ ਜ਼ੁਲਮ ਕੇਵਲ ਇਸ ਕਰਕੇ ਸੀ ਕਿ ਅਸੀਂ ਹਰ ਹਾਲਤ ਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਬੇਨਤੀ ਕਰਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਜ਼ੁਲਮ ਕੀਤਾ, ਜਦੋਂ ਉਹਨਾਂ ਵੱਲ ਝਾਤ ਮਾਰਦੇ ਹਾਂ ਕਿ ਭਾਈ ਉਹਨਾਂ ਦਾ ਹਸ਼ਰ ਕੀ ਹੋਇਆ, ਉਹਨਾਂ ਨੂੰ ਕਿੰਨਾ ਕੁ ਸਕੂਨ ਮਿਲਿਆ, ਅੱਜ ਅਸੀਂ ਦੇਖ ਰਹੇ ਹਾਂ ਉਹ ਸਾਰੇ ਪਛਤਾਉਂਦੇ ਨੇ। ਹਮਲਾ ਕਰਨ ਵਾਲਿਆਂ ਦਾ ਹਸ਼ਰ ਕੀ ਸੀ। 10 ਜੁਲਾਈ 1985 ਨੂੰ ਕੁਝ ਲੋਕਾਂ ਨੂੰ ਮੈਡਲ ਦਿੱਤੇ ਗਏ, ਪਰ ਜਿਹੜੇ ਹੀਰੋ ਬਣੇ ਸਨ, ਜਿਹੜੇ ਆਪ ਤਿਆਰ ਹੋ ਕੇ ਆਏ ਸਨ, ਆਪਣੀ ਕੌਮ ਦੇ ਨਾਲ ਧਰੋਹ ਕੀਤਾ ਸੀ, ਉਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ ਮੈਡਲ ਤੱਕ ਨਹੀਂ ਦਿੱਤਾ ਗਿਆ, ਕਿਸੇ ਨੂੰ ਕੋਈ ਪ੍ਰਮੋਸ਼ਨ ਤੱਕ ਨਹੀਂ ਦਿੱਤੀ ਗਈ। ਜਨਰਲ ਸੁੰਦਰ ਜੀ
ਜਿਸ ਨੂੰ ਜਿਹੜਾ ਇਸ ਆਪਰੇਸ਼ਨ ਦੇ ਵਿੱਚ ਵੱਡਾ ਜਿਹਦਾ ਹੱਥ ਸੀ, ਜਿਹਦੇ ਕੋਲ ਇੱਕ ਕਮਾਂਡ ਸੀ ਸਾਰੀ, ਉਹ ਨੂੰ ਜਦੋਂ ਜਨਰਲ ਸਿਨਹਾ ਕਹਿੰਦੇ ਨੇ ਮੈਂ ਹਸਪਤਾਲ ਦੇ ਵਿੱਚ ਮਿਲਣ ਗਿਆ, ਬੈੱਡ ਦੇ ਉੱਤੇ ਪਿਆ ਸੀ, ਕੋਮਾ ਦੇ ਅੰਦਰ ਸੀ, ਜਦੋਂ ਮੈਂ ਇਹਦੇ ਸਾਹਮਣੇ ਜਾ ਕੇ ਖਲੋਤਾ, ਕਹਿੰਦੇ ਅੱਖੇ ਦੀ ਖੁੱਲੀ ਹੋਈ ਸੀ, ਬੋਲ ਨਹੀਂ ਸੀ ਸਕਦਾ, ਤੇ ਕਹਿੰਦੇ ਜਦੋਂ ਮੇਰੇ ਸਾਹਮਣੇ ਜਾ ਕੇ ਖਲੋਤਾ, ਇਸ ਨੇ ਅੱਖਾਂ ਦੇ ਵਿੱਚੋਂ ਆਂਸੂ ਚੱਲ ਪਏ, ਆਪਣੇ ਮੂੰਹ ਦੇ ਉੱਤੇ ਹੱਥ ਮਾਰਿਆ, ਕਹਿੰਦਾ ਮੈਨੂੰ ਸਾਹ ਪ੍ਰਤੀਤ ਹੋਇਆ, ਰੋ ਰਿਹਾ ਸੀ ਕਿ ਮੇਰੇ ਕੋਲੋਂ ਜ਼ੁਲਮ ਜੋ ਹੈ, ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਹੱਥ ਮਾਰਨਾ, ਕਿ ਮੈਂ ਦਾੜੀ ਵਾਲਿਆਂ ਦੇ ਨਾਲ, ਭਾਵ ਸਿੱਖਾਂ ਦੇ ਨਾਲ ਜੋ ਜ਼ੁਲਮ ਕੀਤਾ ਹੈ ਉਸ ਨੂੰ ਭੋਗ ਰਿਹਾ। ਜਨਰਲ ਸੁੰਦਰ ਜੀ ਦੀ ਘਰਵਾਲੀ ਦਾ ਬਿਆਨ ਸੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਮੇਰਾ ਪਤੀ ਕਦੀ ਹੱਸਿਆ ਨਹੀਂ, ਕਹਿੰਦੀ ਮੈਂ ਵੱਡੇ ਵੱਡੇ ਡਾਕਟਰਸ ਨੂੰ ਦੱਸਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਮੇਰਾ ਪਤੀ ਜੋ ਹੈ ਇਹਦਾ ਇਲਾਜ ਹੋ ਜਾਵੇ, ਇੱਕ ਵਾਰ ਮੈਨੂੰ ਹੱਸਦਿਆਂ ਦੇਖ ਲਾ, ਲੇਕਿਨ ਉਹ ਹੱਸਿਆ ਨਹੀਂ। ਗੁਰੂ ਪਿਆਰ ਵਾਲਿਓ, ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਬਾਕੀ ਜੋ ਇਹਨਾਂ ਦੇ ਨਾਲ ਦੇਣ ਵਾਲੇ ਸਨ, ਜਨਰਲ ਬਰਾੜ, ਉਸ ਨੂੰ ਜਦੋਂ ਅਸੀਂ ਦੇਖਦੇ ਹਾਂ ਵਿਦੇਸ਼ ਦੇ ਵਿੱਚ ਉਹਦੇ ਉੱਤੇ ਹਮਲਾ ਹੋ ਗਿਆ, ਪਤਨੀ ਕੈਂਸਰ ਦੇ ਨਾਲ ਮਰ ਗਈ, ਤੜਪਦਾ ਰਿਹਾ, ਕਹਿੰਦਾ ਮੈਨੂੰ ਸਰਕਾਰ ਨੇ ਕੋਈ ਮਦਦ ਨਹੀਂ ਦਿੱਤੀ। ਪੁੱਤਰ ਮਰ ਗਿਆ, ਜਦੋਂ ਪੁੱਤਰ ਇਸ ਦਾ ਮਰ ਗਿਆ, ਪੁਣੇ ਪੁਲਿਸ ਤੋਂ ਆਪਣੇ ਬੱਚੇ ਦੀ ਲਾਸ਼ ਤੱਕ ਨਹੀਂ ਲੈ ਸਕਿਆ। ਜੇ ਕਦੇ ਗੁਰੂ ਕੇ ਸਿੱਖਾਂ ਨੂੰ ਜੇ ਕਦੇ ਉਹ ਅਣਪਛਾਤੇ ਕਰਕੇ ਸਾੜਦਾ ਸੀ, ਮਾਰਨ ਵਿੱਚ ਕਾਮਯਾਬ ਹੋਇਆ, ਆਪਣੇ ਪੁੱਤਰ ਦੀ ਲਾਸ਼ ਤੱਕ ਨਹੀਂ ਲੈ ਸਕਿਆ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਭਈ ਰੱਬ ਦੇ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ। ਇੱਕੋ ਇੱਕ ਪੁੱਤਰ ਮਰ ਗਿਆ, ਲੇਕਿਨ ਲਾਸ਼ ਤੱਕ ਨਹੀਂ ਨਸੀਬ ਹੋਈ। ਇੰਨਾ ਵੱਡਾ ਅਹੁਦਾ ਰੱਖਣ ਵਾਲਾ, ਇੰਨੀ ਦੇਸ਼ ਦੀ ਵਫਾਦਾਰੀ ਦੇ ਸੋਹਲੇ ਗਾਉਣ ਵਾਲਾ, ਪੁਲਿਸ ਤੋਂ ਆਪਣੇ ਬੱਚੇ ਦੀ ਲਾਸ਼ ਤੱਕ ਨਹੀਂ ਲੈ ਸਕਿਆ। ਰਿਸ਼ਤੇਦਾਰੀਆਂ ਨੇ ਮੂੰਹ ਤੱਕ ਨਹੀਂ ਲਾਇਆ, ਤੇ ਕਹਿੰਦਾ ਮੈਂ ਸਾਰੀ ਜ਼ਿੰਦਗੀ ਤੜਪਦਾ ਰਿਹਾ ਕਿ ਕੋਈ ਮੇਰੇ ਨਾਲ ਗੱਲ ਕਰ ਲਵੇ। ਕਿਸੇ ਨੇ ਰਿਸ਼ਤੇਦਾਰੀ ਵਿੱਚ ਮੂੰਹ ਤੱਕ ਨਹੀਂ ਲਾਇਆ, ਕੋਈ ਮੈਡਲ ਨਹੀਂ ਲੱਭਾ, ਰੋਂਦਾ ਰਿਹਾ ਕਿ ਮੈਨੂੰ ਸਰਕਾਰ ਕੋਈ ਮੈਡਲ ਦੇ ਦੇਵੇ, ਕੋਈ ਮੈਡਲ ਤੱਕ ਨਹੀਂ ਲੱਭਾ। ਜਨਰਲ ਰਣਜੀਤ ਸਿੰਘ ਦਿਆਲ, ਉਹ ਇੱਕ ਕੈਦੀ ਦੀ ਤਰ੍ਹਾਂ ਜ਼ਿੰਦਗੀ ਜੀ ਕੇ ਸੰਸਾਰ ਦੇ ਵਿੱਚ ਕੈਦੀ ਬਣਿਆ ਫਿਰਦਾ, ਖੁੱਲ ਕੇ ਅੱਜ ਦਿਨ ਤੱਕ ਬਾਹਰ ਨਹੀਂ ਮੁੜ ਕੇ ਆ ਸਕਿਆ। ਇੰਦਰਾ ਗਾਂਧੀ ਤੇ ਵੈਦਿਆ ਦਾ ਜੋ ਹਸ਼ਰ ਹੋਇਆ, ਉਹ ਸਾਡੇ ਸਾਹਮਣੇ ਹੈ। ਉਹ ਸਾਡੀਆਂ ਰਵਾਇਤਾਂ ਸਨ ਕਿ ਜਿਨ੍ਹਾਂ ਨੇ ਜ਼ੁਲਮ ਕੀਤਾ, ਜੇ ਕਿਤੇ ਜ਼ਾਲਮ ਵੱਧ ਕੇ ਆਏ ਨੇ, ਤੇ ਗੁਰੂ ਕੇ ਸੂਰਮੇ ਫਿਰ ਸੁੱਖਾ ਸਿੰਘ ਮਹਿਤਾਬ ਸਿੰਘ ਵੀ ਦੋ ਜੋੜੀਆਂ ਦੇ ਅੰਦਰ ਆਏ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਰਮੰਦਰ ਨੂੰ ਢਾਉਣ ਵਾਲਿਓ, ਕਿ ਜ਼ੁਲਮ ਤੁਸਾਂ ਨੇ ਕਰਿਆ ਹੈ, ਗੁਰੂ ਅਰਜਨ ਤੇ ਗੁਰੂ ਹਰਗੋਬਿੰਦ ਦੀ ਛਾਤੀ ਤੇ ਪੱਥਰ ਧਰਿਆ ਹੈ, ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਜਿਉਂਦਾ ਹੈ ਕਦੋਂ ਮਰਿਆ ਹੈ, ਜਾਏ ਪੁੱਛੋ ਕਬਰ ਮਸੇ ਦੀ ਤੋਂ ਉਹ ਕਿਵੇਂ ਮਾਮਲਾ ਤਰਿਆ ਹੈ। ਸਾਡੇ ਸ਼ਹੀਦਾਂ ਨੇ ਜਾਂਦੇ ਹੋਏ ਇਹ ਫਰਮਾਇਆ ਹੈ, ਧੰਨ ਭਾਗ ਸਾਡੇ ਜੇ ਸਰੀਰ ਧਰਮ ਦੇ ਲੇਖੇ ਆਇਆ ਹੈ, ਜੇ ਫਿਰ ਹਰਮੰਦਰ ਤੇ ਭੀੜ ਬਣੀ, ਸਿੰਘੋ ਤੁਸੀਂ ਸਾਨੂੰ ਅਜਮਾ ਲੈਣਾ, ਅਸੀਂ ਪਰਕਰਮਾਂ ਵਿੱਚ ਸੁੱਤੇ ਹਾਂ, ਸਾਨੂੰ ਠੋਕਰ ਮਾਰ ਜਗਾ ਲੈਣਾ। ਫਿਰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਸਮੇਂ ਦੇ ਉਹਨਾਂ ਜ਼ਾਲਮਾਂ ਨੂੰ ਸੁੱਧ ਕੇ ਆਪਣੀਆਂ ਪੰਥਕ ਰਵਾਇਤਾਂ ਜੋ ਸਨ ਉਹਨਾਂ ਨੂੰ ਜੀਵਤ ਰੱਖਿਆ। ਅੱਜ ਅਸੀਂ ਉਹਨਾਂ ਦੇ ਸੋਇਲੇ ਗਾ ਰਹੇ। ਅੱਜ ਉਹ ਫੋਟੋਆਂ ਕਿਹਨਾਂ ਦੀਆਂ ਵਿਕ ਰਹੀਆਂ ਨੇ? ਇੱਕ ਸਰਵੇ ਦੇ ਮੁਤਾਬਕ ਦੁਨੀਆ ਦੇ ਅੰਦਰ ਅੱਜ ਸਭ ਤੋਂ ਵੱਧ ਕੇ ਅਗਰ ਕੋਈ ਫੋਟੋ ਵਿਕ ਰਹੀ ਹੈ, ਉਹ ਸੰਤ ਬਾਬਾ ਜਰਨੈਲ ਸਿੰਘ ਦੀ ਵਿਕ ਰਹੀ ਹੈ, ਉਹਨਾਂ ਸਿੰਘਾਂ ਸ਼ਹੀਦਾਂ ਦੀ ਵਿਕ ਰਹੀਆਂ ਨੇ, ਜਿਹੜੇ ਉੱਥੇ ਦਰਬਾਰ ਸਾਹਿਬ ਜਾਂ ਬਾਅਦ ਦੇ ਸੰਘਰਸ਼ ਦੇ ਅੰਦਰ ਸ਼ਹੀਦ ਹੋਏ ਨੇ ਕੌਮ ਦੇ ਵਾਸਤੇ। ਗੁਰੂ ਪਿਆਰ ਵਾਲਿਓ, ਇੱਕ ਪਾਸੇ ਉਹ ਲੋਕੀ ਮੈਡਲ ਲੱਭਦੇ ਨੇ, ਦੂਜੇ ਪਾਸੇ ਗੁਰੂ ਨਾਲ ਪਿਆਰ ਰੱਖਣ ਵਾਲੇ ਭਗਤ ਪੂਰਨ ਸਿੰਘ ਜੀ, ਸਰਦਾਰ ਹਰਿੰਦਰ ਸਿੰਘ ਜੀ IFS, ਉਹਨਾਂ ਨੇ ਉਸੇ ਵੇਲੇ ਨਾਰਵੇ ਦੇ ਵਿੱਚੋਂ ਜੋ ਸੀ ਉਹ ਰਿਜ਼ਾਈਨ ਕਰਕੇ ਐਂਬੈਸਡਰ ਸਨ ਉੱਤੇ, ਭਗਤ ਪੂਰਨ ਸਿੰਘ ਜੀ ਨੇ ਆਪਣਾ ਜੋ ਸੀ ਉਹ ਮੈਡਲ ਵਾਪਸ ਦੇ ਦਿੱਤਾ। ਪਦਮ ਸ਼੍ਰੀ ਖੁਸ਼ਵੰਤ ਸਿੰਘ, ਜਿਸ ਨੂੰ ਨਾਸਤਕ ਮੰਨਿਆ ਜਾਂਦਾ ਸੀ, ਉਸ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ, ਉਸ ਨੇ ਆਪਣੇ ਮੈਡਲ ਨੂੰ ਵਾਪਸ ਦਿੱਤਾ। ਸਰਦਾਰ ਗੰਡਾ ਸਿੰਘ ਜੀ, ਉਹਨਾਂ ਨੇ ਆਪਣੇ ਮੈਡਲ ਨੂੰ ਵਾਪਸ ਕਰ ਦਿੱਤਾ। ਤੇ ਗੁਰੂ ਪਿਆਰ ਵਾਲਿਓ, ਇਸ ਘਟਨਾਵਾਂ ਦੇ ਵਿੱਚੋਂ ਬਹੁਤ ਵੱਡੀਆਂ ਗੱਲਾਂ ਨੇ, ਕਿਸ ਨੇ ਕੀ ਕੀਤਾ, ਕਿਸ ਨੇ ਮੈਡਲ ਵਾਪਸ ਦਿੱਤੇ, ਕਿਹਨਾਂ ਨੇ ਨਿੰਦਿਆ, ਸਾਰਿਆਂ ਨੇ ਨਿੰਦ ਲਿਆ। ਆਰ ਕੇ ਧਵਨ ਨੂੰ ਪੜੋ, ਕਹਿੰਦਾ ਗਲਤ ਕੀਤਾ। PC ਅਲੈਗਜ਼ੈਂਡਰ ਨੂੰ ਪੜੋ, ਕਹਿੰਦਾ ਇੰਦਰਾ ਗਾਂਧੀ ਨੇ ਬਹੁਤ ਗਲਤ ਕੀਤਾ, ਇਹਨੂੰ ਠਾਕਿਆ ਗਿਆ ਸੀ। ਅਰੁਣ ਨਹਿਰੂ ਨੂੰ ਪੜ ਲਓ, ਕਹਿੰਦਾ ਗਲਤ ਕੀਤਾ ਗਿਆ। ਇਹ ਜਨਰਲ VK ਸਿੰਘ ਨੂੰ ਪੜੋ, ਕਹਿੰਦਾ ਬਹੁਤ ਵੱਡਾ ਜ਼ੁਲਮ ਸੀ। KPS ਗਿੱਲ ਸਿੱਖਾਂ ਦਾ ਕਾਤਲ, ਉਹ ਕਹਿੰਦਾ ਗਲਤ ਹੋਇਆ। ਜੇ ਕਿਤੇ ਅਸੀਂ ਟੋਗੜੀਆਂ ਨੂੰ ਸੁਣਦੇ ਹਾਂ, ਉਹ ਕਹਿੰਦਾ ਸੰਤ ਜਰਨੈਲ ਸਿੰਘ ਇੱਕ ਬਹੁਤ ਵੱਡੇ ਸੰਤ ਸਨ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ। ਮਈ ਦੇ ਅੰਦਰ ਰਾਜੀਵ ਗਾਂਧੀ ਕਹਿੰਦਾ ਉਹ ਇੱਕ ਬਹੁਤ ਵੱਡੇ ਸੰਤ ਨੇ, ਤੇ ਕੇਵਲ 36 ਦਿਨ ਦੇ ਅੰਦਰ ਇੰਨੇ ਵੱਡੇ ਆਤੰਕਵਾਦੀ ਹੋ ਗਏ ਜਿਨ੍ਹਾਂ ਦੇ ਖਿਲਾਫ ਇੱਕ ਵੀ FIR ਦੇਸ਼ ਦੇ ਕਿਸੇ ਥਾਣੇ ਦੇ ਅੰਦਰ ਨਹੀਂ, ਜਿਨ੍ਹਾਂ ਦੇ ਖਿਲਾਫ ਇੱਕ ਵੀ ਕੇਸ ਦੇਸ਼ ਦੇ ਕਿਸੇ ਥਾਣੇ ਦੇ ਅੰਦਰ, ਕਿਸੇ ਅਦਾਲਤ ਦੇ ਅੰਦਰ ਨਹੀਂ ਚੱਲ ਰਿਹਾ। ਗੁਰੂ ਪਿਆਰ ਵਾਲਿਓ, ਉਹਨਾਂ ਦੇ ਨਾਲ ਕਈ ਜੋ ਸਿੰਘ ਸਨ ਉਹ ਲਾਇਸੈਂਸੀ ਹਥਿਆਰਾਂ ਵਾਲੇ ਸਨ। ਕਿਸੇ ਮੈਜਿਸਟ੍ਰੇਟ ਨੇ ਉਹਨਾਂ ਦੇ ਲਾਇਸੈਂਸ ਹਥਿਆਰ ਜੋ ਸਾਨੂੰ ਜਮ੍ਹਾਂ ਕਰਾਉਣ ਦਾ ਕੋਈ ਆਰਡਰ ਪਾਸ ਨਹੀਂ ਕੀਤਾ ਹੋਇਆ। ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ, ਪੰਜਾਬ ਦੇ 13 ਜ਼ਿਲ੍ਹਿਆਂ ਚੋਂ ਕਿਸੇ ਵੀ DC ਨੇ ਉੱਥੇ ਇਹ ਗੱਲ ਨਹੀਂ ਕਹੀ ਕਿ ਹਾਲਾਤ ਕਾਬੂ ਤੋਂ ਬਾਹਰ ਨੇ, ਫੌਜ ਭੇਜੀ ਜਾਵੇ। ਇੰਨਾ ਵੱਡਾ ਜ਼ੁਲਮ ਜੋ ਸੀ ਉਹ ਇੱਕ ਡੈਮੋਕ੍ਰੈਟਿਕ ਤੇ ਸੈਕੂਲਰ ਸਟੇਟ ਕਹਾਉਣ ਵਾਲਿਆਂ ਨੇ ਸਿੱਖਾਂ ਦੇ ਨਾਲ ਕੀਤਾ।
ਤੇ ਗੁਰੂ ਪਿਆਰ ਵਾਲਿਓ, ਮੈਂ ਕੁਝ ਇੱਕ ਦੋ ਮਿਸਾਲਾਂ ਦਿਆਂਗਾ ਕਿ ਇਤਨਾ ਜ਼ੁਲਮ ਹੋਣ ਤੋਂ ਬਾਅਦ ਸਿੱਖਾਂ ਦਾ ਆਪਣਾ ਜੋ ਸਿਧਾਂਤਕ ਰਵੱਈਆ ਸੀ ਉਹ ਕੀ ਸੀ। ਜਦੋਂ ਆਲ ਇੰਡੀਆ ਰੇਡੀਓ ਨੇ ਸਵੇਰੇ ਦੱਸਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜੋ ਸ਼ਹੀਦੀ ਦੇਹ ਹੈ ਉਹ ਲੱਭ ਗਈ, ਤੇ ਉਸ ਵੇਲੇ ਇੰਡੀਅਨ ਐਕਸਪ੍ਰੈਸ ਤੇ ਸੰਜੇ ਸੂਰੀ ਉਹ ਕਹਿੰਦੇ ਨੇ ਮੈਂ ਮੋਗਾ ਤੋਂ ਰੋਡੇ ਨੂੰ ਚੱਲ ਪਿਆ। ਕਹਿੰਦੇ ਸਾਰੀਆਂ ਗੱਡੀਆਂ ਬੰਦ ਸਨ, ਇੱਕ ਟੈਂਪੂ ਮੈਨੂੰ ਮਿਲਿਆ, ਉਹਨੇ ਵੀ ਜਾ ਕੇ ਰੋਡੇ ਪਿੰਡ ਤੋਂ ਕਾਫੀ ਪਿੱਛੇ ਮੈਨੂੰ ਲਾ ਦਿੱਤਾ, ਕਾਫੀ ਕਿਲੋਮੀਟਰ ਪਿੱਛੇ। ਕਹਿੰਦੇ ਪੈਦਲ ਹੀ ਚੱਲ ਪਿਆ, ਤੇ ਫਿਰ ਥੋੜਾ ਇੱਕ ਸਿੱਖ ਨੌਜਵਾਨ ਆ ਗਿਆ, ਮੈਨੂੰ ਹੱਥ ਦਿੱਤਾ, ਮੈਂ ਕਿਹਾ ਰੋਡੇ ਜਾਣਾ ਹੈ ਸੰਤਾਂ ਦੇ ਪਿੰਡ। ਕਹਿੰਦਾ ਮੈਂ ਸੋਚਿਆ ਨੇੜੇ ਹੀ ਹੋਵੇਗਾ, ਉਹਨੇ ਮੈਨੂੰ ਸਾਈਕਲ ਤੇ ਬਿਠਾ ਲਿਆ, ਪੈਡਲ ਮਾਰਦਾ, ਕਹਿੰਦਾ ਉਹਦਾ ਪਸੀਨਾ ਹੀ ਪਸੀਨਾ ਪਗਡੰਡੀਆਂ ਚੋਂ, ਛੋਟੇ ਰਸਤਿਆਂ ਚੋਂ, ਕੱਚਿਆਂ ਚੋਂ, ਗਲੀਆਂ ਚੋਂ, ਮਹੱਲਿਆਂ ਚੋਂ ਲੈ ਕੇ ਚੱਲ ਰਹੇ। ਕਹਿੰਦਾ ਮੈਨੂੰ ਇੱਕ ਥਾਂ ਦੇ ਉੱਤੇ ਕਿਹਾ ਭਈ ਤੁਸੀਂ ਉਤਰ ਜਾਓ, ਮੈਂ ਚਲਾ ਲੈਂਦਾ। ਕਹਿੰਦਾ ਨਹੀਂ, ਕਹਿੰਦਾ ਚਲਾਉਂਦਾ ਹੀ ਗਿਆ। ਕਹਿੰਦਾ ਇੱਕ ਥਾਂ ਜਾ ਕੇ ਉਹਨੇ ਜਦੋਂ ਮੈਨੂੰ ਛੱਡਿਆ ਪਿੰਡ ਰੋਡੇ ਸੰਤਾਂ ਦੇ ਘਰ ਦੇ ਕੋਲ, ਘਰ ਦੇ ਵਿਹੜੇ ਵਿੱਚ, ਕਹਿੰਦਾ ਕਮਾਲ ਇਹ ਸੀ ਕਿ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਨੌਜਵਾਨ ਇਹਨੇ ਇੱਥੇ ਆਉਣਾ ਹੀ ਨਹੀਂ ਸੀ, ਇਹ ਪਤਾ ਨਹੀਂ ਕਿੰਨੇ ਦੂਰੋਂ ਮੈਨੂੰ ਲੈ ਕੇ ਆਇਆ, ਜਾਣਾ ਪਤਾ ਨਹੀਂ ਇਹਨੇ ਕਿਵੇਂ। ਕਹਿੰਦਾ ਜਦੋਂ ਮੈਂ ਉੱਥੇ ਦੇਖਿਆ ਚੁੱਪ ਸੀ, ਉੱਥੇ ਸਿੱਖ ਜੋ ਸਨ ਖੜੇ ਸਨ। ਕਹਿੰਦਾ ਮੈਨੂੰ ਇੱਕ ਇਸ਼ਾਰਾ ਕਰਕੇ ਇੱਕ ਮੰਜੇ ਦੇ ਉੱਤੇ ਬਿਠਾ ਦਿੱਤਾ ਗਿਆ, ਮੈਂ ਬੈਠਾ ਰਿਹਾ। ਕਹਿੰਦਾ ਮੈਂ ਥੋੜੀ ਦੇਰ ਸੋਚਦਾ ਰਿਹਾ ਮੇਰੇ ਮਨ ਦੇ ਅੰਦਰ ਕਿ ਭਈ ਇਹਨਾਂ ਦਾ ਪ੍ਰਤੀਕਰਮ ਕੀ ਹੋਵੇਗਾ ਸਾਡੇ ਵਾਸਤੇ, ਕਿਉਂਕਿ ਇੱਕ ਹਿੰਦੂ ਸਰਕਾਰ, ਹਿੰਦੂ ਫੌਜਾਂ ਨੇ ਇੰਨਾ ਵੱਡਾ ਜ਼ੁਲਮ ਕੀਤਾ ਹੈ। ਕਹਿੰਦਾ ਉਸ ਤੋਂ ਬਾਅਦ ਹੁੰਦਾ ਇਹ ਹੈ ਕਿ ਉੱਥੇ ਤੇ ਸਾਰੇ ਖਾਮੋਸ਼ ਗਮਗੀਨ ਸਨ, ਚੁੱਪ ਸਨ, ਲੇਕਿਨ ਮੈਨੂੰ ਅੰਦਰ ਬਿਠਾ ਦਿੱਤਾ ਗਿਆ। ਤੇ ਫਿਰ ਥੋੜੀ ਦੇਰ ਦੇ ਬਾਅਦ ਲੰਗਰ ਆ ਗਿਆ, ਪਾਣੀ ਆ ਗਿਆ। ਕਹਿਣ ਲੱਗੇ ਤੁਸੀਂ ਦੂਰੋਂ ਆਏ ਹੋ, ਤੁਸੀਂ ਲੰਗਰ ਨਹੀਂ ਛਕਿਆ ਹੋਵੇਗਾ, ਇਲਾਕੇ ਸਾਰੇ ਬੰਦ। ਕਹਿੰਦਾ ਅੰਦਰੋਂ ਦੀ ਸੋਚ ਰਿਹਾ ਸੀ ਕਿ ਕਮਾਲ ਦੀ ਜੋ ਹੈ ਇਹ ਕੌਮ ਹੈ। ਤੇ ਕਹਿੰਦਾ ਜਦੋਂ 84 ਦੇ ਵਿੱਚ ਮੈਂ ਨਵੰਬਰ ਦੇ ਅੰਦਰ ਦਿੱਲੀ ਦੀਆਂ ਗਲੀਆਂ ਦੇ ਅੰਦਰ ਨੰਗਾ ਨਾਚ ਦੇਖਿਆ, ਮੈਨੂੰ ਉਹ ਸਮਾਂ ਵੀ ਚੇਤੇ ਆਇਆ, ਉਹ ਸਮਾਂ ਵੀ ਚੇਤੇ ਆਇਆ। ਮੈਂ ਸਮਝ ਗਿਆ ਕਿ ਇੱਕ ਪਾਸੇ ਰਾਖਸ਼ ਨੇ, ਦੂਜੇ ਪਾਸੇ ਦੇਵਤੇ ਨੇ। ਇਹ ਉਹਨਾਂ ਦੇ ਬਿਆਨ ਨੇ। ਗੁਰੂ ਪਿਆਰ ਵਾਲਿਓ, ਫਿਰ ਜਦੋਂ ਅਸੀਂ ਦੇਖਦੇ ਹਾਂ, ਮੈਂ ਇੱਕ ਦੋ ਗੱਲਾਂ ਹੋਰ ਕਰਕੇ ਖਿਮਾ ਮੰਗਾਂਗਾ ਕਿ ਇਹਨਾਂ ਦੇ ਵਿੱਚੋਂ ਨਾ ਸਾਨੂੰ ਕੁਝ ਸਿੱਖਣਾ ਸੀ, ਅਸੀਂ ਉਹਨਾਂ ਚੀਜ਼ਾਂ ਨੂੰ ਸਿੱਖ ਨਹੀਂ ਸਕੇ। ਸਭ ਤੋਂ ਪਹਿਲੀ ਗੱਲ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਗੱਲ ਨੂੰ ਪੁਜਾ ਨਹੀਂ ਸਕੇ, ਆਪਣੇ ਜ਼ੁਲਮ ਨੂੰ ਦੱਸ ਨਹੀਂ ਸਕੇ। ਇਹ 10 ਦਿਨ ਪਹਿਲਾਂ ਦੀ ਗੱਲ ਹੈ, ਫਲਸਤੀਨ ਤੇ ਇਜ਼ਰਾਈਲ ਦੇ ਅੰਦਰ ਟਕਰਾਅ ਪੈਦਾ ਹੋ ਗਿਆ, ਤੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਨੇ ਪੂਰਨ ਤੌਰ ਦੇ ਉੱਤੇ ਇੱਕ ਪਾਸੇ ਹਮਾਸ ਜੋ ਹੈ ਉਹਨੂੰ ਇੰਟਰਨੈਸ਼ਨਲ ਆਤੰਕਵਾਦੀ ਸੰਗਠਨ ਮੰਨਿਆ ਗਿਆ ਹੈ। ਉਸਨੇ ਮਿਜ਼ਾਈਲ ਵੀ ਚਲਾਏ ਨੇ, ਉਹਨੇ ਤੋਪਾਂ ਵੀ ਚਲਾਈਆਂ ਨੇ, ਉਹਨੇ 에ਅਰ ਰੇਡਸ ਵੀ ਕੀਤੀਆਂ ਨੇ ਇਜ਼ਰਾਈਲ ਦੇ ਉੱਤੇ। ਲੇਕਿਨ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਨੇ ਜੋ ਇਜ਼ਰਾਈਲ ਹੈ ਉਹਨੂੰ ਜ਼ਿੰਮੇਦਾਰ ਠਹਿਰਾ ਦਿੱਤਾ, ਉਹਦੇ ਖਿਲਾਫ ਇਨਕੁਆਇਰੀ ਬਿਠਾ ਦਿੱਤੀ, ਕਮਿਸ਼ਨ ਬਣਾ ਦਿੱਤਾ ਕਿ ਤੇਰੀ ਵਜ੍ਹਾ ਦੇ ਨਾਲ ਇਹ ਜੋ ਹੈ ਤੂੰ ਇਸ ਦੇ ਉੱਤੇ ਹਮਲਾ ਕੀਤਾ ਹੈ, ਜ਼ੁਲਮ ਕੀਤਾ। ਹਾਲਾਂਕਿ ਉਹ ਆਪਣੀਆਂ ਦਲੀਲਾਂ ਦੇ ਰਿਹਾ ਕਿ ਆਤੰਕਵਾਦੀ ਸੰਗਠਨ ਨੇ ਮੇਰੇ ਉੱਤੇ ਬਹੁਤ, ਉਹਨਾਂ ਨੇ ਕਿਹਾ ਤੂੰ ਉਸ ਪਾਸੇ ਕੈਜੁਅਲਟੀ ਕੀਤੀ ਹੈ, ਬਹੁਤ ਲੋਕੀ ਮਾਰੇ ਗਏ ਨੇ, ਬੱਚੇ ਮਾਰੇ ਗਏ। ਅਸੀਂ ਆਪਣੀ ਪ੍ਰਕਰਮਾਂ ਦੇ ਅੰਦਰ ਮਾਰੇ ਹੋਏ ਬੱਚਿਆਂ ਦਾ ਹਿਸਾਬ ਨਹੀਂ ਲੈ ਸਕੇ, ਨੌਜਵਾਨਾਂ ਦੇ ਖੂਨ ਦਾ ਹਿਸਾਬ ਨਹੀਂ ਲੈ ਸਕੇ, ਜੇਲ੍ਹਾਂ 'ਚ ਬੈਠਿਆਂ ਦਾ ਹਿਸਾਬ ਨਹੀਂ ਲੈ ਸਕੇ, ਅਣਪਛਾਤੇ ਕਰਕੇ ਜੋ ਸੜਕਾਂ ਦੇ ਵਿੱਚ ਮਾਰੇ ਗਏ, ਨਹਿਰਾਂ ਦੇ ਕੰਢੇ ਮਾਰੇ ਗਏ, ਉਹਨਾਂ ਦਾ ਹਿਸਾਬ ਨਹੀਂ ਲੈ ਸਕੇ, ਉਹਨਾਂ ਬੀਬੀਆਂ ਦਾ ਹਿਸਾਬ ਨਹੀਂ ਲੈ ਸਕੇ ਜੋ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਮਾਰੇ ਗਏ, ਜਾਂ ਜਿਨ੍ਹਾਂ ਨੂੰ ਬੇਪਤ ਜੋ ਸੀ ਥਾਂ ਥਾਂ ਦੇ ਉੱਤੇ ਕੀਤਾ ਗਿਆ। ਗੁਰੂ ਪਿਆਰ ਵਾਲਿਓ, ਅਸੀਂ ਜਿਹਦੇ ਖਿਲਾਫ ਇੱਕ ਵੀ FIR ਨਹੀਂ, ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੋ ਸੀ ਆਤੰਕਵਾਦੀ ਘੋਸ਼ਿਤ ਕਰ ਦਿੱਤਾ ਗਿਆ, ਅਸੀਂ ਉਹਦੇ ਉੱਤੇ ਲੈਵਲ ਨਹੀਂ ਉਤਰਵਾ ਸਕੇ ਕਿਉਂਕਿ ਸਾਡੀ ਲੀਡਰਸ਼ਿਪ ਜੋ ਹੈ ਉਹ ਕਮਜ਼ੋਰ ਰਹੀ। ਅੱਜ ਜ਼ਰੂਰਤ ਹੈ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਉਸੇ ਇਜ਼ਰਾਈਲ ਤੇ ਫਲਸਤੀਨ ਦੀ ਤਰਜ਼ ਦੇ ਉੱਤੇ ਆਪਣੀ ਪਟੀਸ਼ਨ ਨੂੰ ਦਾਇਰ ਕਰਕੇ ਇਸ ਸਾਰੇ ਸਾਕੇ ਨੂੰ, ਅਤੇ ਅੱਜ ਜੋ ਉਸ ਵੇਲੇ ਦੀਆਂ ਸਰਕਾਰਾਂ ਦੇ ਜੋ ਕਾਰਿੰਦੇ ਸਨ ਜਾਂ ਉਸ ਵੇਲੇ ਦੀ ਜੋ ਪੋਲੀਟੀਕਲ ਲੋਕ ਸਨ ਜਿਨ੍ਹਾਂ ਦੀਆਂ ਕਿਤਾਬਾਂ ਲਿਟਰੇਚਰ ਲਿਖ ਕੇ ਸਾਬਤ ਕੀਤਾ ਗਿਆ ਕਿ ਇੰਦਰਾ ਗਾਂਧੀ ਨੇ ਬਹੁਤ ਗਲਤੀ ਕੀਤੀ, ਜਿਹਦੀ ਪ੍ਰਣਬ ਮੁਖਰਜੀ ਲਿਖਦਾ ਕਿ ਉਸ ਨੂੰ ਮੈਂ ਰੋਕਿਆ ਸੀ, ਤੇ ਮੈਂ ਬਾਕੀ ਜਰਨੈਲਾਂ ਦੀ ਗੱਲ ਕੀਤੀ, ਹੋਰ ਕਿੰਨੇ ਜੋ ਪੋਲੀਟੀਕਲ ਲੀਡਰ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ, ਕਿਸ ਕਿਸ ਨੇ ਕਿੱਥੇ ਕਿੱਥੇ, ਜਾਂ ਜੋ ਇੰਟਰਨੈਸ਼ਨਲ ਪ੍ਰੈਸ ਨੇ ਕਿਹਾ ਸੀ, ਉਹ ਸਾਰੀਆਂ ਗੱਲਾਂ ਅਸੀਂ ਸਬੂਤ ਦੇ ਵਜੋਂ ਲਗਾ ਕੇ ਇਹ ਜੋ ਆਪਣਾ ਇਨਸਾਫ ਲੈ ਸਕਦੇ ਹਾਂ। ਕਿਉਂਕਿ ਅੱਜ ਜੋ ਵਿਸ਼ਵ ਹੈ ਉਸ ਦਾ ਰੁਝਾਨ ਸਾਡੇ ਵਾਲੇ ਪਾਸੇ ਵੱਖਰਾ ਹੈ, ਉਹ ਸਾਨੂੰ ਦੇਵਤਿਆਂ ਦੀ ਨਜ਼ਰ 'ਚ ਦੇਖ ਰਹੇ ਨੇ। ਅੱਜ ਉਹ ਪਾਰਲੀਮੈਂਟਸ ਉਹਨਾਂ ਨੇ ਖੋਲੀਆਂ ਕੋਵਿਡ ਤੋਂ ਬਾਅਦ, ਉਹਨਾਂ ਨੇ ਸਾਡੇ ਸ਼ੁਕਰਾਨੇ ਕੀਤੇ ਨੇ, ਉਹਨਾਂ ਨੂੰ ਸਮਝ ਆ ਗਿਆ ਕਿ ਅਸੀਂ ਦੱਸ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਵਰਦਿਆਂ ਬੰਮਾਂ ਦੇ ਅੰਦਰ ਸੀਰੀਆ ਦੇ ਅੰਦਰ ਰੋਟੀ ਖਵਾ ਦਿੱਤੀ, ਕੋਵਿਡ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ, ਨਿਊਯਾਰਕ ਦੇ ਵਿੱਚ ਭੁੱਖਿਆਂ ਦੇ ਘਰਾਂ 'ਚ ਰੋਟੀ ਪੁਜਾ ਦਿੱਤੀ, ਪੂਰੇ ਵਿਸ਼ਵ ਦੇ ਅੰਦਰ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਕੇ ਕੋਵਿਡ ਦੇ ਵਿੱਚ ਸੇਵਾ ਕੀਤੀ, ਉਹਨਾਂ ਨੂੰ ਭਾਰਤ ਵਰਸ਼ ਜੋ ਹੈ ਉਹਨਾਂ ਦੀ ਡਿਕਸ਼ਨਰੀ ਵਿੱਚ ਉਹਨਾਂ ਨੂੰ ਅੱਤਵਾਦੀ ਤੇ ਗਦਾਰ ਕਿਹਾ ਜਾਂਦਾ ਹੈ, ਕਿਉਂਕਿ ਉਹ ਤੁਹਾਡੇ ਸਾਹਮਣੇ ਹੈ ਕਿ ਸਾਡੇ ਕੋਲ ਹਿਸਾਬ ਮੰਗ ਰਹੇ ਨੇ, ਤੁਹਾਡੇ ਕੋਲ ਪੈਸਾ ਕਿੱਥੋਂ ਆ ਰਿਹਾ। ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਫਿਰ ਮੈਂ ਕੇਵਲ 2 ਬੇਨਤੀਆਂ ਕਰਾਂਗਾ ਕਿ ਇਸ ਸਾਕੇ ਤੋਂ ਸਾਡਾ ਬਹੁਤ ਪਿਆਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਹੈ, ਉਹਨਾਂ ਸ਼ਹੀਦਾਂ ਦੇ ਨਾਲ ਹੈ। ਫਿਰ ਸਾਡਾ ਜਦੋਂ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਮੈਂ 2 ਗੱਲਾਂ ਕਰਾਂਗਾ। ਇੱਕ ਤੇ ਜਿਹੜੇ ਸੰਤ ਬਿਰਤੀ ਦੇ ਲੋਕੀ ਨੇ ਨਾ, ਜਿਹੜੇ ਜੁਝਾਰੂ ਬਿਰਤੀ ਦੇ ਲੋਕੀ ਨੇ, ਜਿਹੜੇ ਸੰਤਾਂ ਦੇ ਨਾਲ ਪਿਆਰ ਕਰਦੇ ਹਾਂ, ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਹੈ, ਸਾਨੂੰ ਵੀ ਸਬਕ ਸਿੱਖਣਾ ਚਾਹੀਦਾ ਹੈ। ਕਹਿੰਦੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣ ਗਏ ਨਾ,
ਤੇ ਉਸ ਵੇਲੇ ਕਮਾਲ ਹੋ ਗਿਆ, ਬਾਬਾ ਅਮਰੀਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਥੋੜੇ ਜਿਹੇ ਨਾਰਾਜ਼ ਹੋ ਗਏ। ਜੋ ਅਸੀਂ ਲਿਖਤ ਪੜ੍ਹੀ ਹੈ ਕਿ ਉਹਨਾਂ ਦੇ ਮਨ ਵਿੱਚ ਖਿਆਲ ਸੀ ਕਿ ਵਾਰਿਸ ਹਮੇਸ਼ਾ, ਤੇ ਕਹਿੰਦੇ ਨੇ ਬਾਬਾ ਭਾਈ ਅਮਰੀਕ ਸਿੰਘ ਜੀ ਡੇਰੇ ਦੀਆਂ ਗੱਡੀਆਂ ਲੈ ਕੇ ਦਮਦਮੀ ਟਕਸਾਲ ਦੀਆਂ ਪ੍ਰਚਾਰ ਤੇ ਚਲੇ ਜਾਂਦੇ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੱਖ ਪ੍ਰਚਾਰ ਕਰੀ ਜਾਣ। ਇੱਕ ਦਿਨ ਉਹਨਾਂ ਨੇ ਬੁਲਾ ਲਿਆ, ਕਹਿਣ ਲੱਗੇ ਵੀਰੇ ਤੁਸੀਂ ਰੋਜ਼ ਜੋ ਹੈ ਗੱਡੀਆਂ ਲੈ ਕੇ ਨਿਕਲ ਜਾਂਦੇ ਹੋ, ਤੇ ਉਹ ਕਹਿਣ ਲੱਗੇ ਕਿਸੇ ਮਾੜੇ ਕੰਮ ਜਾ ਰਹੇ ਆ। ਕਹਿਣ ਲੱਗੇ ਨਹੀਂ, ਕੰਮ ਤੇ ਭਲਾ ਹੀ ਹੈ, ਮਾੜੇ ਕੰਮ ਜਿਹੜਾ ਜਾਂਦਾ ਉਹ ਕੱਲਾ ਜਾਂਦਾ ਹੈ, ਤੁਸੀਂ ਗੱਡੀਆਂ ਲੈ ਕੇ ਸਿੰਘ ਨਾਲ ਲੈ ਕੇ ਜਾਂਦੇ ਹੋ। ਤੇ ਕਹਿਣ ਲੱਗੇ ਦੱਸੋ। ਕਹਿਣ ਲੱਗੇ ਮੈਂ ਇਹ ਕਹਿੰਦਾ ਕਿ ਅਸੀਂ ਇਕੱਠੇ ਚੱਲਿਆ ਕਰੀਏ। ਪਿਤਾ ਜੀ ਨਾਰਾਜ਼ ਹੁੰਦੇ ਨੇ, ਕਿਉਂਕਿ ਉਹ ਵੀ ਵੱਡੇ ਬਾਬਾ ਜੀ ਨੂੰ ਪਿਤਾ ਜੀ ਕਹਿੰਦੇ ਸਨ। ਕਹਿੰਦੇ ਜਿੰਨਾ ਪਿਆਰ ਉਹ ਤੁਹਾਡੇ ਨਾਲ ਕਰਦੇ ਸਨ ਉਨਾ ਹੀ ਮੇਰੇ ਨਾਲ ਕਰਦੇ ਸਨ, ਅਸੀਂ ਅਗਰ ਦੋਵੇਂ ਇਕੱਠੇ ਚੱਲ ਕੇ ਪ੍ਰਚਾਰ ਕਰੀਏ ਤੇ ਕਿੰਨਾ ਚੰਗਾ ਹੋਵੇਗਾ। ਤੇ ਕਹਿੰਦੇ ਪਕੜ ਕੇ ਉਹਨਾਂ ਨੂੰ ਕੋਲ ਬਿਠਾਇਆ, ਅੱਖਾਂ ਦੇ ਵਿੱਚੋਂ ਹੰਝੂ ਚੱਲ ਪਏ ਬਾਬਾ ਜਰਨੈਲ ਸਿੰਘ ਜੀ ਦੇ। ਕਹਿਣ ਲੱਗੇ ਦੋਵੇਂ ਇਕੱਠੇ ਹੋਵਾਂਗੇ ਤੇ ਫਿਰ ਅਸੀਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੁਝ ਕਰ ਸਕਦੇ ਹਾਂ, ਵੱਖਰੇ ਵੱਖਰੇ ਹੋਵਾਂਗੇ ਤੇ ਫਿਰ ਅਸੀਂ ਈਰਖਾ ਵਿੱਚ ਹੀ ਸੜਦੇ ਕੁਝ ਨਹੀਂ ਕਰ ਸਕਦੇ। ਕਹਿੰਦੇ ਨੇ ਬਾਬਾ ਭਾਈ ਅਮਰੀਕ ਸਿੰਘ ਜੀ ਦੀਆਂ ਅੱਖਾਂ ਚੋਂ ਵੀ ਹੰਝੂ ਵਹਿ ਤੁਰੇ। ਦੋਵਾਂ ਨੇ ਇੱਕ ਦੂਜੇ ਨਾਲ ਗਲਵਕੜੀ ਪਾਈ। ਉਹ ਇਹੋ ਜਿਹੀ ਗਲਵਕੜੀ ਸੀ ਪੰਥ ਭਲੇ ਵਾਸਤੇ ਕਿ ਦੋਵਾਂ ਦੀ ਸ਼ਹਾਦਤ ਵੀ ਜੋ ਹੈ ਉਹ ਬਰਾਬਰ ਹੋਈ ਹੈ। ਗੁਰੂ ਪਿਆਰੇ ਵਾਲਿਓ, ਪਹਿਲਾਂ ਤੇ ਇੱਥੋਂ ਅਸੀਂ ਇਹ ਸਬਕ ਲਈਏ ਕਿ ਜੇ ਕਿਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਪਿਆਰ ਹੈ, ਭਾਈ ਅਮਰੀਕ ਸਿੰਘ ਜੀ ਦੇ ਨਾਲ ਪਿਆਰ ਹੈ, ਤੇ ਜਿਸ ਤਰੀਕੇ ਦਾ ਉਹਨਾਂ ਦਾ ਪੰਥ ਭਲੇ ਦੇ ਵਾਸਤੇ ਤਿਆਗ ਸੀ, ਉਹ ਤਿਆਗ ਸਾਨੂੰ ਵੀ ਕਰਨਾ ਪਵੇਗਾ। ਤੇ ਦੂਜੀ ਮੈਂ ਮਿਸਾਲ ਦਿਆਂਗਾ, ਜਦੋਂ KS ਬਰਾੜ ਬਾਬਾ ਖੜਕ ਸਿੰਘ ਜੀ ਦੇ ਕੋਲ ਪਹੁੰਚਿਆ, ਕਿਉਂਕਿ ਅੱਜ ਬਹੁਤੇ ਬਾਬੇ ਨੇ ਜਿਹੜੇ ਕੌਮ ਨੂੰ ਲੁੱਟੀ ਜਾ ਰਹੇ ਨੇ, ਕੌਮ ਦਾ ਦਰਦ ਕੋਈ ਨਹੀਂ। ਨੌਜਵਾਨ ਜੇਲ੍ਹਾਂ 'ਚ ਨੇ ਤੇ ਜੇਲ੍ਹਾਂ 'ਚ ਰਹਿਣ, ਨੌਜਵਾਨ ਪਤਤ ਹੋ ਰਿਹਾ ਤੇ ਪਤਤ ਹੁੰਦਾ ਰਹੇ। ਸੰਤ ਜਰਨੈਲ ਸਿੰਘ ਜੀ ਦਾ ਗੁਨਾਹ ਕੀ ਸੀ? ਬਸ ਇਹੋ ਸੀ ਨਾ, ਜਿਹੜੇ ਗੁਰੂ ਨਾਲ ਟੁੱਟੇ ਸਨ ਗੁਰੂ ਵਾਲੇ ਬਣਾ ਰਹੇ ਸਨ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ ਅੰਮ੍ਰਿਤ ਛਕਾ ਰਹੇ ਸਨ, ਜਿਹੜਾ ਪਤਤ ਹੋ ਗਿਆ ਸੀ ਉਹਨੂੰ ਕੇਸ ਰਖਵਾ ਰਹੇ ਸਨ, ਜਿਹੜਾ ਕਿਸੇ ਨਾਲ ਧੋਖਾ ਤੇ ਧੱਕਾ ਹੁੰਦਾ ਸੀ ਉਹਨਾਂ ਦਾ ਧੱਕਾ ਤੇ ਧੋਖਾ ਜੋ ਸੀ ਉਸ ਦੇ ਵਿੱਚੋਂ ਉਹਨਾਂ ਨੂੰ ਇਨਸਾਫ ਦਿਵਾ ਰਹੇ ਸਨ। ਸੁਬਰਾਮਣੀਅਮ ਸਵਾਮੀ ਲਿਖਦਾ ਲੋਕਾਂ ਨੇ ਅਦਾਲਤਾਂ ਹੀ ਜਾਣਾ ਬੰਦ ਕਰ ਦਿੱਤਾ ਸੀ, ਇੰਨਾ ਯਕੀਨ ਜੋ ਸੀ ਬਾਬਾ ਜਰਨੈਲ ਸਿੰਘ ਤੇ ਹੋ ਗਿਆ ਸੀ। ਤੇ ਬਾਬਾ ਖੜਕ ਸਿੰਘ ਜੀ ਜੋ ਭੀੜ ਬਾਬਾ ਬੁੱਢਾ ਜੀ ਵਾਲੇ ਸਨ, ਉਹਨਾਂ ਦੇ ਕੋਲ KS ਬਰਾੜ ਆਇਆ। ਜਦੋਂ ਉਹਨਾਂ ਦਾ ਕੁੰਡਾ ਖੜਕਾਇਆ, ਆਇਆ ਬੜੇ ਦਬਦਬੇ ਨਾਲ, ਸ਼ਾਇਦ ਕੁਝ ਚਾਹੁੰਦਾ ਸੀ ਕਿ ਇਹ ਸਰਕਾਰ ਦੇ ਆਖੇ ਲੱਗ ਜਾਣ। ਕਹਿੰਦੇ ਨੇ ਜਦੋਂ ਜੈਲ ਸਿੰਘ ਦਰਬਾਰ ਸਾਹਿਬ ਆਇਆ ਨਾ, ਉਸ ਦਿਨ ਵੀ ਇੱਕ ਸਿੰਘ ਨੇ ਗੋਲੀ ਚਲਾਈ ਸੀ, ਜਿਹੜਾ ਉਸ ਵੇਲੇ ਰਾਮਗੜੀਆ ਬੁੰਗੇ ਦੇ ਤਹਿਖਾਨੇ ਦੇ ਅੰਦਰ ਸੀ। ਬਾਅਦ ਵਿੱਚ ਉਸ ਸਿੰਘ ਨੂੰ ਜ਼ਹਿਰੀਲੀ ਗੈਸ ਸੁੱਟ ਕੇ ਸ਼ਹੀਦ ਕੀਤਾ ਗਿਆ। ਉਹ ਗੈਸਾਂ ਉੱਤੇ ਇਸਤੇਮਾਲ ਕੀਤੀਆਂ ਗਈਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੈਨ ਸਨ। ਇਹ ਵੀ ਅਸੀਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ, ਜੋ ਨੈਸ਼ਨਲ ਹਿਊਮਨ ਰਾਈਟਸ ਨੇ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਇਹ ਦਲੀਲਾਂ ਵੀ ਰੱਖੀਆਂ ਜਾ ਸਕਦੀਆਂ ਨੇ ਕਿ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸਤਹ ਦੇ ਉੱਤੇ ਜੰਗ ਯੁੱਧ ਦੇ ਅੰਦਰ ਬੈਨ ਕੀਤਾ ਗਿਆ ਸੀ, ਉਹ ਵੀ ਉੱਥੇ ਇਸਤੇਮਾਲ ਕੀਤੀਆਂ ਗਈਆਂ ਨੇ, ਉਹ ਲਿਖਤਾਂ ਦੇ ਅੰਦਰ ਮੌਜੂਦ ਨੇ। ਤੇ ਗੁਰੂ ਪਿਆਰ ਵਾਲਿਓ, ਕਹਿੰਦੇ ਨੇ ਬਾਬਾ ਖੜਕ ਸਿੰਘ ਜੀ ਦਰਬਾਰ ਸਾਹਿਬ ਬੈਠੇ ਸਨ। ਜਦੋਂ ਜ਼ੈਲ ਸਿੰਘ ਆਇਆ, ਉਸਨੇ ਨਾ, ਉਹ ਜਾਣਦਾ ਸੀ ਉਹਨਾਂ ਨੂੰ, ਉਸਨੇ ਜਾ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਣਾ ਚਾਹਿਆ। ਹੁਣ ਕਹਿੰਦੇ ਨੇ ਬਾਬਾ ਖੜਕ ਸਿੰਘ ਨੇ ਜ਼ੋਰ ਦੀ ਉਹਦੇ ਚਿਹਰੇ ਤੇ ਚਪੇੜ ਮਾਰੀ ਤੇ ਕਹਿਣ ਲੱਗੇ ਜ਼ੈਲਿਆ, ਜ਼ੈਲ ਸਿੰਘ ਨਹੀਂ ਕਿਹਾ, ਕਹਿਣ ਲੱਗੇ ਜ਼ੈਲਿਆ, ਦਰਬਾਰ ਸਾਹਿਬ ਪਹਿਲਾਂ ਵੀ ਸੰਸਾਰ ਦੇ ਵਿੱਚ ਰੂਹਾਨੀ ਘਰ ਸੀ, ਆਉਣ ਵਾਲੇ ਸਮੇਂ ਵਿੱਚ ਵੀ ਮੀਰੀ ਪੀਰੀ ਦਾ ਸਥਾਨ ਤੇ ਦਰਬਾਰ ਸਾਹਿਬ ਨਿਰੰਤਰ ਤੌਰ ਦੇ ਉੱਤੇ ਮਨੁੱਖਤਾ ਦੀ ਸੇਵਾ ਕਰਦਾ ਰਹੇਗਾ। ਤੂੰ ਸੰਸਾਰ ਦੇ ਅੰਦਰ ਬੇਪਤ ਹੋ ਕੇ ਮਰ ਜਾਵੇਂਗਾ, ਤੇਰੇ ਨਾਲ ਕੋਈ ਖੜੋਵੇਗਾ ਨਹੀਂ। ਗੁਰੂ ਪਿਆਰ ਵਾਲਿਓ, ਸੱਚ ਹੋਇਆ, ਐਕਸੀਡੈਂਟ ਹੋ ਕੇ ਮਰ ਗਿਆ। ਜਿਸ ਭਾਰਤ ਵਰਸ਼ ਦੇ ਵਾਸਤੇ ਉਸਨੇ ਸੁਪਰੀਮ ਸੀ ਕਮਾਂਡਰ ਫੌਜਾਂ ਦਾ, ਉਸੇ ਦਿਨ ਅਸਤੀਫਾ, ਠੀਕ ਹੈ ਬੇਬਸ ਸੀ, ਉਸੇ ਦਿਨ ਅਸਤੀਫਾ ਦੇ ਦਿੰਦਾ, ਪੂਰੇ ਵਿਸ਼ਵ ਨੂੰ ਪਤਾ ਲੱਗ ਜਾਂਦਾ ਕਿ ਭਾਰਤ ਵਰਸ਼ ਤੇ ਡੈਮੋਕ੍ਰੈਟਿਕ ਕੰਟਰੀ ਦੇ ਰਾਸ਼ਟਰਪਤੀ ਨੇ ਇੱਕ ਗਲਤ ਫੈਸਲੇ ਵਾਸਤੇ ਮਨੁੱਖਤਾ ਦਾ ਕਤਲ ਜੋ ਕੀਤਾ ਗਿਆ, ਉਹਦੇ ਇਵਜ਼ ਦੇ ਵਿੱਚ ਅਸਤੀਫਾ ਦੇ ਦਿੱਤਾ। ਉਹਨੇ ਆਪਣੀ ਕੁਰਸੀ ਨੂੰ ਪੱਕਾ ਕਰਕੇ ਰੱਖਿਆ, ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ, ਆਪਣੀ ਵਫਾਦਾਰੀ ਸਾਬਤ ਕੀਤੀ। ਹੋਰ ਸਿੰਘਾਂ ਦਾ ਕਤਲ ਜੋ ਸੀ ਦਿੱਲੀ ਦੇ ਅੰਦਰ ਕਰਵਾਇਆ, ਉਹਦਾ ਸਾਰਾ ਜ਼ਿੰਮੇਵਾਰ ਬਣ ਗਿਆ। ਤੇ ਜਦੋਂ ਆਪ ਐਕਸੀਡੈਂਟ ਹੋਇਆ ਨਾ, ਤੇ ਕੋਈ ਭਾਰਤ ਵਰਸ਼ ਦਾ ਬੰਦਾ ਨਹੀਂ ਆਇਆ ਉਹਦੇ ਕੋਲ, ਕੋਈ ਮਿਨਿਸਟਰ ਨਹੀਂ ਆਇਆ, ਕੋਈ ਚੀਫ ਮਿਨਿਸਟਰ ਨਹੀਂ ਆਇਆ, ਕੋਈ ਪਾਰਟੀ ਵਰਕਰ ਦਿੱਲੀ ਤੋਂ ਚੱਲ ਕੇ ਨਹੀਂ ਆਇਆ। ਤੇ ਜੇ ਕਿਤੇ ਸਿੱਖਾਂ ਨਾਲ ਵਫਾਦਾਰੀ ਕੀਤੀ ਹੁੰਦੀ ਤਾਂ ਫਿਰ ਉਸ ਹਸਪਤਾਲ ਦੇ ਬਾਹਰ ਲੰਗਰ ਲੱਗ ਜਾਣੇ ਸਨ। ਗੁਰੂ ਪਿਆਰ ਵਾਲਿਓ, ਤੇ ਫਿਰ ਉਹਦੀ ਅਰਦਾਸ ਜੋ ਸੀ ਉਹ ਬਿਹਾਰ ਦਾ ਕੋਈ ਵਿਅਕਤੀ ਕਰ ਰਿਹਾ ਸੀ, ਕਿਸੇ ਪੰਥਕ ਤੌਰ ਦੇ ਉੱਤੇ ਸ਼ਾਇਦ ਕੋਈ ਤਿਆਰ ਕੀਤਾ ਗਿਆ ਹੋਵੇ, ਉਹਨੂੰ ਯਾਦ ਕਰਵਾਈ ਗਈ ਹੋਵੇ, ਕੋਈ ਜੋ ਸੀ ਪੰਥਕ ਸ਼ਖਸੀਅਤ ਜਾਂ ਕੋਈ ਪੰਥ ਨਾਲ ਦਰਦ ਰੱਖਣ ਵਾਲਾ ਉਹਦੇ ਮਰਨ ਦੇ ਉੱਤੇ ਵੀ ਨਹੀਂ ਗਿਆ। ਇਸ ਕਰਕੇ ਆਓ, ਫਿਰ ਮੈਂ ਦੂਜੀ ਬੇਨਤੀ ਕਰ ਰਿਹਾ ਸੀ ਕਿ ਜਦੋਂ ਬਾਬਾ ਖੜਕ ਸਿੰਘ ਜੀ ਦੇ ਕੋਲ KS ਬਰਾੜ ਗਿਆ ਹੈ ਤੇ ਉਸਨੇ ਜਾ ਕੇ ਦਬਕਾ ਮਾਰਿਆ, ਸ਼ਾਇਦ ਉਹ ਚਾਹੁੰਦੇ ਸਨ ਕਿ ਸ੍ਰੀ ਅਕਾਲ ਤਖਤ ਸਾਹਿਬ ਜੋ ਸਰਕਾਰ ਨੇ ਬਣਾਇਆ ਹੈ ਉਹਦੀ ਸੇਵਾ ਬਾਬਾ ਖੜਕ ਸਿੰਘ ਜੀ ਹੁਣ ਨਾ ਲੈਣ, ਜੋ ਸਿੰਘ ਵਾਪਸ ਤੋੜ ਰਹੇ ਨੇ। ਜਿਗਰੇ ਬਣਾਉਣਾ ਤੇ ਫਿਰ ਸਾਡੇ ਆਕੇ ਮੁਤਾਬਕ ਬਣਾਏ। ਤੇ ਜਦੋਂ ਗਏ ਤੇ ਕਹਿੰਦੇ ਨੇ ਬਾਬਾ ਖੜਕ ਸਿੰਘ ਜੀ ਬੋਰੀਆਂ ਸੀਰੇ ਸਨ, ਉੱਠ ਖੜੇ ਹੋ ਗਏ, ਕਹਿਣ ਲੱਗੇ ਸੋਏ ਕੀ ਕਰੇਗਾ, ਵੱਧ ਤੋਂ ਵੱਧ ਗੋਲੀ ਮਾਰ ਦੇਵੇਂਗਾ, ਹੋਰ ਤੂੰ ਕੁਝ ਨਹੀਂ ਕਰ ਸਕਦਾ, ਤੂੰ ਗੋਲੀ ਮਾਰ ਲੈ, ਤੁਸੀਂ ਜ਼ੁਲਮ ਕੀਤਾ, ਅਸੀਂ ਜ਼ੁਲਮ ਦੇ ਖਿਲਾਫ ਬੋਲਦੇ ਰਾਂਗੇ। ਤੇ ਇੱਕ ਗੱਲ ਚੇਤੇ ਰੱਖਿਓ, ਦੁਨੀਆ ਤੁਹਾਨੂੰ ਲਾਨਤਾਂ ਪਾਵੇਗੀ। ਇਹੋ ਜਿਹੇ ਉਹ ਨਿਡਰ ਲੋਕੀ ਸਨ। ਸੋ ਗੁਰੂ ਪਿਆਰ ਵਾਲਿਓ, ਮੇਰਾ ਸਮਾਂ ਹੋ ਗਿਆ ਹੈ, ਮੈਂ ਬਸ ਇੰਨੀ ਕੁ ਬੇਨਤੀ ਕਰਾਂਗਾ ਕਿ ਇਹ ਜੋ
ਸਾਕਾ ਹੈ ਨਾ, ਇਹਨੂੰ ਕਈ ਵਾਰ ਅਸੀਂ ਸੋਚਦੇ ਹਾਂ ਕਿ ਇਹਦੇ ਵਿੱਚੋਂ ਖਟਿਆ ਕੀ। ਮੈਂ ਬੇਨਤੀ ਕਰਾਂਗਾ, ਸਾਰੇ ਯੁੱਧ ਜੋ ਨੇ ਨਾ ਉਹ ਇਸ ਕਰਕੇ ਨਹੀਂ ਲੜੇ ਜਾਂਦੇ ਕਿ ਜਿੱਤਾਂ ਲੱਭਦੀਆਂ ਨੇ। ਕਈ ਵਾਰ ਯੁੱਧ ਜੋ ਨੇ ਉਹ ਇਸ ਕਰਕੇ ਵੀ ਲੜੇ ਜਾਂਦੇ ਨੇ ਅਹਿਸਾਸ ਕਰਾਉਣ ਵਾਸਤੇ ਕਿ ਜ਼ਿੰਦਾ ਕੌਮਾਂ ਜ਼ਿੰਦਾ ਨੇ, ਉਹ ਅਣਖ ਵਾਲੀਆਂ ਨੇ। ਉਹ ਸਾਬਤ ਕਰਾਉਂਦੀਆਂ ਨੇ ਕਿ ਅਸੀਂ ਹਾਲਾਂ ਜੀਵਤ ਹਾਂ। ਇੱਕ ਪਾਸੇ ਇਤਨਾ ਵੱਡਾ ਜ਼ੁਲਮ ਸੀ, ਲੱਖਾਂ ਦੀ ਗਿਣਤੀ ਦੇ ਵਿੱਚ ਬੋਤਲਾਂ ਸ਼ਰਾਬ ਦੀਆਂ ਦਿੱਤੀਆਂ ਗਈਆਂ, ਦੂਜੇ ਪਾਸੇ ਕੇਵਲ ਗੁਰੂ ਕੇ ਅੰਮ੍ਰਿਤਧਾਰੀ ਉਹ ਗੁਰੂ ਕੇ ਸਿੱਖ ਸਨ ਜਿਹੜੇ ਕੌਮ ਦੇ ਵਾਸਤੇ ਜੂਝ ਰਹੇ ਸਨ। ਅਸੀਂ ਆਉਣ ਵਾਲੀਆਂ ਨਸਲਾਂ ਨੂੰ ਇਹ ਜੇ ਕਿਤੇ ਸਾਬਤ ਕਰ ਦਈਏ ਕਿ ਦੇਖੋ, ਇੱਕ ਪਾਸੇ ਪੂਰਾ ਜ਼ੋਰ ਜੋ ਲੱਗ ਗਿਆ, ਦੂਜੇ ਪਾਸੇ ਗੁਰੂ ਕੇ ਅਣਖੀ ਸਿੰਘ ਬਾਣੀ ਤੇ ਬਾਣੇ ਦੇ ਧਾਰਨੀ ਸਨ ਤੇ ਉਹਨਾਂ ਨੇ ਜੋ ਸੀ ਆਪਣੇ ਜੀਵਨ ਨੂੰ ਛਾਵਰ ਕੀਤਾ। ਅਸੀਂ ਜੇ ਕਦੇ ਪੰਥ ਪ੍ਰਸਤ ਹੋ ਜਾਈਏ, ਕਿਸੇ ਵਿਦਵਾਨ ਨੇ ਬੜਾ ਸੁੰਦਰ ਕਿਹਾ ਹੈ कि सफर में मुश्किलें आए तो जुर्रत और भी बढ़ती है, कोई जब रास्ता रोके तो हिम्मत और भी बढ़ती है, बिकने पे आ जाओ तो घट जाते हैं दाम अक्सर, ना बिकने का इरादा हो तो कीमत और भी बढ़ती है। आज कुछ ਜਿਉਂਦੀਆਂ ਲਾਸ਼ਾਂ ਦੇ ਰੂਪ ਵਿੱਚ ਚੱਲ ਰਹੇ ਨੇ, ਜਿਨ੍ਹਾਂ ਨੇ ਪਹਿਲੀਆਂ ਗ੍ਰਿਫਤਾਰੀਆਂ ਮੋਰਚਿਆਂ 'ਚ ਦਿੱਤੀਆਂ ਨਾ ਤੇ ਸਾਰੇ ਪੰਥ ਦਾ ਬੇੜਾ ਗਰਕ ਕਰ ਦਿੱਤਾ। ਪੰਥ ਜੋ ਹੈ ਉਸ ਨੂੰ ਖੇਰੂ ਕੀਤਾ, ਪੰਥ ਦਾ ਨੁਕਸਾਨ ਕੀਤਾ। ਨਾ ਜੇਲ੍ਹਾਂ 'ਚ ਡੱਕੇ ਸਿੰਘਾਂ ਨੂੰ ਛੁਡਾ ਸਕੇ, ਨਾ ਲਾਸ਼ਾਂ ਦੀ ਗਿਣਤੀ ਕਰਾ ਸਕੇ, ਨਾ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚੋਂ ਬਚਾ ਸਕੇ। ਕੇਵਲ ਆਪਣੇ ਪੁੱਤਰ ਮੋਹ ਤੇ ਕੁਰਸੀ ਵਾਸਤੇ ਅੱਜ ਉਹ ਲਾਸ਼ਾਂ ਦੀ ਤਰ੍ਹਾਂ ਘੁੰਮ ਰਹੇ ਨੇ, ਫਿਰ ਰਹੇ ਨੇ, ਕੋਈ ਨਹੀਂ ਪੁੱਛਦਾ। ਜਿਹੜੇ ਕੁਰਬਾਨ ਹੋ ਗਏ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ, ਤਸਵੀਰਾਂ ਹਮੇਸ਼ਾ ਉਹਨਾਂ ਦੀਆਂ ਵਿਕਦੀਆਂ ਨੇ ਜਿਹੜੇ ਆਪ ਨਹੀਂ ਵਿਕਦੇ। ਤੇ ਜਿਹੜੇ ਇਹ ਸਵਾਲ ਕਰਦੇ ਨੇ ਨਾ ਕਿ ਇਹਦੇ 'ਚੋਂ ਖਟਿਆ ਕੀ ਹੈ, ਪਹਿਲੀ ਗੱਲ ਤਾਂ ਵਿਸ਼ਵ ਪੱਧਰ ਦੇ ਉੱਤੇ ਪਤਾ ਲੱਗ ਗਿਆ ਕਿ ਇਹ ਜੁਝਾਰੂਆਂ ਦੀ ਕੌਮ ਹੈ। ਵਿਸ਼ਵ ਪੱਧਰ ਦੇ ਉੱਤੇ ਪਤਾ ਲੱਗ ਗਿਆ ਇੱਕ ਨਿਵੇਕਲੀ ਤੇ ਵੱਖਰੀ ਕੌਮ ਹੈ। ਵਿਸ਼ਵ ਪੱਧਰ ਦੇ ਉੱਤੇ ਸਾਨੂੰ ਆਇਡੈਂਟੀਫਿਕੇਸ਼ਨ ਲੱਭੀ। ਤੇ ਦੂਜੀ ਗੱਲ ਹੈ, ਜਿਹੜੇ ਅਣਖਾਂ ਵਾਲੇ ਹੁੰਦੇ ਨੇ ਨਾ ਉਹ ਕਦੀ ਫਾਇਦੇ ਤੇ ਨੁਕਸਾਨ ਨਹੀਂ ਦੇਖਦੇ, ਉਹ ਆਪਣੀ ਅਣਖ, ਆਪਣੀ ਕੌਮ ਨੂੰ ਜ਼ਿੰਦਾ ਰੱਖਣ ਵਾਸਤੇ, ਕੁਰਬਾਨ ਹੋਣ ਵਾਸਤੇ ਹਰ ਵੇਲੇ ਤਤਪਰ ਰਹਿੰਦੇ ਨੇ। ਤੇ ਇਸੇ ਕਰਕੇ ਕਿਸੇ ਨੇ ਕਿਹਾ, ਬਾਜਾਂ ਨੂੰ ਕਾਹਦਾ ਮੇਨਾ ਕਰ ਖੁੱਸੇ ਘਟੀ ਆਬਾਦੀ ਦਾ, ਬਾਜਾਂ ਨੂੰ ਕਾਹਦਾ ਮੇਨਾ ਕਰ ਖੁੱਸੇ ਘਟੀ ਆਬਾਦੀ ਦਾ, ਮੇਰੇ ਪੁਰਖੇ ਵਾਕੇ ਤੁਰ ਗਏ ਨੇ ਨਕਸ਼ਾ ਮੇਰੀ ਆਜ਼ਾਦੀ ਦਾ। ਸਮਾਂ ਆਵੇਗਾ ਇਹ ਡੁੱਲਿਆ ਖੂਨ ਬਿਰਥਾ ਨਹੀਂ, ਸ਼ਹੀਦਾਂ ਦਾ ਖੂਨ ਜਾਂਦਾ ਜਦੋਂ ਡੁੱਲਦਾ ਯੁੱਗ ਪਲਟਾ ਦਿੰਦਾ। ਇਹ ਖੂਨ ਬਰੂਦ ਦੀ ਚਿੰਗ ਬਣ ਕੇ ਸੀਨੇ ਜਜ਼ਬਿਆਂ ਦੇ ਲਾਬੂ ਲਾ ਦਿੰਦਾ, ਕਿਤੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ, ਕਿਤੇ ਇਹ ਭੁਚਾਲ ਲਿਆ ਦਿੰਦਾ। ਇਹ ਖੂਨ ਮਨੁੱਖਤਾ ਦੇ ਵਿੱਚ, ਮੁਰਦਾ ਰੂਹਾਂ ਵਿੱਚ ਜੀਵਨ ਪਾ ਦਿੰਦਾ, ਜਿਹਦੇ ਵਿੱਚ ਕੁਰਬਾਨੀ ਦੀ ਚਿੰਗ ਹੋਵੇ। ਉਹ ਕੌਮ ਗੁਲਾਮ ਨਹੀਂ ਰਹਿ ਸਕਦੀ, ਜ਼ਾਲਮ ਰਾਜ ਵੀ ਸਦਾ ਨਹੀਂ ਕਾਇਮ ਰਹਿੰਦੇ। ਇਹ ਤੋਂ ਵੱਧ ਕੇ ਜ਼ਬਾਨ ਨਹੀਂ ਕੁਝ ਕਹਿ ਸਕਦੀ। ਕੌਮ ਦੀ ਗੁਲਾਮੀ ਦਾ ਜੁਲਾ ਜ਼ਰੂਰ ਕੱਟਿਆ ਜਾਵੇਗਾ ਜੇ ਕਦੇ ਆਗੂ ਸੁਚੇਤ ਹੋ ਜਾਣ, ਤੇ ਇਹ ਬਿਰਥਾ ਸਾਡਾ ਖੂਨ ਜੋ ਹੈ ਕਦੀ ਨਹੀਂ ਜਾਵੇਗਾ। ਸ਼ਹੀਦਾਂ ਦਾ ਡੁੱਲਿਆ ਖੂਨ ਜ਼ਰੂਰ ਰੰਗ ਲਿਆਵੇਗਾ। ਇੰਨੀਆਂ ਕੋ ਬੇਨਤੀਆਂ ਕਰਕੇ ਆਪ ਜੀ ਤੋਂ ਖਿਮਾ ਦਾ ਜਾਚਕ ਹਾਂ। ਜੋ ਵੀਰ ਜੀ ਨੇ ਜ਼ਿੰਮੇਵਾਰੀ ਲਾਈ ਸੀ, ਸ਼ਾਇਦ ਮੈਂ ਉਹਨਾਂ ਦੀ ਆਸ ਦੇ ਉੱਤੇ ਪੂਰਾ ਨਾ ਉਤਰ ਸਕਿਆ ਹੋਵਾਂ। ਸੋ ਬੇਨਤੀ ਕਰਾਂਗਾ ਕਿ ਆਪ ਜੀ ਜ਼ਰੂਰ ਕੋਈ ਬਾਤ ਘੱਟ ਲਈ ਖਿਮਾ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। 1984 ਦਾ ਇਹ ਸਾਕਾ ਮੇਰਾ ਡਾਕਟਰ ਸਦੀਆਂ ਪਿੱਛੋਂ ਤਬਾਰੀਖ ਨੇ ਮੁੜ ਆਪਾ ਦੁਹਰਾਇਆ, ਨਵੇਂ ਰੂਪ ਵਿੱਚ ਅਬਦਾਲੀ ਮੁੜ ਦਿੱਲੀੋਂ ਚੜ ਕੇ ਆਇਆ। ਅੱਜ ਫਿਰ ਦੇਸ਼ ਦੀ ਮਹਾਰਾਣੀ ਵਿੱਚ ਰੂਹ ਮੁਗਲਾਂ ਦੀ ਆਈ। ਅੱਜ ਫਿਰ ਉਸਨੇ ਸਿੱਖ ਕੌਮ ਤੇ ਭਾਜੀ ਨਵੀਂ ਚੜਾਈ। ਬਾਬਰ ਜਹਾਂਗੀਰ ਤੋਂ ਜਿਹੜੀ ਅੱਜ ਤੱਕ ਚਲਦੀ ਆਈ, ਦਿੱਲੀ ਦੇ ਤਖਤ ਨੇ ਅੱਜ ਫਿਰ ਪੂਰੀ ਰੀਤ ਨਿਭਾਈ। ਤੇ ਕਿਉਂ? ਦਰਬਾਰ ਸਾਹਿਬ ਅੰਦਰ ਚੱਲਦੀ ਸੱਚ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ। ਹਾਕਮ ਹਮੇਸ਼ਾ ਹੀ, ਜ਼ਬਰ ਦੀਆਂ ਤਾਕਤਾਂ ਹਮੇਸ਼ਾ ਹੀ ਸੱਚ ਦੀ ਆਵਾਜ਼ ਤੋਂ ਭੈਭੀਤ ਹੁੰਦੀਆਂ ਨੇ, ਕਿਉਂਕਿ ਇਹ ਆਵਾਜ਼ ਕਿਸੇ ਇੱਕ ਇਨਸਾਨ ਲਈ ਨਹੀਂ, ਇਨਸਾਨ ਸਮੁੱਚੀ ਉਸ ਮਨੁੱਖਤਾ ਲਈ ਹੈ ਜੋ ਸੱਚ ਦੇ ਆਵਾਜ਼ ਨੂੰ ਬੁਲੰਦ ਕਰਨ ਲਈ ਉਸ ਜ਼ਾਲਮ ਦੇ ਖਿਲਾਫ ਡਟ ਜਾਂਦੀ ਹੈ। ਕਿਉਂ? ਇਹ ਹਕੂਮਤਾਂ ਦੇ ਉੱਤੇ ਇੱਕ ਹਕੂਮਤ ਅਕਾਲ ਪੁਰਖ ਵਾਹਿਗੁਰੂ ਦੀ ਹਕੂਮਤ ਹੈ। ਉਹ ਜੁਗੋ ਜੁਗ ਟਲ ਰਹਿਣ ਵਾਲੀ ਹੈ। ਇਸ ਹਕੂਮਤ ਵਿੱਚ, ਅਕਾਲ ਪੁਰਖ ਦੀ ਹਕੂਮਤ ਵਿੱਚ ਕਿਸੇ ਲਿੰਗ, ਨਸਲ, ਜਾਤ ਪਾਤ ਦਾ ਕੋਈ ਆਧਾਰ ਨਹੀਂ। ਉੱਥੇ ਕਿਸੇ ਨਾਲ ਵਿਤਕਰਾ ਨਹੀਂ, ਕਿਸੇ ਨਾਲ, ਉਸ ਹਕੂਮਤ ਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਤੇ ਜ਼ੁਲਮ ਕਮਾਉਣ ਵਾਲਾ ਹਮੇਸ਼ਾ ਇੱਥੇ, ਭਾਵੇਂ ਸ਼ਹਿਨਸ਼ਾਹ ਹੋਵੇ, ਭਾਵੇਂ ਬਾਦਸ਼ਾਹ ਹੋਵੇ, ਭਾਵੇਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉਹ ਅਕਾਲ ਪੁਰਖ ਦੀ ਹਕੂਮਤ ਦਾ ਦੋਸ਼ੀ ਹੈ।
ਤੇ ਉਸ ਅਕਾਲ ਪੁਰਖ ਦੇ ਖੋਜ ਕੋਲੋਂ ਸਜ਼ਾ ਵੀ ਅਵਸ਼ ਮਿਲਦੀ ਹੈ। ਇਹ ਸੱਚ ਭਰਪੂਰ ਆਵਾਜ਼ ਕੇਵਲ ਕਥਨੀ ਤੱਕ ਸੀਮਤ ਨਹੀਂ ਹੈ, ਸਗੋਂ ਦਰਬਾਰ ਸਾਹਿਬ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਇਹ ਗੀਤ, ਇਹ ਸੰਗੀਤ ਅਕਾਲ ਤਖਤ ਤੇ ਜਾ ਕੇ ਜ਼ਾਬਰ ਤਾਕਤਾਂ ਨੇ ਇੱਕ ਲਲਕਾਰ ਬਣ ਕੇ ਗੂੰਜਦੀ ਹੈ, ਪਰ ਝੂਠੇ ਤਖਤਾਂ ਨੂੰ ਹਮੇਸ਼ਾ ਕਾਂਬਾ ਛੁੱਟਦਾ ਹੈ। ਤੇ ਉਸ ਬਖਲਾੜ ਵਿੱਚ ਉਹ ਇਸ ਆਵਾਜ਼ ਨੂੰ ਸਦਾ ਲਈ ਬੰਦ ਕਰਨ ਦਾ ਯਤਨ ਕਰਦੇ ਆਏ ਹਨ, ਕਰਦੇ ਰਹਿਣਗੇ, ਕਿਉਂਕਿ ਇਹਨਾਂ ਦਾ ਸੁਭਾਅ ਇਹ ਹੈ। ਕਿਉਂਕਿ ਪਰ ਇੱਕ ਗੱਲ ਯਾਦ ਰੱਖਣਾ, ਪੂਰਨ ਲਈ ਆਏ, ਖੁਦ ਕਬਰਾਂ ਵਿੱਚ ਪੂਰੇ ਗਏ। ਇਹ ਪੂਰਨਾ ਕਿਨਾਰਾ ਸਕੇ ਗੁਰੂ ਜੀ ਦੇ ਤਾਲ ਦਾ, ਸਾੜ ਨਹੀਂ ਸਕਿਆ ਇਹ ਸੱਚ ਦੀ ਆਵਾਜ਼ ਨੂੰ। ਤੱਤੀ ਤਵੀ ਉੱਤੇ ਰਿਹਾ ਜ਼ਾਲਮ ਬਿਠਾਲਦਾ, ਬੰਦ ਕਿਸੇ ਨੇ ਕਟਾਇਆ ਇਹਦੀ ਬੰਦਗੀ ਚੋਂ। ਘਾਲਣਾ ਹਰੇਕ ਸਿੱਖ ਰਿਹਾ ਇੱਥੇ ਘਾਲਦਾ, ਗੁਰੂ ਘਰ ਰਾਤ ਨੂੰ ਦੀਵਾਲੀ ਨਿਤ ਜਗਦੀ ਏ, ਜ਼ਾਲਮਾਂ ਦੀ ਮੜੀ ਤੇ ਕੋਈ ਦੀਵਾ ਨਹੀਂ ਬਾਲਦਾ। ਇਹ ਇਤਿਹਾਸ, ਇਹ ਸੱਚ ਦਾ ਇਤਿਹਾਸ ਹਮੇਸ਼ਾ ਲਈ ਚੱਲਦਾ ਰਹੇਗਾ ਔਰ ਸੱਚ ਦੀ ਆਵਾਜ਼ ਹਮੇਸ਼ਾ ਲਈ ਬੁਲੰਦ ਹੁੰਦੀ ਰਹੇਗੀ। ਠੀਕ ਹੈ ਕਿ ਵੇਲੇ ਸਮੇਂ ਦੇ ਅੱਜ ਨਿਆਂ ਨਹੀਂ ਕੀਤਾ, ਸਾਡੇ ਕਮਜ਼ੋਰੀਆਂ, ਸਾਡੇ ਆਗੂਆਂ ਦੇ ਇਖਲਾਕ ਤੇ ਜ਼ਮੀਰ ਮਰ ਚੁੱਕੀ ਹੈ, ਔਰ ਮਰੀ ਹੋਈ ਜ਼ਮੀਨ ਵਾਲੇ ਅੱਜ ਸਾਡੇ ਉੱਥੇ ਰੁਕਾਵਟ ਬਣ ਕੇ ਬੈਠੇ ਹੋਏ ਹਨ, ਜਿਨ੍ਹਾਂ ਨੇ ਸ਼ਹੀਦਾਂ ਦੇ ਖੂਨ ਨੂੰ ਵੇਚਿਆ ਨਹੀਂ, ਕੇਵਲ ਵੇਚਿਆ ਨਹੀਂ ਸਗੋਂ ਵੇਚ ਕੇ ਹੋਰ ਅੱਗੋਂ ਵੇਚਣ ਵਾਲੇ ਪੈਦਾ ਕੀਤੇ ਹਨ। ਉਹਨਾਂ ਸ਼ਹੀਦਾਂ ਦੇ ਖੂਨ ਦਾ ਆਮ ਤੌਰ ਤੇ ਕਿਹਾ ਜਾਂਦਾ ਹੈ, ਖੂਨ ਨੂੰ ਵਿਆਜ ਬਹੁਤ ਲੱਗਦਾ ਹੈ, ਪਰ ਗੁਰੂ ਕੇ ਪਿਆਰਿਓ, ਜਿੱਥੇ ਡੋਗਰਿਆਂ ਦੀ ਗਦਾਰੀ ਨਾਲ ਜਿੱਥੇ ਸਿੱਖ ਰਾਜ ਚਲਾ ਗਿਆ ਸੀ, ਉੱਥੇ ਅੱਜ ਇਹਨਾਂ ਦੀ ਗਦਾਰੀ ਦੇ ਨਾਲ ਉਹ ਸ਼ਹੀਦਾਂ ਦਾ ਡੁੱਲਿਆ ਹੈ ਖੂਨ ਦੀ ਵੀ ਕੀਮਤ ਅਸੀਂ ਵਸੂਲ ਨਾ ਸਕੇ। ਕਾਸ਼ ਅਸ ਇਤਿਹਾਸ ਤੋਂ ਸੇਧ ਲੈਂਦੇ, ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਕੁਝ ਸਿੱਖਦੇ, ਅਸੀਂ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਨਾਲ, ਜਿੱਥੇ ਸਿੱਖੀ ਆਪ ਕਮਾਉਂਦੇ, ਉੱਥੇ ਸਿੱਖੀਆਂ ਹੋਰਾਂ ਨੂੰ ਸਿੱਖੀ ਨਾਲ ਜੋੜਦੇ, ਔਰ ਦੁਨੀਆ ਦੇ, ਦੇਸ਼ ਦੇ, ਵਿਦੇਸ਼ਾਂ ਦੇ, ਸੰਸਾਰ ਦੇ ਹਰ ਕੋਨੇ ਵਿੱਚ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦਾ ਢੰਡੋਰਾ ਅਸੀਂ ਦੇ ਸਕਦੇ। ਕਾਸ਼ ਅਸੀਂ ਇਸ ਫਰਜ਼ ਨੂੰ ਪੂਰਾ ਕਰਦੇ। ਇਹ ਕੇਵਲ ਆਗੂਆਂ ਦਾ ਨਹੀਂ, ਸਾਡੀ ਵੀ ਡਿਊਟੀ ਹੈ ਕਿ ਇਸ ਸੱਚ ਦੀ ਆਵਾਜ਼ ਨੂੰ ਅਸੀਂ ਸੰਸਾਰ ਤੱਕ ਲੈ ਕੇ ਜਾਈਏ। ਇੱਕੋ ਹੀ ਢੰਗ ਹੈ, ਗੁਰਬਾਣੀ ਨਾਲ ਜੁੜੀਏ, ਇਤਿਹਾਸ ਨਾਲ ਜੁੜੀਏ, ਆਪਣੇ ਵਿਰਸੇ ਨਾਲ ਜੁੜੀਏ ਤੇ ਆਪਣੀ ਵਿਰਾਸਤ ਨੂੰ ਦੁਨੀਆ ਤੱਕ ਲੈ ਕੇ ਜਾਈਏ। ਸਾਡਾ ਵੀ ਲੋਕ ਪਰਲੋਕ ਸਿਹਲਾ ਹੋ ਜਾਏ। ਬੇਨਤੀ ਕਰਾਂਗਾ ਕਿ ਰਾਜਾ ਸਿੰਘ ਜੀ ਨੂੰ ਅਗਲੀ ਕਾਰਵਾਈ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।